ਪਿਆਰੇ ਦਰਸ਼ਕੋ, ਪੰਜਾਬੀ ਵਿਕਾਸ ਮੰਚ ਅਤੇ ਸਿੱਖ ਚੈਨਲ ਦੀ ਇੱਕ ਖਾਸ ਭੇਂਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਪ੍ਰਵਾਸੀ ਪੰਜਾਬੀ ਮੰਡਲ ਜੋ ਸੁਪਨੇ ਲੈ ਕੇ ਬਰਤਾਨੀਆ ਤੋਂ ਪੰਜਾਬ ਆਇਆ ਸੀ, ਉਸ ਦੀ ਫੇਰੀ ਦੇ ਦੌਰਾਨ ਅਸੀਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਾ ਕੇ ਬਹੁਤ ਸਾਰੇ ਪੰਜਾਬੀ ਅਦੀਬਾਂ ਦੇ ਨਾਲ ਗੱਲਬਾਤ ਕੀਤੀ, ਜਿਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਤੇ ਨਾਲ ਦੀ ਨਾਲ ਹੋਰ ਸਾਰੇ ਬਹੁਤ ਸਾਰੇ ਜੇ ਅਦਾਰੇ ਨੇ ਜਾਂ ਕੇਂਦਰੀ ਲਿਖਾਰੀ ਸਭਾ ਹੈ, ਪੰਜਾਬ ਭਵਨ ਹੈ, ਉਹਦੇ ਵਿੱਚ ਬਹੁਤ ਸਾਰੀਆਂ ਗੱਲਬਾਤਾਂ ਹੋਈਆਂ ਸਾਡੀਆਂ। ਅੱਜ ਸਾਡੀ ਟੀਮ ਪਹੁੰਚੀ ਸੀ ਗੌਰਮੈਂਟ ਕਾਲਜ ਗੁਰਦਾਸਪੁਰ ਵਿਖੇ, ਜਿੱਥੇ ਇੱਕ ਬਹੁਤ ਹੀ ਉੱਤਮ ਦਰਜੇ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਹਦੇ ਵਿੱਚ ਕਾਲਜ ਦੇ ਬੱਚਿਆਂ ਨੇ, ਵਿਦਿਆਰਥੀਆਂ ਨੇ ਖਾਸ ਆਪਣੇ ਫਨ ਦਾ ਮੁਜ਼ਾਹਰਾ ਕੀਤਾ ਤੇ ਨਾਲ ਦੀ ਨਾਲ ਪੰਜਾਬ ਦੀ ਮਹਾਨ ਸ਼ਖਸੀਅਤ ਡਾਕਟਰ ਸਾਹਿਬ ਸਿੰਘ, ਜਿਨ੍ਹਾਂ ਨੂੰ ਤੁਸੀਂ ਸਿੱਖ ਚੈਨਲ ਦੇ ਉੱਤੇ ਦੇਖ ਚੁੱਕੇ ਹੋ ਔਰ ਬਰਤਾਨੀਆ ਕੈਨੇਡਾ ਦੇ ਵਿੱਚ ਵੀ ਉਹ ਕਾਫੀ ਚਰਚਿਤ ਨਾਮ ਹੈ ਔਰ ਬਹੁਤ ਸਾਰੇ ਮੰਚ ਦੇ ਉੱਤੇ, ਬਹੁਤ ਸਾਰੇ ਚੈਨਲ ਦੇ ਉੱਤੇ ਤੁਸੀਂ ਉਹਨਾਂ ਨੂੰ ਦੇਖ ਚੁੱਕੇ ਹੋ। ਉਹ ਸਾਡੇ ਨਾਲ ਇਸ ਵੇਲੇ ਬਿਰਾਜਮਾਨ ਨੇ। ਸੋ ਸਾਡੀ ਟੀਮ ਦੇ ਵਿੱਚ ਮੇਰੇ ਸੱਜੇ ਪਾਸੇ ਬੈਠੇ ਨੇ ਸਰਦੂਲ ਸਿੰਘ ਜੀ ਮਾਰਵਾ, ਨਾਲ ਮੇਰੇ ਬੈਠੇ ਨੇ ਡਾਕਟਰ ਸਾਹਿਬ ਸਿੰਘ ਜੀ, ਖੱਬੇ ਪਾਸੇ ਮੇਰੇ ਬੈਠੇ ਨੇ ਗੁਰਮੀਤ ਸਿੰਘ ਜੀ ਬਾਜਵਾ ਤੇ ਨਾਲ ਦੀ ਨਾਲ ਡਾਕਟਰ ਬਲਦੇਵ ਸਿੰਘ ਕੰਦੋਲਾ। ਸਾਨੂੰ ਤਿੰਨਾਂ ਨੂੰ ਤੁਸੀਂ ਅਕਸਰ ਦੇਖਦੇ ਰਹਿੰਦੇ ਹੋ। ਅੱਜ ਦੀ ਗੱਲਬਾਤ ਅਸੀਂ ਕਰਾਂਗੇ ਪੰਜਾਬੀ ਭਾਸ਼ਾ ਦੇ ਹਵਾਲੇ ਦੇ ਨਾਲ ਦੀ ਨਾਲ ਪੰਜਾਬੀਆਂ ਨੂੰ ਜਾਗਰੂਕ ਕਰਨ ਦੇ ਵਿੱਚ, ਪੰਜਾਬੀ 'ਚ ਲੋਕ ਚੇਤਨਾ ਪੈਦਾ ਕਰਨ ਵਾਸਤੇ ਵੱਖਰੇ ਵੱਖਰੇ ਵਿਸ਼ਿਆਂ ਨੂੰ ਲੈ ਕੇ ਅਸੀਂ, ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਪ੍ਰੋਗਰਾਮ ਕਰ ਚੁੱਕੇ ਹਾਂ ਬਰਤਾਨੀਆ ਵਿੱਚ, ਤੇ ਇਹੀ ਜਿਹੜਾ ਸਾਡਾ ਵਿਸ਼ਾ ਸੀ, ਆਉਣ ਦਾ ਮਕਸਦ ਸੀ ਪੰਜਾਬ ਦੇ ਵਿੱਚ, ਉਹ ਇਹ ਵੀ ਸੀ ਕਿ ਇੱਥੇ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਉਹਨਾਂ ਦੇ ਹਾਵ ਭਾਵ ਨੋਟ ਕੀਤੇ ਜਾਣ, ਤੱਥ ਇਕੱਠੇ ਕੀਤੇ ਜਾਣ, ਕੀ ਵਜ੍ਹਾ ਹੈ ਪੰਜਾਬੀ ਜਿਹੜੀ ਸਾਡੀ ਹੈ ਉਹਦੀ ਜਿਹੜੀ ਕਦਰ ਹੈ ਉਹ ਘਟਦੀ ਜਾ ਰਹੀ ਹੈਗੀ ਆ। ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਸਿੰਘ ਜੀ ਤੋਂ ਗੱਲਬਾਤ ਸ਼ੁਰੂ ਕਰਾਂਗਾ। ਸਾਹਿਬ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ, ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਤੁਸੀਂ ਦੇਖਿਆ, ਮਹਿਸੂਸ ਕੀਤਾ, ਉਹਦੇ ਬਾਰੇ ਪਹਿਲਾਂ ਕੀ ਕਹਿਣਾ ਚਾਹੁੰਦੇ ਆ? ਜੀ, ਅੱਜ ਦੇ ਪ੍ਰੋਗਰਾਮ 'ਚ ਮੈਨੂੰ ਸਭ ਤੋਂ ਵੱਡੀ ਤਸੱਲੀ ਦੀ ਗੱਲ ਇਹ ਹੈ ਕਿ ਜਿਹੜਾ ਮੇਰਾ ਨਵਾਂ ਨਾਟਕ ਹੈ ਲੱਛੂ ਕਬਾੜੀਆ, ਇਹ ਜਦੋਂ ਮੈਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਸੀ, ਉੱਥੇ ਇੱਕ ਸਿਆਣੀ ਆਡੀਅנס ਪੂਰੇ ਪੰਜਾਬ ਤੋਂ ਆਉਂਦੀ ਹੈ। ਪਰ ਅੱਜ ਮੇਰੇ ਸਾਹਮਣੇ ਵਿਦਿਆਰਥੀ ਵਰਗ ਸੀ, ਜ਼ਿਆਦਾ ਵਿਦਿਆਰਥੀ ਵਰਗ ਸੀ, ਔਰ ਵਿਦਿਆਰਥੀ ਵੀ ਜਿਹੜਾ ਛੋਟੀ ਉਮਰ ਦਾ ਵਿਦਿਆਰਥੀ ਸੀ, ਜਿਹੜਾ ਕਾਲਜ ਦੇ ਵਿੱਚ ਪੜ੍ਹਨ ਆਉਂਦਾ। ਸੋ ਉਹਨਾਂ ਦੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਨਾਟਕ, ਜਿਹੜਾ ਕਿ ਵਿਚਾਰ ਉਤੇਜਕ ਨਾਟਕ ਹੈ, ਜਿਹਦੇ ਵਿੱਚ ਇੱਕ ਬਹੁਤ ਪੇਚੀਦਾ ਤੇ ਬਹੁਤ ਸੰਵੇਦਨਸ਼ੀਲ ਮੁੱਦਾ ਛੋਇਆ ਹੋਇਆ, ਉਹ ਸਟੂਡੈਂਟਸ ਜਿੰਨੇ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਸਟੂਡੈਂਟਸ ਬੈਠੇ ਸੀ, ਉਹਨਾਂ ਦੇ ਸਾਹਮਣੇ ਤੇ ਪਲੱਸ ਜਿਹੜੇ ਕੁਝ ਲੇਖਕ ਬੈਠੇ ਸੀ ਜਾਂ ਟੀਚਰ ਸੀ ਜਾਂ ਹੋਰ ਜਿਹੜੇ ਸਮਾਜ ਦੇ ਅਲੱਗ-ਅਲੱਗ ਵਰਗਾਂ ਤੋਂ ਲੋਕੀ ਆਏ ਹੋਏ, ਜਾਂ ਜਿਵੇਂ ਤੁਸੀਂ ਵੀ ਬਰਤਾਨੀਆ ਤੋਂ ਆਏ ਸਾਹਮਣੇ ਬੈਠੇ ਸੀ, ਉਹ ਜਿਹੜਾ ਪ੍ਰਭਾਵ ਲੋਕੀ ਲੈ ਕੇ ਗਏ ਨੇ ਨਾਟਕ ਨੂੰ ਲੈ ਕੇ, ਉਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਇਹਦਾ ਮਤਲਬ ਸਮਾਜ ਦਾ ਹਰ ਵਰਗ ਜਿਹੜਾ ਵਿਦਿਆਰਥੀ ਵੀ, ਅਧਿਆਪਕ ਵੀ, ਪ੍ਰਬੁੱਧ ਵਰਗ ਵੀ ਤੇ ਸਧਾਰਨ ਵਰਗ ਵੀ, ਉਹ ਵੀ ਸਮਝ ਰਿਹਾ ਵੀ ਯਾਰ ਨਾਟਕ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ, ਇਸ ਤਰ੍ਹਾਂ ਦੇ ਮੁੱਦੇ ਛੋਏ ਜਾਣੇ ਚਾਹੀਦੇ ਆ। ਇਹ ਬਹੁਤ ਤਸੱਲੀ ਵਾਲੀ ਗੱਲ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੁਹਾਡੇ ਹਰ ਨਾਟਕ ਦੇ ਵਿੱਚ ਕੋਈ ਨਾ ਕੋਈ ਬੜਾ ਸੰਵੇਦਨਸ਼ੀਲ ਸੁਨੇਹਾ ਹੁੰਦਾ ਹੈ। ਬਲਦੇਵ ਜੀ, ਮੈਂ ਤੁਹਾਤੋਂ ਗੱਲ ਹੁਣ ਸ਼ੁਰੂ ਕਰਾਂਗਾ ਕਿ ਜੋ ਤੁਸੀਂ ਸੁਪਨਾ ਲੈ ਕੇ ਆਏ ਸੀ, ਜੋ ਪੰਜਾਬ ਦੇ ਵਿੱਚ ਤੁਸੀਂ ਆ ਕੇ ਦੇਖਿਆ, ਵਿਚਰੇ ਹੋ, ਤੁਸੀਂ ਕੀ ਮਹਿਸੂਸ ਕੀਤਾ ਜਿਹੜੇ ਪਹਿਲੇ ਤੁਹਾਡੇ 5-7 ਦਿਨ ਸੀ, ਤੇ ਅੱਜ ਦੇ ਦਿਨ ਬਾਰੇ ਵੀ ਕੁਝ ਕਹਿਣਾ ਚਾਹੋ ਤਾਂ? ਜੀ ਬਿਲਕੁਲ ਜੀ, ਦੇਖੋ ਸਾਹਿਬ ਸਿੰਘ ਨੇ ਕਿਹਾ ਹੈਗਾ, ਉਹਨਾਂ ਦਾ ਨਾਟਕ ਬਹੁਤ ਪਸੰਦ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਵਿਦਿਆਰਥੀ ਜਿਹੜੇ ਸੀ ਉਹਨਾਂ ਦੀ ਆਡੀਅנס ਦੇ ਵਿੱਚ ਸੀਗੇ ਕਿ ਆਪਣਾ ਜਿਹੜਾ ਮਨੋਰਥ ਲੈ ਕੇ ਆਪਾਂ ਇੱਥੇ ਆਏ ਹਾਂ, ਅਸੀਂ ਵੀ ਇਹ ਜਾਣਨਾ ਚਾਹੁੰਦੇ ਹਾਂ ਕਿ ਵਿਦਿਆਰਥੀ ਔਰ ਉਹਨਾਂ ਦੇ ਜਿਹੜੇ ਅਧਿਆਪਕ ਹੈਗੇ ਆ, ਜੋ ਆਪਾਂ ਸੁਨੇਹਾ ਉੱਥੇ ਦਿੰਦੇ ਆ ਜਾਂ ਇੱਥੇ ਦੇਣਾ ਚਾਹੁੰਦੇ ਆ ਕਿ ਬਈ ਜਿਹੜੇ ਵਿਦਿਆਰਥੀ ਆ ਜਾਂ ਅਧਿਆਪਕ ਹੈਗੇ ਆ, ਉਹਨਾਂ ਦੇ ਦਿਮਾਗਾਂ ਦੇ ਵਿੱਚ, ਉਹਨਾਂ ਦੇ ਮਨਾਂ ਦੇ ਵਿੱਚ ਪੰਜਾਬੀ ਭਾਸ਼ਾ ਬਾਰੇ ਕਿਹੋ ਜਿਹੇ ਵਿਚਾਰ ਹੈਗੇ, ਕਿਹੋ ਜਿਹੇ ਸੰਕਲਪ ਹੈਗੇ ਆ, ਤੇ ਉਹਨਾਂ ਨੂੰ ਲੈ ਕੇ ਮੈਂ ਸਮਝਦਾ ਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈਗਾ। ਹੁਣੇ ਮੇਰੀ ਇੱਕ ਅਧਿਆਪਕ ਦੇ ਨਾਲ ਗੱਲਬਾਤ ਹੋ ਰਹੀ ਸੀ, ਉਹ ਜਦ ਮੈਂ ਉਹਨਾਂ ਨੂੰ ਕਿਹਾ ਨਾ ਕਿ ਬਈ ਤੁਹਾਨੂੰ ਅਧਿਆਪਕਾਂ ਨੂੰ ਔਰ ਜਿਹੜੇ ਵਿਦਿਆਰਥੀ ਹੈਗੇ ਉਹਨਾਂ ਨੂੰ ਰਲ ਮਿਲ ਕੇ ਪੰਜਾਬੀ ਦੇ ਵਿੱਚ ਵਿਗਿਆਨਕ ਸਾਹਿਤ ਰਚਣਾ ਪਊਗਾ, ਉਹ ਕਹਿੰਦੇ ਜੀ, ਤੁਹਾਨੂੰ ਪਤਾ ਇੱਥੇ ਸਰ ਕਹਿੰਦੇ ਆ ਹਰ ਇੱਕ ਨੂੰ, ਉਹ ਕਹਿੰਦੇ ਜੀ ਕਿ ਸਰ ਜਿਹੜੀ ਟਰਮੀਨੋਲੋਜੀ ਆ ਉਹਦਾ ਕੀ ਬਣੂਗਾ, ਉਹ ਤਾਂ ਸਾਰੀ ਦੀ ਸਾਰੀ ਅੰਗਰੇਜ਼ੀ ਦੀ ਟਰਮੀਨੋਲੋਜੀ ਆ, ਔਰ ਨਾਲ ਉਹ ਇਹ ਵੀ ਕਹਿ ਦਿੰਦੇ ਅੰਗਰੇਜ਼ੀ ਤਾਂ ਇੰਟਰਨੈਸ਼ਨਲ ਭਾਸ਼ਾ ਹੈਗੀ ਆ, ਔਰ ਉਹ ਜਿਹੜਾ ਰੋੜਾ ਅਟਕਿਆ ਆ ਨਾ ਇੱਥੇ ਆਮ ਕਰਕੇ, ਤੇ ਉਹ ਇਹ ਨਹੀਂ ਸਮਝਦੇ ਹੈਗੇ ਕਿ ਐਟਮ ਜਾਂ ਜਿਹੜਾ ਹੈਗਾ ਮੋਲੀਕਿਊਲ ਜਾਂ ਇਹ ਸ਼ਬਦ ਜਿਹੜੇ ਆ ਉਹ ਰੂਸੀ ਦੇ ਵਿੱਚ ਹੋ ਰਿਹਾ, ਜਾਪਾਨੀ 'ਚ ਹੋ ਰਿਹਾ, ਉਹ ਉਹਨਾਂ ਦੇ ਦਿਮਾਗ 'ਚ ਫਸਿਆ ਆ ਕਿ ਜਿਹੜਾ ਐਟਮ ਸ਼ਬਦ ਆ ਉਹ ਤਾਂ ਯੂਨੀਵਰਸਲ ਭਾਸ਼ਾ ਦਾ ਉਹ ਬਣ ਚੁੱਕੀ ਆ, ਵਿਗਿਆਨਕ ਭਾਸ਼ਾ, ਕਿ ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਇਹਦਾ ਮਤਲਬ ਤੁਹਾਨੂੰ ਕੱਖ ਵੀ ਨਹੀਂ ਆਉਂਦਾ ਹੈਗਾ। ਉਹ ਜਿਹੜਾ ਰੋੜਾ ਅਟਕਿਆ ਨਾ,
ਉਹ ਆਪਾਂ ਕਿਸ ਤਰ੍ਹਾਂ ਕੱਢਣਾ, ਇਹ ਮੇਰੇ ਲਈ ਨਵੀਂ ਚੀਜ਼ ਹੈਗੀ ਆ। ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈਗਾ ਕਿ ਉਹ ਜਿਹੜੀਆਂ ਮਿਸਕਨਸੈਪਸ਼ਨਸ ਜਿਹੜੀਆਂ ਹੈਗੀਆਂ ਨਾ, ਉਹਨਾਂ ਨੂੰ ਆਪਾਂ ਦੂਰ ਕਿਸ ਤਰ੍ਹਾਂ ਕਰਨਾ ਹੈਗਾ। ਸੋ ਇਹ ਕੋਈ ਛੋਟਾ ਜਿਹਾ ਕੰਮ ਨਹੀਂ ਹੈਗਾ, ਬਹੁਤ ਲੰਬਾ ਕੰਮ ਹੈਗਾ ਔਰ ਆਪਾਂ ਬਹੁਤ ਕੁਝ ਸਿੱਖਿਆ ਹੈਗਾ ਇੱਥੇ ਆ ਕੇ। ਮੈਨੂੰ ਯਾਦ ਹੈ ਤੁਸੀਂ ਪਿਛਲੀ ਵਾਰ ਜਦੋਂ ਪੰਜਾਬੀ ਯੂਨੀਵਰਸਿਟੀ ਵਿੱਚ ਆਏ ਸੀ, ਤੁਸੀਂ ਇੱਕ ਸੈਮੀਨਾਰ ਕੀਤਾ ਤੇ ਉਹਦੇ ਵਿੱਚ ਕੁਝ ਉੱਥੋਂ ਦੇ ਬੁੱਧੀਜੀਵੀਆਂ ਦਾ ਵਿਚਾਰ ਸੀ ਕਿ ਸਾਇੰਸ ਦੀ ਜਾਂ ਵਿਗਿਆਨ ਦੀ ਭਾਸ਼ਾ ਤਾਂ ਹੋ ਹੀ ਅੰਗਰੇਜ਼ੀ ਸਕਦੀ ਆ, ਪੰਜਾਬੀ ਭਾਸ਼ਾ ਉਹਦੀ ਹੋ ਨਹੀਂ ਸਕਦੀ। ਮੇਰੇ ਨਾਲ ਬੈਠੇ ਨੇ ਇਸ ਵੇਲੇ ਗੁਰਮੀਤ ਸਿੰਘ ਜੀ ਬਾਜਵਾ ਜੀ, ਔਰ ਇਹ ਵਿਗਿਆਨ ਦੇ ਅਧਿਆਪਕ ਨੇ। ਉਹਨਾਂ ਬਾਰੇ ਪਹਿਲਾਂ ਥੋੜ੍ਹੀ ਜਾਣ ਪਛਾਣ ਲੈਂਦੇ ਆ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਮੈਂ ਗੁਰਮੀਤ ਸਿੰਘ ਬਾਜਵਾ, ਲੈਕਚਰਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਾਨੌਰ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ। ਇਸ ਜਿਹੜੀ ਤੁਸੀਂ ਅੱਜ ਵਿਸ਼ਾ ਸ਼ੁਰੂ ਕੀਤਾ, ਮੈਂ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਲ ਮੈਂ ਮਹਿਸੂਸ ਕਰਦਾ ਕਿ ਪੰਜਾਬੀ ਦੇ ਵਿੱਚ ਵੀ ਇਹਦੀ ਟਰਮੀਨੋਲੋਜੀ ਜਿਹੜੀ ਲੱਭਣੀ ਕੋਈ ਔਖੀ ਗੱਲ ਨਹੀਂ ਗੀ। ਆ ਪਿਛਲੇ 2 ਸਾਲਾਂ ਦੇ ਵਿੱਚ ਸਾਡੇ ਸਿੱਖਿਆ ਵਿਭਾਗ ਨੇ ਥੋੜ੍ਹਾ ਯਤਨ ਕੀਤਾ ਸੀਗਾ। ਉਹਦੇ ਵਿੱਚ ਅਸੀਂ ਕੁਝ ਨੇ ਚੈਪਟਰ ਜਿਹੜੇ ਸੀ ਨਾ, ਉਹ ਚੈਪਟਰ ਵਾਈਜ਼ ਵੰਡ ਕੀਤੀ ਸੀਗੀ ਵੀ ਇੱਕ ਚੈਪਟਰ ਕਿਸੇ ਨੇ ਤਿਆਰ ਕਰਨਾ ਪੰਜਾਬੀ 'ਚ, ਇੱਕ ਨੇ ਕਿਸੇ ਨੇ ਕਰਨਾ। ਉਹ 'ਤੇ ਕੰਮ ਸ਼ੁਰੂ ਹੋਇਆ, ਪਰ ਜਿੰਨਾ ਚਾਹੀਦਾ ਸੀਗਾ ਓਨਾ ਨਹੀਂ ਹੋਇਆ। ਅਸੀਂ ਇਹਦਾ ਯਤਨ ਕਰ ਰਹੇ ਹਾਂ ਵੀ ਹੋਣਾ ਚਾਹੀਦਾ। ਵੇਖੋ, ਜਦੋਂ ਜਿਸ ਲੈਂਗੁਏਜ ਦੇ ਵਿੱਚ ਬੱਚਾ ਜਨਮ ਲੈਂਦਾ ਨਾ, ਵੱਡਾ ਹੁੰਦਾ, ਗੱਲਾਂ ਸੁਣਦਾ ਘਰ ਦੀਆਂ ਸਾਰੀਆਂ, ਜੋ ਉਹਦੀ ਮਾਤ ਭਾਸ਼ਾ ਵਾ, ਜੋ ਉਸ ਭਾਸ਼ਾ ਵਿੱਚ ਸਮਝ ਸਕਦਾ ਨਾ, ਉਹ ਦੂਸਰੀ ਭਾਸ਼ਾ 'ਚ ਕਦੇ ਵੀ ਨਹੀਂ ਸਮਝ ਸਕਦਾ। ਅਸੀਂ ਭਾਵੇਂ ਕਹਿੰਦੇ ਇੰਗਲਿਸ਼ ਮੀਡੀਅਮ ਆ, ਪਰ ਸਾਨੂੰ ਬੱਚੇ ਦੇ ਪੂਰੇ ਅੰਦਰ ਜਾਣ ਵਾਸਤੇ ਸਾਰਾ ਕੁਝ ਪੰਜਾਬੀ 'ਚ ਹੀ ਸਮਝਾਉਣਾ ਪੈਂਦਾ। ਜੇ ਪੰਜਾਬੀ 'ਚ ਪੂਰਾ ਨਾ ਸਮਝਾਇਆ ਜਾਵੇ ਤਾਂ ਸ਼ਾਇਦ ਉਹਦੇ ਪੱਲੇ ਨਾ ਪਵੇ, ਇਹ ਗੱਲਾਂ ਉੱਤੇ ਰਹਿ ਜਾਣ। ਇਸ ਕਰਕੇ ਲੋੜ ਬੜੀ ਵੱਡੀ ਆ। ਜੇ ਸੱਚਮੁੱਚ ਬੱਚਿਆਂ ਦੇ ਵਿੱਚ, ਜੇ ਪੰਜਾਬ ਦੇ ਵਿੱਚ ਬੱਚੇ ਜਿਹੜੇ ਨਾ, ਸਾਇੰਟੀਫਿਕ ਐਟੀਟਿਊਡ ਕਿਉਂ ਨਹੀਂ ਪੈਦਾ ਹੋ ਰਿਹਾ, ਇਹਨਾਂ ਦਾ ਵਿਗਿਆਨਕ ਸੋਚ ਕਿਉਂ ਨਹੀਂ ਬਣਦੀ? ਵਿਗਿਆਨ ਦੇ ਵਿਦਿਆਰਥੀ ਤਾਂ ਹੈਗੇ ਨੇ, ਵਿਗਿਆਨਕ ਸੋਚ ਨਹੀਂ ਪੈਦਾ ਹੋ ਰਹੀ। ਦਾ ਕਾਰਨ ਕੀ ਆ? ਕਿ ਰੱਟਾ ਲਾ ਕੇ ਤੇ ਕੋਈ ਡਿਗਰੀਆਂ ਲੈ ਲਈਆਂ, ਉੱਤੇ ਰੋਜੀ ਰੋਟੀ ਕਮਾ ਰਹੇ ਆ। ਪਰ ਜਿਹੜੀ ਅਸਲੀ ਗੱਲ ਸੀਗੀ, ਇਸੇ ਕਰਕੇ ਜੇ ਵਹਿਮ ਭਰਮ ਪੰਜਾਬ 'ਚੋਂ ਜਾਂਦੇ ਹੀ ਨਹੀਂ, ਕਿਉਂਕਿ ਸਾਇੰਟੀਫਿਕ ਸੋਚ ਹੀ ਨਹੀਂ ਹੋਈ, ਸਾਡੀ ਵਿਗਿਆਨਕ ਸੋਚ ਦੇ ਧਾਰਨ ਹੀ ਨਹੀਂ ਬਣੇ। ਤੇ ਜਿਹਨਾਂ ਚਿਰ ਸਾਨੂੰ ਸਮਝ ਨਹੀਂ ਆਉਣੀ, ਇਸ ਅਸੀਂ ਧਾਰਨ ਨਹੀਂ ਬਣ ਹੀ ਨਹੀਂ ਸਕਣਾ। ਸਾਡੀ ਇਹ ਮਜਬੂਰੀ ਆ। ਤੇ ਸਾਨੂੰ ਜੇ ਵਾਪਸ ਆ ਜਾਵਾਂਗੇ ਨਾ ਤੇ ਚੰਗੇ ਰਹਾਂਗੇ। ਬੜੇ ਉਹ ਦੇਸ਼ ਜਿਨ੍ਹਾਂ ਨੇ ਤਰੱਕੀ ਕੀਤੀ ਆ, 10 ਉੱਪਰਲੇ ਮੁੱਢਲੇ ਦੇਸ਼ ਜਿਹੜੇ, ਜਿਹਨਾਂ ਅਸੀਂ ਡਿਵੈਲਪਡ ਕੰਟਰੀ ਕਹਿੰਦੇ, ਅਸੀਂ ਵਿਕਾਸ ਕੀਤੇ ਹੋਏ ਕੰਟਰੀ ਜਿਹੜੇ ਨੇ, ਉਹ ਦੇਸ਼ਾਂ ਨੇ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ ਕੰਮ ਕੀਤਾ। ਉਸੇ 'ਚ ਹੀ ਪੜ੍ਹਦੇ ਨੇ, ਉਸੇ 'ਚ ਹੀ ਪੜ੍ਹਾਉਂਦੇ ਨੇ, ਉਸੇ ਸਾਰੀਆਂ ਗੱਲਾਂ ਕਰਦੇ ਆ ਤੇ ਸਾਰੀ ਦੁਨੀਆ 'ਚ ਛਾਏ ਪਏ ਆ। ਅਸੀਂ ਪੰਜਾਬੀ ਕਿਉਂ ਨਹੀਂ ਕਰ ਸਕਦੇ? ਇਹ ਸਾਡੇ ਇੱਕ ਵਲਗਣਾ ਜਿਹੜੀਆਂ ਬਣੀਆਂ ਨੇ ਨਾ, ਅਸੀਂ ਉਹਨਾਂ ਵਲਗਣ ਤੋਂ ਬਾਹਰ ਉਲੰਘਣਾ ਹੀ ਨਹੀਂ ਚਾਹੁੰਦੇ। ਸਭ ਵੱਡੀ ਗੱਲ ਮੈਂ ਸਮਝਣਾ, ਅਸੀਂ ਵਲਗਣ ਦੇ ਵਿੱਚ ਵਲੇਟੇ ਗਏ ਆ, ਸਾਨੂੰ ਉਹਨਾਂ ਤੋਂ ਥੋੜ੍ਹਾ ਬਾਹਰ ਨਿਕਲਣਾ ਪਏਗਾ। ਨਿਕਲ ਜਾਵਾਂਗੇ ਤਾਂ ਕੋਈ ਔਖਾ ਕੰਮ ਨਹੀਂਗਾ, ਸੌਖਾ ਵਾ। 2-4 ਸਾਲ ਦੀ ਖੇਡ ਹੈ ਜੇ ਕਰਨ ਲੱਗ ਪਈਏ ਤੇ ਜੇ ਤੁਸੀਂ ਇਹਨੇ ਬਾਹਰ ਬੈਠੇ, ਮੈਂ ਤਾਂ ਵੈਸੇ ਤੁਹਾਡੇ ਵਾਲਾ ਜੇ ਮਿਲ ਕੇ ਨਾ, ਸੱਚ ਗੱਲ ਹੈ ਕੰਦੋਲਾ ਸਾਹਿਬ ਤੇ ਮੈਂ ਤਾਂ ਮਰਵਾ ਸਾਹਿਬ, ਮੈਂ ਹੈਰਾਨ ਰਹਿ ਗਿਆ ਵੀ ਤੁਸੀਂ ਪੰਜਾਬੀ ਦਾ ਕੋਈ ਸ਼ਬਦ ਇੱਥੇ ਆਉਣੀ ਤਾਂ ਸਟੇਜ ਤੇ ਸਾਡੇ ਕੋਲ ਬਦੋ-ਬਦੀ ਅੰਗਰੇਜ਼ੀ ਫਿਰ ਵੀ ਨਿਕਲ ਜਾਂਦੀ ਆ। ਵੇਖੋ, ਪੰਜਾਬ 'ਚ ਰਹਿ ਕੇ ਇਹ ਸਾਡੀ ਤਰਾਸਦੀ ਆ ਜੀ। ਤੇ ਤੁਸੀਂ ਜੇ ਪੰਜਾਬੀ ਨੂੰ ਬਚਾ ਕੇ ਰੱਖਿਆ, ਇਹ ਬੜੀ ਚੰਗੀ ਗੱਲ ਆ। ਤੇ ਸਾਨੂੰ ਸੱਚ ਗੱਲ ਆ ਵੀ ਸਾਨੂੰ ਇਹ ਸੁਨੇਹਾ ਤੁਹਾਡੇ ਤੋਂ ਜ਼ਰੂਰ ਮਿਲਿਆ ਵੀ ਜਿਹੜੇ ਕਿਤੇ ਪੰਜਾਬੀ ਦੇ ਸ਼ਬਦ ਜਿਹੜੇ ਅਸੀਂ ਐਵੇਂ ਜਾਣ ਕੇ ਨਾ ਵੀ ਚਲੋ ਸ਼ਾਇਦ ਅੰਗਰੇਜ਼ੀ ਜ਼ਿਆਦਾ ਬੋਲਿਆ ਵਿੱਚ ਵਧੀਆ ਗੱਲ ਬਣ ਜਾਣੀ ਆ, ਇਹ ਕੋਈ ਵਧੀਆ ਗੱਲ ਨਹੀਂ ਗੀ। ਸਾਨੂੰ ਆਪਣੀ ਧਰਾਤਲ ਤੇ ਪੈਰ ਰੱਖ ਕੇ ਤੁਰਨ ਦੀ ਲੋੜ ਆ, ਸਾਨੂੰ ਜੜ੍ਹਾਂ ਨਾਲ ਜੁੜਨ ਦੀ ਲੋੜ ਆ। ਠੀਕ ਹੈ ਜੀ, ਗੱਲ ਨੂੰ ਅੱਗੇ ਵੀ ਵਧਾਵਾਂਗੇ। ਤੇ ਸਰਦੂਰ ਮਾਰਵਾ ਜੀ ਵੀ ਸਾਡੀ ਟੀਮ ਦਾ ਹਿੱਸਾ ਨੇ ਔਰ ਬੜੇ ਲੰਮੇ ਸਮੇਂ ਤੋਂ ਸਿੱਖ ਚੈਨਲ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਸਰਦੂਰ ਜੀ, ਤੁਸੀਂ ਪਹਿਲੇ ਦਿਨ ਪੰਜਾਬੀ ਯੂਨੀਵਰਸਿਟੀ ਗਏ, ਉੱਥੇ ਸਰਬ ਭਾਰਤੀ ਕਾਨਫਰੰਸ ਹੋ ਰਹੀ ਸੀ। ਉਹਨਾਂ ਅਦੀਬਾਂ ਦਾ ਤੁਹਾਨੂੰ ਵਤੀਰਾ ਕਿਹੋ ਜਿਹਾ ਲੱਗਿਆ, ਜਾਂ ਤੁਸੀਂ ਘੁੰਮ ਫਿਰ ਕੇ ਦੇਖਿਆ, ਸ਼ਹਿਰਾਂ ਵਿੱਚ ਗਏ, ਬਾਜ਼ਾਰਾਂ ਵਿੱਚ ਗਏ, ਤੁਹਾਨੂੰ ਪੰਜਾਬੀ ਕਿੰਨੀ ਕੁ ਪੰਜਾਬ 'ਚ ਪੰਜਾਬੀ ਲੱਗਦੀ ਆ? ਸ਼ਿੰਦੇਪਾਲ ਜੀ, ਬਹੁਤ ਬਹੁਤ ਧੰਨਵਾਦ। ਮੈਂ ਪਹਿਲਾਂ ਤਾਂ ਡਾਕਟਰ ਸਾਹਿਬ ਸਿੰਘ ਉਹਨਾਂ ਦਾ ਨਾਟਕ ਅੱਜ ਮੈਂ ਪਹਿਲੀ ਵਾਰੀ ਦੇਖਿਆ। ਮੈਂ ਕਹਿੰਦਾ ਵਾਟ ਪਰਫਾਰਮੈਂਸ, ਇੰਜੀ ਅੰਗਰੇਜ਼ੀ 'ਚ ਕਹਿ ਦਿੰਦਾ ਮੈਂ। ਪਰ ਇਹੋ ਜਿਹੀ ਅਦਾਇਗੀ ਮੇਰਾ ਖਿਆਲ ਬਹੁਤ ਦੇਰ ਬਾਅਦ ਦੇਖੀ ਹੈ। ਬਹੁਤ ਬਹੁਤ ਧੰਨਵਾਦ। ਜਿਹੜਾ ਸਵਾਲ ਸ਼ਿੰਦਰ ਜੀ ਤੁਹਾਡਾ ਹੈਗਾ, ਇੱਕ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ ਵੀ ਪੰਜਾਬੀ ਦੀ, ਇੱਥੇ ਦੇ ਲੋਕਾਂ ਨਾਲ, ਪ੍ਰੋਫੈਸਰਾਂ ਨਾਲ, ਜਿਹਨਾਂ ਵੀ ਗੱਲ, ਉਹ ਇੱਦਾਂ ਦੇਖਦੇ ਆ ਵੀ ਇਹ ਬੰਦੇ ਠੀਕ ਆ। ਮੈਨੂੰ ਇਹ ਫੀਲਿੰਗ ਹੋਈ ਹੈ ਵੀ ਇਹ ਬੰਦੇ ਠੀਕ ਆ, ਵੀ ਜਿਹੜੀ ਗੱਲ ਕਰਦੇ ਆ ਤੇ ਜਾਨੀ ਉਹ ਲੱਗਦਾ ਇਸ ਤਰ੍ਹਾਂ ਸੀਗਾ ਵੀ ਜਾਂ ਵੀ ਮੈਂ ਕੁਛ ਗਲਤ ਕਹਿ ਦਿੱਤਾ ਜਾਂ ਕਿੱਦਾਂ। ਜਦੋਂ ਹੁਣ ਸਟੇਜ 'ਤੇ ਵੀ ਆਪਾਂ ਗੱਲ ਕਰਦੇ ਹਾਂ, ਜੋ ਸਾਰੀ ਉਮਰ ਨਿਕਲ ਗਈ ਸਟੇਜਾਂ 'ਤੇ ਬੋਲਦਿਆਂ ਦੀ, ਪਰ ਉਸ ਚੀਜ਼ ਨੂੰ ਮੇਰਾ ਖਿਆਲ ਵੀ ਉਹ ਡਰ ਜਿਹੜਾ ਨਾ ਅੰਦਰ ਪੈਦਾ ਹੋਇਆ ਹੈ ਇਹਨਾਂ ਦੇ ਵੀ ਹਾਂਜੀ ਪੰਜਾਬੀ ਜੇ ਬੋਲਾਂਗੇ ਵੀ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਖਰੇ ਅਨਪੜ੍ਹ ਹਾਂ, ਅੰਗਰੇਜ਼ੀ ਬੋਲਾਂਗੇ ਤੇ ਜਾਨੀ ਬਹੁਤ ਇੱਕ ਸਫਿਸਟੀਕੇਟਡ ਟਾਈਪ ਬੰਦੇ ਹੋਣੇ ਆ, ਇਹੋ ਜਿਹੇ ਆਪਣੇ ਆਪ ਨੂੰ ਸਮਝਦੇ ਹੋਵਾਂਗੇ। ਪਰ ਉਹ ਚੀਜ਼ ਜਿਹੜੀ ਹੈ ਨਾ, ਮੈਨੂੰ ਸਮਝਦਾ ਵੀ ਅੰਦਰ ਇਨਫੀਰੀਓਰਿਟੀ ਕੰਪਲੈਕਸ ਜਿਹੜਾ ਨਾ ਉਹ ਲੱਗਦਾ ਮੈਨੂੰ। ਤੇ ਉਹਦੇ ਨਾਲ ਅਸੀਂ ਕਿਉਂਕਿ ਆਪਾਂ ਇੱਕ ਚੁਣੌਤੀ ਦੇ ਰਹੇ ਹਾਂ, ਚੈਲੰਜ ਦੇ ਰਹੇ ਹਾਂ ਵੀ ਹਾਂ ਸਾਡੇ ਨਾਲ ਰਲੋ। ਜੇ ਅਸੀਂ ਪਿਛਲੇ 50 ਸਾਲਾਂ ਤੋਂ ਪੰਜਾਬੀ ਦੀ, ਮੈਂ ਜਿਹੜੀ ਗੱਲ ਕੀਤੀ ਸੀ, ਜਿਹੜੀ ਸਾਡੇ ਆਪਣੇ ਇੰਗਲੈਂਡ ਬਾਕੀ ਦੇ ਮੁਲਕਾਂ 'ਚ ਵੀ ਗਏ ਆ, ਜਿਹੜੀ ਗੁਰਦੁਆਰਿਆਂ ਦੀ ਭੂਮਿਕਾ ਨਾ
ਇਹ ਸਿਰਫ ਇਹੀ ਨਹੀਂ ਹੈ ਵੀ ਹਾਂ ਜੀ ਉੱਥੇ ਕੀਰਤਨ ਤੇ ਉੱਥੇ ਪੰਜਾਬੀ ਜਿਹੜੀ ਬੱਚਿਆਂ ਨੂੰ ਸਿਖਾਈ ਜਾਂਦੀ ਹੈ। ਮੈਨੂੰ ਫਿਰ ਉਹ ਯਾਦ ਆ ਜਾਂਦਾ, ਪਹਿਲਾਂ ਸਾਡੇ ਪਿੰਡ ਸਕੂਲ ਨਹੀਂ ਸੀ, ਅਸੀਂ ਵੀ ਗੁਰਦੁਆਰੇ ਹੀ ਪੜ੍ਹਦੇ ਸੀ। ਮੈਨੂੰ ਉਹ ਯਾਦ ਆ ਗਈ ਵੀ ਉਹ ਜਿਹੜੀ ਭੂਮਿਕਾ ਨਿਭਾ ਰਹੇ ਨੇ ਨਾ ਗੁਰਦੁਆਰੇ, ਮੇਰੇ ਖਿਆਲ ਉਹਦੀ ਜਿਹੜੀ ਮਿਸਾਲ ਹੈ ਉਹ ਬੇਮਿਸਾਲ ਹੈ। ਤੇ ਉਹਦੇ ਨਾਲ ਜਿਹੜੀ ਹੁਣ ਗੱਲ ਇੱਥੇ ਜਿਹੜੀ ਗੱਲ ਹੈਗੀ ਹੈ, ਜਿਹੜੀ ਬਲਦੇਵ ਹੁਣਾਂ ਨੇ ਗੱਲ ਕਹੀ ਹੈਗੀ ਆ, ਉਸ ਨੂੰ ਕਿਸ ਤਰ੍ਹਾਂ ਲੈ ਕੇ ਆਉਣਾ, ਜਿਹੜੀ ਸ਼ਬਦਾਵਲੀ ਡਾਕਟਰ ਸਾਹਿਬ ਸਿੰਘ ਹੁਣਾਂ ਨੇ ਆਪਣੇ ਨਾਟਕ ਦੇ ਵਿੱਚ ਵਰਤੀ ਹੈ, ਔਰ ਉਹ ਮੈਂ ਕਹਿੰਦਾ ਵੀ ਇੰਨੀ ਪ੍ਰਭਾਵਸ਼ਾਲੀ ਸੀ। ਤੇ ਉਹਦੇ ਨਾਲ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਯਾਰ ਇਹ ਪੰਜਾਬੀ ਹੈ, ਤੇ ਉਹਦੇ ਕੋਲੋਂ ਅਸੀਂ ਬੜੀ ਦੂਰ ਬੈਠੇ ਆ ਪੰਜਾਬ ਦੇ ਵਿੱਚ। ਤੇ ਮੈਨੂੰ ਇਹ ਲੱਗਦਾ ਵੀ ਇੰਗਲੈਂਡ ਵਾਲੇ ਜਾਂ ਅਮਰੀਕਾ ਵਾਲੇ ਜਿੱਥੇ ਇਸ ਭਾਸ਼ਾ ਨੂੰ ਦੂਜੇ ਨੰਬਰ ਦੇ ਉੱਤੇ ਅਸੀਂ ਲੈ ਕੇ ਆ ਰਹੇ ਹਾਂ, ਲੈਂਦੀ ਵੀ ਹੈਗੀ ਆ, ਉਹ ਮੇਰੇ ਖਿਆਲ ਇੱਥੇ ਦੇ ਲੋਕਾਂ ਨੂੰ ਸੁੱਤਿਆਂ ਪਿਆਂ ਨੂੰ ਜਗਾਉਣਾ ਹੀ ਪਏਗਾ। ਡਾਕਟਰ ਸਾਹਿਬ, ਤੁਹਾਡੀ ਜਾਣਕਾਰੀ ਵਾਸਤੇ ਪਿਛਲੇ ਸਾਲਾਂ 'ਚ ਯਤਨ ਹੋਏ ਆ ਕਿ BBC ਨੂੰ ਜਦੋਂ ਅਸੀਂ ਪਹੁੰਚ ਕੀਤੀ ਕਿ ਸਾਨੂੰ ਜਿਹੜੀਆਂ ਉੱਥੇ ਤੁਹਾਨੂੰ ਦੱਸ ਦਈਏ ਕਿ 3 ਭਾਸ਼ਾਵਾਂ ਜਿਹੜੀਆਂ ਘੱਟ ਗਿਣਤੀ ਦੀਆਂ ਭਾਸ਼ਾਵਾਂ, ਪਸ਼ਤੋ, ਬਰਮੀ, ਨੇਪਾਲੀ, ਇਹ ਭਾਸ਼ਾਵਾਂ ਉੱਥੇ ਸੀ। ਵੱਡੀਆਂ ਤਾਂ ਚਲੋ ਹੈ ਹੀ, ਉੱਥੇ ਪੰਜਾਬੀ ਹੈ ਨਹੀਂ ਸੀ। ਖੈਰ ਅਸੀਂ ਜਦੋਂ ਪਟੀਸ਼ਨ ਸ਼ੁਰੂ ਕੀਤੀ ਤਾਂ ਉਹ ਕਾਮਯਾਬੀ ਹੋਈ, ਤੇ BBC ਵਾਲਿਆਂ ਨੇ ਕਿਹਾ ਕਿ ਤੁਸੀਂ ਇੱਕ ਪਹਿਲੇ ਭਾਈਚਾਰਾ ਹੋ ਜਿਨ੍ਹਾਂ ਨੇ ਆਪਣੀ ਭਾਸ਼ਾ ਵਾਸਤੇ ਸਾਨੂੰ ਅਪਰੋਚ ਕੀਤਾ ਹੈਗਾ। ਤੁਹਾਨੂੰ ਇਹੋ ਜਿਹੀ ਮਾਨਸਿਕਤਾ ਤੋਂ ਜਾਂ ਪੰਜਾਬ ਦੀ ਮਾਨਸਿਕਤਾ ਤੋਂ ਕੀ ਲੱਗਦਾ ਹੈ ਕਿ ਪੰਜਾਬੀ ਦਾ ਭਵਿੱਖ ਪੰਜਾਬ ਦੇ ਵਿੱਚ ਕੀ ਹੈਗਾ, ਜਾਂ ਕੀ ਹੋਣਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ? ਅਸਲ ਮੈਂ ਨਾ ਇੱਕ ਮਸਲੇ ਦੀ ਹੋਰ ਗੰਭੀਰ ਤੰਦ ਛੇੜਨਾ ਚਾਹਨਾ, ਮਤਲਬ ਜਿਹੜੀ ਤੁਸੀਂ ਫਿਕਰ ਜ਼ਾਹਰ ਕਰ ਰਹੇ ਹੋ ਕਿ ਅਸੀਂ ਇੱਕ ਬਹੁਤ ਹੀ ਗਲਤ ਕਿਸਮ ਦੇ ਰਾਜਨੀਤਿਕ ਪ੍ਰਬੰਧ ਵਿੱਚ ਜੀ ਰਹੇ ਹਾਂ। ਅਸੀਂ ਪੰਜਾਬੀ ਖਾਸ ਤੌਰ ਤੇ ਉੱਦਾਂ ਖਾਸ ਤੌਰ ਤੇ ਪੂਰਾ ਹਿੰਦੁਸਤਾਨ ਹੀ ਬਹੁਤ ਹੀ ਗਲਤ ਕਿਸਮ ਦਾ ਰਾਜਨੀਤਿਕ ਪ੍ਰਬੰਧ ਹੈ ਸਾਡਾ, ਜਿਹੜਾ ਕਿ ਹੁਣ ਨਹੀਂ ਸ਼ੁਰੂ ਹੋਇਆ, ਕਦੋਂ ਤੋਂ ਚੱਲ ਰਿਹਾ। ਉਹ ਰਾਜਨੀਤਿਕ ਪ੍ਰਬੰਧ ਇੱਦਾਂ ਦਾ, ਉਹ ਤੁਹਾਡੀ ਨਾ ਕੰਡੀਸ਼ਨਿੰਗ ਕਰਦਾ ਹੈ। ਜਿਵੇਂ ਜਿਸ ਤਰ੍ਹਾਂ ਦਾ ਮੈਂ ਨਾਟਕ ਅੱਜ ਪੇਸ਼ ਕੀਤਾ, ਵੀ ਉਸ ਨਾਟਕ ਦੇ ਕੰਟੈਕਸਟ ਵਿੱਚ ਜੇ ਮੈਂ ਗੱਲ ਕਰਾਂ ਕਿ ਜਿਹੜਾ ਛੋਟਾ ਜੱਟ ਹੈ, ਜਿਹੜਾ ਛੋਟੀ ਜ਼ਮੀਨ ਵਾਲਾ ਤੇ ਜਿਹੜਾ ਦਲਿਤ ਹੈ, ਉਹਨਾਂ ਦੀ ਤਾਂ ਆਪਸ ਵਿੱਚ ਕੋਈ ਲੜਾਈ ਹੋਣੀ ਨਹੀਂ ਚਾਹੀਦੀ ਹੈ ਨਾ। ਦੋਨਾਂ ਦੀ ਆਰਥਿਕ ਹਾਲਤ ਉਦਾਂ ਦੀ ਹੈ, ਮੁਸ਼ਕਲਾਂ ਉਦਾਂ ਦੀਆਂ, ਬਟ ਸੱਤਾ ਨੇ, ਸਿਸਟਮ ਨੇ ਐਸੀ ਕੰਡੀਸ਼ਨਿੰਗ ਕੀਤੀ ਹੋਈ ਹੈ ਕਿ ਭਾਵੇਂ ਜਿਹੜਾ ਦਲਿਤ ਹੈ ਉਸ ਤੋਂ ਵੱਧ ਵੀ ਕਮਾਉਂਦਾ ਹੋਵੇ, ਭਾਵੇਂ ਉਹ ਵੱਧ ਵੀ ਰੁਜ਼ਗਾਰ ਉਹਦੇ ਤੋਂ ਹੋਵੇ, ਫਿਰ ਵੀ ਉਹਦੀ ਧੌਣ 'ਚ ਕਿੱਲਾ ਅੜਿਆ ਕਿ ਐਵੇਂ ਉਹ ਰੋਬ ਮਾਰੂਗਾ। ਇਹ ਆਪਾਂ ਉਹਨੂੰ ਨਹੀਂ ਕਸੂਰਵਾਰ ਠਹਿਰਾ ਸਕਦੇ ਇਕੱਲੇ ਨੂੰ, ਇਹ ਸਿਸਟਮ ਨੇ ਕੰਡੀਸ਼ਨਿੰਗ ਕਰ ਦਿੱਤੀ ਤੁਹਾਡਾ ਕਿ ਇਦਾਂ ਦੇ ਡਿਫਰੈਂਸਿਸ ਬਣ ਰਹੇ ਨੇ। ਭਾਸ਼ਾ ਦੇ ਨਾਲ ਹੋਇਆ ਕਿ ਸਾਡੇ ਰਾਜਨੀਤਿਕ ਪ੍ਰਬੰਧ ਨੇ ਜਿਹੜੀ ਸਾਡੀ ਆਪਣੀ ਭਾਸ਼ਾ ਹੈ, ਪੰਜਾਬੀ ਭਾਸ਼ਾ, ਪਹਿਲੀ ਗੱਲ ਤਾਂ ਉਹਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਨ ਦਿੱਤਾ, ਕਿਉਂਕਿ ਭਾਸ਼ਾ ਜਦੋਂ ਰੁਜ਼ਗਾਰ ਦੀ ਭਾਸ਼ਾ ਬਣੂਗੀ ਫਿਰ ਉਹਦੀ ਇੱਜ਼ਤ ਪੈਦਾ ਹੁੰਦੀ ਹੈ। ਫਿਰ ਹਰ ਮਾਂ-ਬਾਪ ਬੱਚੇ ਨੂੰ ਕਹਿੰਦਾ ਪੰਜਾਬੀ ਸਿੱਖ ਯਾਰ, ਤੂੰ ਪੰਜਾਬੀ ਸਿੱਖ ਕੇ ਕਾਨੂੰਗੋ, ਪਟਵਾਰੀ, ਤੂੰ ਤਹਿਸੀਲਦਾਰ, ਤੂੰ SDM, ਤੂੰ ਡਾਕਟਰ, ਤੂੰ ਇੰਜੀਨੀਅਰ ਬਣ ਸਕਦਾ। ਹੁਣ ਹਰ ਮਾਪੇ ਦੇ ਦਿਮਾਗ ਦੇ ਵਿੱਚ ਇਹ ਗੱਲ ਹੈ ਵੀ ਯਾਰ ਤੂੰ ਜੇ ਅੰਗਰੇਜ਼ੀ ਪੜ੍ਹੇਗਾ ਤੈਨੂੰ ਨੌਕਰੀ ਮਿਲਣੀ ਹੈ ਮਾੜੀ ਮੋਟੀ, ਹਿੰਦੀ ਪੜ੍ਹੇਗਾ ਤਾਂ ਤੈਨੂੰ ਮਾੜਾ ਮੋਟਾ, ਪੰਜਾਬੀ ਵਾਲੇ ਨੂੰ ਤਾਂ ਪੁੱਛਣਾ ਕਿਸੇ ਨੇ ਨਹੀਂ। ਇਸ ਕਰਕੇ ਇੱਕ ਤਾਂ ਉਹ ਮਸਲਾ ਅੜਿਆ ਹੋਇਆ, ਇੱਕ ਇਹ ਹੈਗਾ ਕਿ ਜਿਹੜੀ ਤੁਹਾਡੀ ਭਾਸ਼ਾ ਹੈਗੀ ਸੰਚਾਰ ਦੀ ਭਾਸ਼ਾ, ਜੇ ਤੁਹਾਡੀ ਆਪਣੀ ਸੌਖੀ ਭਾਸ਼ਾ 'ਚ ਸੰਚਾਰ ਹੋਵੇ ਪੰਜਾਬੀ, ਕਿਉਂਕਿ ਸਾਨੂੰ ਮਾਂ ਦੇ ਦੁੱਧ ਤੋਂ ਹੀ ਮਿਲ ਜਾਂਦੀ ਹੈ, ਅਸੀਂ ਸੌਖੀ ਤਰ੍ਹਾਂ ਆਪਣੀਆਂ ਭਾਵਨਾਵਾਂ ਵਿਅਕਤ ਕਰ ਸਕਦੇ ਹਾਂ। ਜੇ ਉਹ ਹੋ ਜਵੇ ਤਾਂ ਫਿਰ ਕੀ ਹੋਊਗਾ ਕਿ ਮਨੁੱਖ ਦੀ ਮਨੁੱਖ ਨਾਲ ਸਾਂਝ ਸੌਖੀ ਹੋ ਜਾਏਗੀ, ਜਿਹੜੀ ਕਿ ਸੱਤਾ ਨਹੀਂ ਚਾਹੁੰਦਾ। ਹੁਣ ਤਾਂ ਅਸੀਂ ਵਕੀਲ ਕੋਲ ਜਾਂਦੇ ਹਾਂ, ਵਕੀਲ ਇਹੋ ਜੀ ਪਸ਼ਤੋ ਬੋਲਦਾ, ਉੱਤੇ ਇਹੋ ਜੀ ਉਹ ਲੈਂਗੁਏਜ ਬੋਲਦਾ ਕਿ ਤੁਹਾਨੂੰ ਸਮਝ ਨਹੀਂ ਆਉਂਦਾ, ਤੁਹਾਡਾ ਹੀ ਕੇਸ ਹੁੰਦਾ ਪਰ ਤੁਹਾਨੂੰ ਇਹ ਨਹੀਂ ਸਮਝ ਆਉਂਦਾ ਵੀ ਧਾਰਾ ਕਿਹੜੀ ਲੱਗੀ ਹੈ। ਤੁਸੀਂ ਡਾਕਟਰ ਕੋਲ ਜਾਂਦੇ ਹੋ, ਐਸੀ ਭਾਸ਼ਾ ਤੁਹਾਡੇ ਨਾਲ ਬੋਲਦਾ, ਤੁਸੀਂ ਸਮਝਦੇ ਪਤਾ ਨਹੀਂ ਕਿੱਡੀ ਗੰਭੀਰ ਬਿਮਾਰੀ ਲੱਗ ਗਈ ਤੁਹਾਡੇ। ਜਾਣੀ ਕਿ ਤੁਹਾਨੂੰ ਜਿਹੜੀਆਂ ਚੀਜ਼ਾਂ ਆਸਾਨੀ ਨਾਲ ਸਮਝ ਆ ਜਾਣੀ ਚਾਹੀਦੀਆਂ ਉਹ ਤੁਹਾਨੂੰ ਆਣ ਨਹੀਂ ਦਿੱਤੀਆਂ। ਸੇਮ ਜਿਹੜੀ ਕੰਦੋਲਾ ਸਾਹਿਬ ਗੱਲ ਕਰ ਰਿਹਾ ਵੀ ਇੱਕ ਰੋਂਗ ਪਰਸੈਪਸ਼ਨ ਪਾਤੀ ਵੀ ਯਾਰ ਜੇ ਅੰਗਰੇਜ਼ੀ ਨਾ ਸਿੱਖੀ ਤੇ ਬਣਨਾ ਕੁਛ ਨਹੀਂ। ਤੁਸੀਂ ਇਹ ਦੇਖੋ ਸ਼ਿੰਦਰਪਾਲ ਜੀ, ਸਾਡੇ ਜਿਹੜੇ ਨੇਤਾ ਨੇ ਜਦੋਂ 25 ਸਾਲੀ ਵੋਟਾਂ ਮੰਗਣ ਆਉਂਦੇ ਆ, ਉਹ ਨਾ ਵਿਹੜਿਆਂ 'ਚ ਵੀ ਜਾਂਦੇ ਆ, ਨਿੱਕੇ ਘਰਾਂ 'ਚ ਵੀ ਜਾਂਦੇ, ਲੋਕਾਂ ਦੇ ਖੇਤਾਂ 'ਚ ਵੀ ਪਹੁੰਚ ਜਾਂਦੇ ਵੋਟ ਮੰਗਣ ਨੂੰ। ਕਿਹੜੀ ਭਾਸ਼ਾ ਬੋਲਦੇ? ਉੱਥੇ ਪੰਜਾਬੀ ਬੋਲਦੇ ਆ, ਉੱਥੇ ਸਾਡੀ ਮਾਂ ਭਾਸ਼ਾ ਬੋਲਦੇ। ਪਤਾ ਵੀ ਇਸ ਵੇਲੇ ਸਾਡੀ ਗੱਲ ਇਹਨਾਂ ਨੂੰ ਸਮਝ ਆਣੀ ਬਹੁਤ ਜ਼ਰੂਰੀ ਹੈ, ਉਹਨੂੰ ਸਮਝਾਉਂਦੇ। ਜਿਵੇਂ ਟਪੂਸੀ ਮਾਰ ਕੇ ਪਾਰਲੀਮੈਂਟ 'ਚ ਪਹੁੰਚਦੇ ਆ, ਅੰਗਰੇਜ਼ੀ ਬੋਲਣ ਪੈਂਦੇ। ਇਹਦਾ ਮਤਲਬ ਹੈ ਕਿ ਜਿਹੜੇ ਡਿਸੀਜਨ ਮੇਕਰ ਤਾਂ ਉਹ ਨੇ ਨਾ, ਕਾਨੂੰਨ ਤਾਂ ਉਹਨਾਂ ਨੇ ਬਣਾਉਣੇ ਆ, ਉਹ ਜਾਣੀ ਕਿ ਇਮਾਨਦਾਰ ਨਹੀਂ ਹੈ। ਉਹ ਲੋਕਾਂ ਨੂੰ ਇਦਾਂ ਦੇ ਭੰਬਲ ਭੂਸਿਆਂ ਦੇ ਵਿੱਚ ਪਾਈ ਰੱਖਣਾ ਚਾਹੁੰਦੇ ਆ ਕਿ ਲੋਕੀ ਇੱਥੇ ਵੀ ਉਲਝੇ ਰਹਿਣ, ਉੱਥੇ ਵੀ ਉਲਝੇ ਰਹਿਣ ਤੇ ਡਿਪੈਂਡੈਂਟ ਰਹਿਣ, ਗੁਲਾਮ ਜਿਹੇ ਰਹਿਣ। ਠੀਕ, ਇਹ ਤਾਂ ਹੋ ਗਈ ਗੱਲ ਸਰਕਾਰੀ ਤੰਤਰ ਦੀ ਗੱਲ ਹੋ ਗਈ। ਹੁਣ ਅਸੀਂ ਕਰਦੇ ਹਾਂ ਜਨ ਸਮੂਹ ਦੀ ਗੱਲ ਕਰਦੇ ਹਾਂ, ਲੋਕ ਚੇਤਨਾ ਦੀ ਗੱਲ ਕਰਦੇ ਹਾਂ। ਆਪਾਂ ਬਾਜ਼ਾਰ ਵਿੱਚੋਂ ਲੰਘਦੇ ਹਾਂ, ਚਾਹੇ ਤੁਹਾਡਾ ਕਲਾਨੌਰ ਹੈ, ਚਾਹੇ ਗੁਰਦਾਸਪੁਰ ਹੈ, ਜਾਂ ਇੱਥੇ ਰਣੀਆਂ, ਹੋਰ ਡਡਵਾਂ, ਧਾਰੀਵਾਲ ਪਿੰਡ ਹੈਗੇ ਆ, ਉਹਦੇ ਵਿੱਚ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਿਹੜੇ ਦੁਕਾਨਾਂ ਦੇ ਫੱਟੇ ਲੱਗੇ ਹੁੰਦੇ ਆ, ਉਹ ਅੰਗਰੇਜ਼ੀ ਲਿਖੀ ਹੁੰਦੀ ਆ। ਮੇਰੇ ਖਿਆਲ ਦੁਕਾਨਦਾਰ ਨੂੰ ਵੀ ਪਤਾ ਨਹੀਂ ਹੁੰਦਾ ਕਿ ਕੀ ਲਿਖਿਆ ਹੈਗਾ। ਤੁਸੀਂ ਕਦੇ ਸਾਡੇ ਜਿਹੜੇ ਇੱਥੇ ਦੇ ਲੋਕ ਨੇ ਜਾਂ ਪਿੰਡਾਂ ਦੇ ਜਾਂ ਸੁਭਾਵਾਂ ਨੇ
ਕੀ ਉਹ ਉਹਨਾਂ ਨੂੰ ਮੰਗ ਕਰਦੇ ਨੇ ਕਿ ਇੱਥੇ ਪੰਜਾਬੀ ਲਿਖੀ ਜਾਵੇ? ਇਹ ਜਿਹੜੀ ਮਾਨਸਿਕਤਾ ਆ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਇੱਥੋਂ ਦੀ ਮਾਨਸਿਕਤਾ ਇਹ ਹੈ ਵੀ ਜੇ ਕੋਈ ਦੋ ਅੱਖਰ ਅੰਗਰੇਜ਼ੀ ਦੇ ਬੋਲ ਲੈਂਦਾ ਹੈ ਨਾ ਤੇ ਉਹ ਸਮਝਦਾ ਕਿ ਮੈਂ ਦੂਜਿਆਂ ਨਾਲ ਕੋਈ ਵੱਖਰਾ ਹੋ ਗਿਆ ਵਾਂ। ਉਸ ਤਰ੍ਹਾਂ ਇਸੇ ਵਖਰੇਵੇਂ ਕਰਕੇ ਨਾ ਆਪਾਂ ਉਹਨੂੰ ਵੱਖਰਾ ਰੱਖਣ ਵਾਸਤੇ ਹੀ ਵੀ ਅਸੀਂ ਮੈਂ ਕਿ ਪਤਾ ਨਹੀਂ ਕਿੰਨਾ ਕੁ ਸਿਆਣਾ ਹੋ ਗਿਆ ਤੇ ਕਿੰਨਾ ਕੁ ਵੱਡਾ, ਇਸੇ ਵਖਰੇਵੇਂ ਨਾਲ ਹੀ ਅਸੀਂ ਬੱਚਿਆਂ ਨੂੰ ਵੀ ਆਪਣੇ ਸਰਕਾਰੀ ਸਕੂਲਾਂ 'ਚ ਕੱਢ ਕੇ ਤੇ ਪ੍ਰਾਈਵੇਟ ਸਕੂਲਾਂ 'ਚ ਪਾ ਲਿਆ। ਉਹਨਾਂ ਸਕੂਲਾਂ 'ਚ ਪਾ ਲਿਆ ਵੀ ਜਿੱਥੇ ਪੰਜਾਬੀ ਬੋਲਣੀ ਵੀ ਜਿਹੜੀ ਆ ਉਹ ਗੁਨਾਹ ਸਮਝੀ ਜਾਂਦੀ ਆ, ਉਹਨਾਂ ਸਕੂਲਾਂ 'ਚ ਪਾ ਲਿਆ ਸੀ। ਤੇ ਹੌਲੀ ਹੌਲੀ ਉਸ ਪਾਸੇ ਨੂੰ ਵਧਦੇ ਉੱਥੇ ਗਵਾਚ ਚੱਲੇ ਅਸੀਂ। ਉਹ ਭਾਜੀ ਗੁਰਭਜਨ ਗਿੱਲ ਵਾਲਾ ਉਹ ਸ਼ੇਰ ਯਾਦ ਆਉਂਦਾ ਵੀ ਆਪਣੇ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਤੇ ਆ ਜਿਹੜੇ ਤੁਸੀਂ ਹੁਣ ਕਰ ਰਹੇ ਹੋ, ਤੁਸੀਂ ਕਰ ਗਰਦਨ ਨੂੰ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਉਹ ਤੇ ਸਰ ਜਾਂਦਾ। ਹੁਣ ਤੁਸੀਂ ਇਹਨੂੰ ਬਚਾਉਣ ਦੀ ਖਾਤਰ ਤੁਸੀਂ ਤੇ ਕਿੱਥੋਂ ਚੱਲ ਕੇ ਇੱਥੇ ਆਏ ਹੋ ਤੇ ਪੰਜਾਬੀ ਦਾ ਸੁਨੇਹਾ ਦੇਣ ਆਏ ਹੋ ਵੀ ਪੰਜਾਬੀਓ ਅਸੀਂ ਤੇ ਬਾਹਰ ਜਾ ਕੇ ਪੰਜਾਬੀ ਜਿਉਂਦੀ ਰੱਖੀ ਆ, ਤੁਸੀਂ ਇੱਥੇ ਗਵਾਈ ਹੈ। ਜੋ ਤੁਸੀਂ ਥਾਂ ਥਾਂ ਬੈਨਰ ਲੱਗੇ ਵੇਖਦੇ ਹੋ, ਬੋਰਡ ਲੱਗੇ ਵੇਖਦੇ ਹੋ ਤੇ ਮਨ ਖਟਾ ਹੁੰਦਾ ਨਾ ਵੀ ਯਾਰ ਅਸੀਂ ਉੱਥੇ ਪੰਜਾਬੀ ਨੂੰ ਜੀਵਤ ਰੱਖਿਆ ਸਾਰਾ ਕੁਝ, ਇੱਥੇ ਪੰਜਾਬੀਆਂ ਨੇ ਸਾਰਾ ਕੁਝ ਅੰਗਰੇਜ਼ੀ ਲੈ ਕੇ ਰੱਖਿਆ। ਤੇ ਅਸੀਂ ਕਿਹੜੀ ਪੰਜਾਬੀ ਦੀ ਗੱਲ ਕਰ ਰਹੇ ਹਾਂ, ਕਿਹੜੇ ਦੇਸ਼ ਚੋਂ ਗਏ ਆ, ਕਿਹੜੇ ਪ੍ਰਦੇਸ਼ ਦੀ ਗੱਲ ਕਰ ਰਹੇ ਹਾਂ ਅਸੀਂ? ਇਹ ਦੁਖਾਂਤ ਹੈ ਸਾਡਾ। ਵੈਸੇ ਜਿਹੜੇ ਸਿਆਣਾ ਵਰਗ ਜਿਹੜਾ ਉਹ ਹੁਣ ਮੁੜਨਾ ਸ਼ੁਰੂ ਹੋ ਗਿਆ। ਹੁਣ ਪਿੱਛੇ ਜੇ ਭਾਸ਼ਾ ਵਿਭਾਗ ਨੇ ਵੀ ਇਹ ਥੋੜਾ ਯਤਨ ਕੀਤਾ ਅਤਕਾ ਵੀ ਇਹ ਜਿਹੜੇ ਬੋਰਡ ਜਿਹੜੇ ਨੇ, ਇਹ ਜਿਹੜੇ ਜਿੱਥੇ ਵੀ ਕਿਤੇ ਸਰਕਾਰੀ ਬੋਰਡ ਵੀ ਲੱਗੇ ਆ ਨਾ, ਉਹਨਾਂ ਨੂੰ ਪਹਿਲਾਂ ਜਿਹੜਾ ਵਾ ਉਹ ਪਹਿਲਾਂ ਉੱਪਰ ਪੰਜਾਬੀ 'ਚ ਲਿਖਿਆ ਜਾਵੇ, ਫਿਰ ਹਿੰਦੀ ਥੱਲੇ ਜਾ ਕੇ ਤੀਜੇ ਨੰਬਰ ਤੇ ਅੰਗਰੇਜ਼ੀ 'ਚ ਲਿਖਿਆ ਜਾਵੇ। ਇਹ ਯਤਨ ਕਰ ਰਹੇ ਹਾਂ। ਮੈਂ ਉਸ ਕਮੇਟੀ ਦਾ ਮੈਂਬਰ ਵੀ ਹਾਂ ਤੇ ਅਸੀਂ ਯਤਨ ਕਰ ਰਹੇ ਹਾਂ ਜਿੱਥੇ ਸਾਨੂੰ ਲੱਭਦਾ ਉਹ ਭਾਸ਼ਾ ਵਿਭਾਗ ਤੱਕ ਅਸੀਂ ਪੁੱਛਦਾ ਕਰ ਰਹੇ ਹਾਂ, ਉੱਥੇ ਪੋਚਾ ਫੇਰ ਕੇ ਉਹਨੂੰ ਸਾਫ਼ ਕਰਕੇ ਦੁਬਾਰਾ ਲਿਖਾ ਰਹੇ ਹਾਂ, ਯਤਨ ਕਰ ਰਹੇ ਹਾਂ ਇਸ ਪਾਸੇ ਵਾਸਤੇ। ਤੁਸੀਂ ਤੁਹਾਡੇ ਮੈਂ ਨਾ ਇਸ ਤੋਂ ਪਹਿਲਾਂ ਕਿ ਤੁਸੀਂ ਅੱਗੇ ਵਧੋ, ਮੈਂ ਇਹਦੇ 'ਚ ਇੱਕ ਚੀਜ਼ ਜੋੜਨਾ ਚਾਹਨਾ। ਹਾਂਜੀ ਹਾਂਜੀ। ਕਿੱਡੀ ਸਿਤਮ ਜ਼ਰੀਫੀ ਹੈ ਵੀ ਜਿਹੜੀ ਪੰਜਾਬੀ ਲਿਖੀ ਵੀ ਹੋਈ ਹੈ ਨਾ ਮੀਲ ਪੱਥਰਾਂ ਤੇ, ਐਡੀ ਗਲਤ ਪੰਜਾਬੀ। ਮਤਲਬ ਤੁਹਾਨੂੰ ਪੰਜਾਬ ਦੇ ਵਿੱਚ ਪੰਜਾਬੀ ਲਿਖਣ ਵਾਲਾ ਬੰਦਾ ਨਹੀਂ ਲੱਭਦਾ ਤੁਹਾਨੂੰ? ਤੁਸੀਂ ਕਿੱਥੋਂ ਬੰਦੇ ਫੜ ਕੇ ਲੈਂਦੇ ਹੋਏ ਆ? ਔਂਕੜ, ਦਲੈਂਕੜ, ਸਿਆਰੀ, ਬਿਹਾਰੀ, ਲਾਮ, ਦੁਲਾਮ, ਸਾਰਾ ਕੁਝ ਗਲਤ। ਉਹ ਅਸੀਂ ਨਾਮ ਸਾਨੂੰ ਤਾਂ ਪਤਾ ਹੁੰਦਾ ਵੀ ਯਾਰ ਇਹ ਪਿੰਡ ਦਾ ਨਾਮ ਆ ਹੈ, ਉਹ ਜਦੋਂ ਪੜ੍ਹੀ ਤਾਂ ਸ਼ਰਮ ਜੀ ਆਉਂਦੀ ਵੀ ਯਾਰ ਇਹ ਤਾਂ ਪਿੰਡ ਦਾ ਨਾਮ ਦਾ ਬੰਦਾ, ਮਤਲਬ ਉਹਦੇ ਅਰਥ ਹੀ ਬਦਲ ਦਿੱਤੇ। ਇਹ ਮੈਂ ਜੋੜਨਾ ਚਾਹੁੰਦਾ ਸੀ ਜਿੱਥੇ ਹੈਗੀ ਵੀ ਆ ਉਹ ਵੀ ਗਲਤ ਦੇ ਰਹੇ ਨੇ। ਬਹੁਤ ਵਧੀਆ, ਕਿੱਡੀ ਬਹੁਤ ਸ਼ਰਮ ਦੀ ਵਧੀਆ। ਗੱਲ। ਬਲਦੇਵ ਜੀ ਤੁਸੀਂ ਇਹਦੇ ਵਿੱਚ ਕੁਝ ਹੋਰ ਕੀ ਸ਼ਾਮਲ ਕਰਨਾ ਚਾਹੁੰਦੇ ਇਸ ਤੋਂ ਪਹਿਲਾਂ ਕਿ ਅਸੀਂ ਕਿਉਂਕਿ ਅਸੀਂ ਵਿਚਾਰਾ ਜ਼ਿਆਦਾ ਕਰਦੇ ਹਾਂ, ਇਹ ਨਹੀਂ ਸੋਚਦੇ ਹੈ ਕਿ ਇਹਦਾ ਹੱਲ ਕੀ ਹੋਵੇ। ਅਸੀਂ ਹੱਲ ਵੱਲ ਜਾਣ ਤੋਂ ਪਹਿਲਾਂ ਤੁਸੀਂ ਹੋਰ ਇਹਦੇ ਵਿੱਚ ਕੀ ਸ਼ਾਮਲ ਕਰਨਾ ਚਾਹੁੰਦੇ ਜੋ ਗੱਲਬਾਤ ਚੱਲ ਰਹੀ ਆ? ਤੁਸੀਂ ਕੀਤੀ ਹੈਗੀ ਆ ਕਿ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਉਦਾਹਰਨ ਦਿੱਤੀ ਆ। ਸਰਦੂਲ ਜੀ ਨੇ ਉਹ ਜਿਹੜੀ ਹੀਣ ਭਾਵਨਾ ਉਹਦੀ ਗੱਲ ਕੀਤੀ ਆ, ਤੇ ਸਾਧ ਜੀ ਨੇ ਕਿਹਾ ਕਿ ਇਹਨਾਂ ਲੋਕਾਂ ਦੀ ਮੁਰੰਮਤ ਹੋ ਚੁੱਕੀ ਆ, ਹੈਨਾ। ਤੇ ਉਹ ਇੰਨੀ ਮੁਰੰਮਤ ਹੋ ਚੁੱਕੀ ਆ ਕਿ ਜੇ ਇੱਕ ਉਦਾਹਰਨ ਨਹੀਂ ਦਿੱਤੀ ਜਾਂਦੀ ਕਿ ਜੇ ਘੋੜੇ ਨੂੰ ਰੋਜ਼ ਹੀ ਖੋਤਾ ਕਹੀ ਜਾਓ ਤੇ ਉਹ ਆਪਣੇ ਆਪ ਨੂੰ ਇਵੈਂਚੁਅਲੀ ਕਿ ਸਮਝਣ ਲੱਗੇ ਹੀ ਪੈਂਦਾ ਆ। ਉਹ ਹਾਲਤ ਹੋ ਗਈ ਆ ਜਿਹੜੀ ਕਿ ਜਦ ਮੈਂ ਹੁਣੇ ਮੈਂਸ਼ਨ ਕੀਤਾ ਸੀਗਾ ਵੀ ਤੁਹਾਨੂੰ ਨਾ ਉਹ ਜਿਹੜਾ ਸਾਹਿਤ ਆ ਵਿਗਿਆਨ ਦਾ ਉਹ ਪੰਜਾਬੀ 'ਚ ਕਰਨਾ ਪਊਗਾ। ਉਹਨੂੰ ਇਦਾਂ ਲੱਗਾ ਕਿ ਜੇ ਮੈਂ ਇਹ ਇੱਥੇ ਹੱਥ ਲਾਤਾ ਨਾ ਮੇਰੀ ਤਾਂ ਉਂਗਲੀ ਜਲ ਜਾਣੀ ਆ, ਹੈਨਾ। ਉਹ ਤਿਆਰ ਵੀ ਨਹੀਂ ਸੀਗੇ ਕੋਸ਼ਿਸ਼ ਕਰਨ ਦੇ ਕਿ ਜੀ ਇਹ ਕੰਮ ਕਦੇ ਹੋ ਹੀ ਨਹੀਂ ਸਕਦਾ। ਉਹ ਜਿਹੜੀ ਧਾਰਨਾ ਬਣੀ ਹੋਈ ਆ, ਉਹ ਜਿਹੜੀ ਮੁਰੰਮਤ ਹੋ ਚੁੱਕੀ ਆ, ਉਹ ਜਿਹੜਾ ਹੀਣ ਭਾਵਨਾ ਆ ਉਹ ਇੰਨੀ ਹਾਵੀ ਆ ਕਿ ਉਹ ਇਹਨਾਂ ਨੂੰ ਕੁਝ ਵੀ ਕਰਨ ਨਹੀਂ ਦਿੰਦੀ। ਔਰ ਦੂਸਰੀ ਜਿਹੜੀ ਆ, ਜਦੋਂ ਵੀ ਕੋਈ ਗੱਲ ਹੁੰਦੀ ਆ ਉਹ ਕਹਿੰਦੇ ਜੀ ਹਿੰਦੀ ਤਾਂ ਬਹੁਤ ਅੱਗੇ ਵੱਧ ਚੁੱਕੀ ਆ, ਹਿੰਦੀ ਤਾਂ ਸਾਡੇ ਤੇ। ਯਾਰ ਆਪਾਂ ਦਿੱਲੀ ਤੋਂ ਇੱਥੇ ਚੰਡੀਗੜ੍ਹ ਤਾਈਂ ਜਾਂ ਪੰਜਾਬ ਤਾਈਂ ਆਉਂਦੇ ਆ, ਮੈਨੂੰ ਤਾਂ ਉਹ ਹਿੰਦੀ ਦਾ ਕੁਝ ਵੀ ਉੱਥੇ ਨਹੀਂ ਦਿਸਿਆ, ਨਾ ਉਹ ਡਿਵੈਲਪ ਹੋਈ ਉਹ ਮੈਨੂੰ ਦਿਸੀ ਆ। ਜੇ ਸੈਂਟਰ ਦੀ ਸਰਕਾਰ ਜਾਂ ਮੋਦੀ ਹੋਣੀ ਜਾਂ ਸ਼ਾਹ ਜੀ ਕਹਿ ਰਹੇ ਜੀ ਹਿੰਦੀ, ਇਹ ਕਹਿਣ ਨਾਲ ਥੋੜ੍ਹਾ ਬਣ ਜਾਂਦੀ ਆ। ਬੇਸਿਕਲੀ ਮੁੱਖ ਤੌਰ ਤੇ ਜੋ ਹਾਲ ਪੰਜਾਬੀ ਭਾਸ਼ਾ ਦਾ, ਉਹੀ ਗੁਜਰਾਤੀ ਦਾ, ਉਹੀ ਬੰਗਾਲੀ ਦਾ, ਉਹੀ ਤਾਮਿਲ ਦਾ ਤੇ ਉਹੀ ਹਿੰਦੀ ਦਾ। ਹਿੰਦੀ ਨੂੰ ਕੋਈ ਖੰਭ ਨਹੀਂ ਲੱਗਿਆ। ਸਾਹਿਬ ਸਿੰਘ ਜੀ, ਹੁਣੇ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਉੱਥੇ ਕੁਝ ਅਦੀਬਾਂ ਨਾਲ ਗੱਲ ਹੋਈ। ਮੈਂ ਉੱਥੇ ਜਦੋਂ ਅਸੀਂ ਬਾਰਡਰ ਲੰਘ ਕੇ ਗਏ ਦੂਜੇ ਪਾਸੇ, ਉੱਥੇ ਮੈਂ ਦੇਖਿਆ ਇਮੀਗ੍ਰੇਸ਼ਨ ਨੂੰ ਉਹਨੇ ਉਰਦੂ ਵਿੱਚ ਵੀ ਇਮੀਗ੍ਰੇਸ਼ਨ ਹੀ ਲਿਖਿਆ ਸੀ। ਹਲੇ ਪੰਜਾਬੀ ਵਿੱਚ ਸਾਡੇ ਪ੍ਰਵਾਸ ਸ਼ਬਦ ਆਪਾਂ ਵਰਤ ਲੈਂਦੇ ਆ, ਹਿੰਦੀ ਵਾਲੇ ਅਪਰਵਾਸ ਵਰਤਦੇ ਆ। ਤੁਸੀਂ ਪੰਜਾਬੀ ਭਾਸ਼ਾ ਦੀ ਸਮਰੱਥਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੀ ਇਹਦੇ ਵਿੱਚ ਕੋਈ ਘਾਟਾ ਨੇ ਅੰਗਰੇਜ਼ੀ ਦੇ ਮੁਕਾਬਲੇ? ਕੀ ਮਹਿਸੂਸ ਕਰਦੇ ਆ? ਮੈਂ ਜੇ ਆਪਣੀ ਉਦਾਹਰਨ ਦੇਣੀ ਹੋਵੇ, ਮੈਂ ਦੇਖੋ ਪੂਰੇ ਮਤਲਬ ਕਿ ਇੰਗਲੈਂਡ ਦੇ ਵਿੱਚ ਸਾਰੇ 'ਚ ਘੁੰਮ ਆਇਆ,
ਹਰ ਜਗ੍ਹਾ ਨਾਟਕ ਕੀਤਾ, ਲੋਕਾਂ ਦੇ ਨਾਲ ਸੰਚਾਰ ਵੀ ਹੁੰਦਾ, ਆਪਣੀ ਭਾਸ਼ਾ ਵੀ। ਜੇ ਮੈਂ ਇੰਟਰਵਿਊ ਦੇ ਵਿੱਚ ਗੱਲ ਕਰਦਾ ਤਾਂ ਵੀ ਮੈਂ ਗੱਲ ਕਰਦਾ, ਜੇ ਮੈਂ ਨਾਟਕ 'ਚ ਕਰਦਾ ਮੈਂ ਤੇ ਪੰਜਾਬੀ ਹੀ ਬੋਲਦਾ। ਤੇ ਜਦੋਂ ਉਹ ਅਨੇਕਾਂ ਹਜ਼ਾਰਾਂ ਲੋਕ, ਸੈਂਕੜੇ ਲੋਕ ਬੈਠਿਆਂ ਨੂੰ ਗੱਲ ਸਮਝ ਆਉਂਦੀ ਹੈ, ਗੱਲ ਸਿਰਫ ਸਮਝ ਨਹੀਂ ਆਉਂਦੀ, ਉਹ ਸ਼ਬਦ ਦੇ ਭਾਵ ਵੀ ਸਮਝ ਆਉਂਦੇ ਆ। ਜੋ ਮੈਂ ਕਹਿਣਾ ਚਾਹੁੰਦਾ ਲੋਕਾਂ ਦੇ ਦਿਲ ਤੱਕ ਗੱਲ ਪਹੁੰਚਦੀ ਹੈ। ਇਹਦਾ ਮਤਲਬ ਮੇਰੀ ਭਾਸ਼ਾ ਬਹੁਤ ਤਾਕਤਵਰ ਹੈ। ਮੇਰੀ ਭਾਸ਼ਾ ਇੰਨੀ ਤਾਕਤਵਰ ਹੈ ਕਿ ਮੇਰੀ ਭਾਸ਼ਾ ਮੈਨੂੰ ਰੁਜ਼ਗਾਰ ਵੀ ਦੇ ਰਹੀ ਹੈ, ਮੇਰੀ ਭਾਸ਼ਾ ਮੈਨੂੰ ਮਾਣ ਇੱਜ਼ਤ ਵੀ ਦੇ ਰਹੀ ਹੈ, ਮੇਰੀ ਭਾਸ਼ਾ ਮੈਨੂੰ ਕੁੱਲ ਦੁਨੀਆ ਦੇ ਵਿੱਚ ਘੁੰਮਣ ਦਾ ਮੌਕਾ ਵੀ ਦੇ ਰਹੀ ਹੈ। ਭਾਸ਼ਾ ਕਰਕੇ ਦੇ ਰਹੀ ਹੈ ਨਾ, ਕਿਉਂਕਿ ਮੈਂ ਆਪਣੀ ਭਾਸ਼ਾ 'ਚ ਗੱਲ ਕਰ ਰਿਹਾ। ਸੋ ਇਸ ਕਰਕੇ ਹੀਣਤਾ ਦੇ ਅਹਿਸਾਸ ਤੋਂ ਬਾਹਰ ਨਿਕਲਣ ਦੀ ਲੋੜ ਹੈ ਸਾਨੂੰ ਦੋ ਤਰ੍ਹਾਂ ਦੇ ਅਹਿਸਾਸ ਤੋਂ ਬਚਣਾ ਚਾਹੀਦਾ। ਇੱਕ ਤਾਂ ਅਹਿਸਾਸੇ ਕਮਤਰੀ ਵੀ ਆਪਾਂ ਹੀਣ, ਇੱਕ ਵੀ ਉਹ ਜਿਹੜੀ ਇਸ ਤੋਂ ਉਲਟ ਹੁੰਦੀ ਹੈ ਵੀ ਆਪਾਂ ਹੀ ਆ ਬਸ ਨਾਡੂ ਖਾਂ, ਵੀ ਹੋਰ ਕੁਝ ਨਹੀਂ ਹੈਗਾ। ਸਾਰੀਆਂ ਭਾਸ਼ਾਵਾਂ ਦਾ ਆਪਣਾ ਆਪਣਾ ਰਸ ਹੈ। ਬੰਗਾਲੀ ਭਾਸ਼ਾ ਦਾ ਆਪਣਾ ਰਸ ਹੈ, ਦੱਖਣ ਦੇ ਵਿੱਚ ਚਲ ਜਾਓ ਤੁਸੀਂ, ਕਰਨਾਟਕਾਂ ਦੀ ਆਪਣੀ ਭਾਸ਼ਾ ਦਾ ਰਸ ਹੈ। ਔਰ ਜਿਹੜੀ ਗੱਲ ਕੰਦੋਲਾ ਸਾਹਿਬ ਕਰ ਰਹੇ ਸੱਚ ਹੈ, ਹਿੰਦੀ ਕੋਈ ਭਾਰਤ ਦੀ ਭਾਸ਼ਾ ਨਹੀਂ ਹੈ। ਹਿੰਦੀ ਹਿੰਦੁਸਤਾਨੀ ਹੈਗੀ ਹੈ। ਬਹੁਤ ਸਾਰੇ ਇਹਦੇ ਵਿੱਚ ਹਿੰਦੁਸਤਾਨੀ ਬੋਲੀ ਜਾਂਦੀ, ਉਹ ਹਿੰਦੀ ਨਹੀਂ। ਬਿਹਾਰ 'ਚ ਚਲ ਜਾਓ ਹਿੰਦੀ ਅਲੱਗ ਹੈ, ਉੱਤਰ ਪ੍ਰਦੇਸ਼ ਚਲ ਜਾਓ ਹਿੰਦੀ ਅਲੱਗ ਹੈ, ਮੱਧ ਪ੍ਰਦੇਸ਼ ਵਿੱਚ ਚਲ ਜਾਓ ਹਿੰਦੀ ਅਲੱਗ ਤਰ੍ਹਾਂ ਦੀ ਬੋਲਦੇ, ਸਾਊਥ ਵਿੱਚ ਚਲ ਜਾਓ ਹਿੰਦੀ ਬੋਲਦੇ ਹੀ ਨਹੀਂ। ਸੋ ਉਹ ਤੇ ਜਾਣਬੁੱਝ ਕੇ ਸਾਜ਼ਿਸ਼ ਹੈ ਕਿ ਇੱਕ ਦੇਸ਼ ਇੱਕ ਭਾਸ਼ਾ, ਇਦਾਂ ਤੇ ਹੋ ਹੀ ਨਹੀਂ ਸਕਦਾ। ਬਾਕੀ ਭਾਸ਼ਾਵਾਂ ਨੂੰ ਕਿੱਦਾਂ ਤੁਸੀਂ ਮਾਰ ਦੋਗੇ? ਜਿਹੜੇ ਲੋਕਾਂ ਨੇ ਜਿਹੜੀ ਗੱਲ ਮਾਂ ਨੇ ਤੁਹਾਨੂੰ ਸਮਝਾਤੀ ਹੈ ਨਾ, ਉਹੀ ਗੱਲ ਰੁਜ਼ਗਾਰ ਵਾਲੀ ਹੈ। ਜਿਵੇਂ ਸੁਰਜੀਤ ਪਾਤਰ ਦੀ ਕਵਿਤਾ ਬੜੀ ਫੇਮਸ, ਆਇਆ ਆਨੰਦ ਕਿਸ਼ੋਰ, ਵੀ ਉਹ ਕਹਿੰਦਾ ਵੀ ਭਾਸ਼ਾ ਰਿਜ਼ਕ ਦੇ ਨਾਲ, ਜਿਹੜਾ ਭਾਸ਼ਾ ਦਾ ਬੜਾ ਗਹਿਰਾ ਸੰਬੰਧ ਹੈ, ਆਪਾਂ ਰਿਜ਼ਕ ਨਾਲ ਉਹ ਤੋੜ ਦਿੱਤਾ ਅਸਲ ਦੇ। ਪਰ ਸਾਨੂੰ ਉਸ ਅਹਿਸਾਸ ਤੋਂ ਬਾਹਰ ਨਿਕਲਣ ਦੀ ਲੋੜ ਹੈ। ਸਾਡੀ ਭਾਸ਼ਾ ਇੰਨੀ ਅਮੀਰ ਭਾਸ਼ਾ ਹੈ, ਸਾਡੇ ਕੋਲ ਇੰਨੇ ਸ਼ਬਦ ਨੇ, ਮਾਸੀ, ਭੂਆ, ਫੁੱਫੜ, ਮਾਸੜ। ਅੰਗਰੇਜ਼ਾਂ ਕੋਲ ਤਾਂ ਅੰਕਲ ਹੀ ਆਂਟੀ ਹੈ, ਉਹਨਾਂ ਕੋਲ ਤਾਂ ਹੈ ਹੀ ਕੁਝ ਨਹੀਂਗਾ। ਸਾਡੇ ਕੋਲ ਹੈਗੇ ਨੇ ਨਾ ਅਲੱਗ ਅਲੱਗ, ਅਸੀਂ ਡਿਸਕ੍ਰਾਈਬ ਕਰ ਸਕਦੇ ਹਾਂ। ਇਸ ਤਰ੍ਹਾਂ ਦੀ ਹੋਰ ਵੀ ਬਹੁਤ ਗੱਲ ਹੈ। ਸਾਡੇ ਕੋਲ ਮੁਹੱਬਤ ਦੀ ਭਾਸ਼ਾ ਵੀ ਹੈਗੀ ਹੈ, ਸਾਡੇ ਕੋਲ ਗੁੱਸੇ ਦੀ ਭਾਸ਼ਾ ਵੀ ਹੈਗੀ ਹੈ, ਸਾਡੇ ਕੋਲ ਉਹ ਮਾਣ ਵਾਲੀ ਭਾਸ਼ਾ ਵੀ ਹੈਗੀ ਹੈ। ਸਾਡੇ ਕੋਲ ਜੇ ਅਸੀਂ ਕੋਈ ਰੋਣਾ ਹੈ, ਰੋਣ ਲਈ ਵੀ ਸਾਡੇ ਕੋਲ ਪੰਜਾਬੀ 'ਚ ਸ਼ਬਦ ਹੈਗੇ ਨੇ। ਪੰਜਾਬੀ 'ਚ ਸ਼ਬਦਾਂ ਦਾ ਭੰਡਾਰ ਐਡਾ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਿੰਨੇ ਪੰਜਾਬੀ ਦੇ ਕੁੱਲ ਸ਼ਬਦ ਨੇ, ਜਿਹੜੇ ਸ਼ਬਦਕੋਸ਼ ਵਿੱਚ ਦਰਜ ਹੋਏ ਨੇ, ਉਹਨਾਂ ਦੇ ਵਿੱਚੋਂ ਮਸੀਂ 15% ਸ਼ਬਦ ਨੇ ਜਿਹੜੇ ਇਸਤੇਮਾਲ ਹੋ ਰਹੇ ਨੇ। ਬਾਕੀ 85% ਤਾਂ ਐਦਾਂ ਹੀ ਪਿਆ। ਉਹ ਕਿਤੇ ਸਾਲ 'ਚ ਇੱਕ ਅੱਧੀ ਵਾਰੀ, ਜਿੱਦਾਂ ਆਪਾਂ ਹੁੰਦਾ ਨਾ ਦੀਵਾਲੀ ਨੂੰ ਦੀਵਾ ਜਗਾ ਦੀਦਾ, ਉਹ ਕਿਤੇ ਇੱਕ ਅੱਧੀ ਵਾਰੀ ਵਰਤ ਹੁੰਦਾ। ਉਹੀ ਸਾਹਿਬ ਸਿੰਘ ਜੀ ਦੇ ਨਾਮ ਮੈਂ ਐਡ ਕਰਨਾ ਚਾਹੂੰਗਾ। ਸਾਡੇ ਯੂਰਪੀਅਨ ਯੂਨੀਅਨ ਦੇ ਵਿੱਚ 29 ਮੁਲਕ ਹੈ ਤੇ 25 ਭਾਸ਼ਾਵਾਂ ਆ। ਅੱਜ ਤੱਕ ਕਿਸੇ ਵੀ ਮੁਲਕ ਨੇ ਉੱਥੇ ਅੰਗਰੇਜ਼ਾਂ ਨੇ, ਫਰਾਂਸੀਸੀਆਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਭਾਸ਼ਾ ਦੀ ਸਮੱਸਿਆ ਹੈਗੀ ਆ। ਉਹ ਭਾਸ਼ਾ ਦੀ ਸਮੱਸਿਆ ਭਾਰਤ ਦੇ ਵਿੱਚ ਹੀ ਕਿਉਂ ਆ? ਜਿਹੜਾ ਕਿ ਯੂਰਪੀਅਨ ਯੂਨੀਅਨ ਕੋਈ ਗੱਲ ਨਹੀਂ ਕਰਦਾ ਸਾਡੀ ਭਾਸ਼ਾ ਦੀ ਸਮੱਸਿਆ। 25 ਭਾਸ਼ਾਵਾਂ ਚੱਲਦੀਆਂ ਉੱਥੇ। ਸਿੰਧਪਾਲ ਜੀ ਉਹਦੇ ਨਾਲ ਜਿਹੜੀ ਆਹ ਗੱਲ ਕਰ ਰਹੇ ਹੈਗੇ ਆ, ਜਦੋਂ ਕੋਈ ਇੰਟਰਵਿਊ ਡਾਕਟਰ ਸਾਹਿਬ ਗੁਰਮੀਤ ਜੀ ਕਰਦੇ ਹੈਗੇ ਆ, ਜੇ ਫ੍ਰੈਂਚ ਹੈ ਨਾ, ਉਹ ਆਪਣੀ ਫ੍ਰੈਂਚ ਹੀ ਬੋਲੇਗਾ, ਦੂਆ ਜਰਮਨੀ ਬੋਲੇਗਾ, ਤੇ ਬਾਕੀ ਪੁੱਛ ਗਏ ਉਹ ਅੰਗਰੇਜ਼ੀ ਨਹੀਂ ਬੋਲਦੇ। ਉਹ ਕੰਨ ਲਾ ਕੇ ਦੂਆ ਦੇ ਆਪਸ ਟ੍ਰਾਂਸਲੇਸ਼ਨ ਸੁਣਦੇ ਆ। ਤੇ ਦੂਸਰੀ ਮੈਂ ਤੁਹਾਡੇ ਨਾਲ ਇੱਕ ਹੋਰ ਸ਼ਾਮਲ ਕਰਨਾ ਚਾਹੁੰਦਾ ਸੀਗਾ ਵੀ ਜਿਹੜਾ ਸਾਡਾ ਉਚਾਰਨ ਹੈ ਉਹ ਬਹੁਤ ਵਿਗੜ ਰਿਹਾ। ਬਾਹਰਲੇ ਮੁਲਕਾਂ ਦੇ ਜਿਹੜੇ ਬੱਚੇ ਉਹ ਕੱਪੜਾ ਨਹੀਂ ਕਹਿ ਸਕਦੇ, ਕੱਪੜਾ ਹੀ ਕਹਿੰਦੇ ਹਾਂਜੀ। ਉਹ ਹੁਣ ਹੈਗਾ, ਹੁਣ ਇੱਥੇ ਦੇ ਜਿਹੜੇ ਪੜ੍ਹੇ ਲਿਖੇ ਆ ਉਹ ਕੌਮ ਨੂੰ ਕੂਮ ਕਹਿੰਦੇ ਨੇ ਹਾਂਜੀ, ਬਹੁਤ ਨੂੰ ਬੋਤ ਕਹਿੰਦੇ ਨੇ ਹਾਂਜੀ। ਤੇ ਉਹ ਇਦਾਂ ਦੇ ਬਹੁਤ ਕਈ ਹਾਂਜੀ। ਸੋ ਉਹ ਜਿਹੜੀ ਹੈ ਨਾ ਪ੍ਰੋਨਾਂਸੀਏਸ਼ਨ, ਉਚਾਰਨ ਹੈ, ਉਹ ਵੀ ਇੱਕ ਸ਼ੁੱਧ ਕਰਦਾ ਵੀ ਆਮ ਲੋਕਾਂ ਦੇ ਵਿੱਚ ਕਹਿਣ ਦੇ ਜਿਹੜੇ ਮਾਧਿਅਮ ਦੇ ਵਿੱਚ ਸਿੰਦਰਪਾਲ ਹੈਗੇ, ਜਾਂ ਰੇਡੀਓ ਤੇ ਜਿਹੜੇ ਟੈਲੀਵਿਜ਼ਨ ਤੇ, ਉਹ ਲੋਕ ਵੀ ਇੱਦਾਂ ਹੀ ਬੋਲਦੇ ਆ ਹਾਂਜੀ। ਜੋ ਕਈ ਵਾਰੀ ਤਾਂ ਇਹੋ ਜਿਹੇ ਸ਼ਬਦ ਹੈਗੇ ਆ ਜਿਹੜੇ ਉਹ ਬੋਲਦੇ ਆ, ਉਹਦਾ ਮਤਲਬ ਵੀ ਕੁਝ ਹੋਰ ਨਿਕਲਦਾ। ਤੁਸੀਂ ਬਹੁਤ ਵਧੀਆ ਉੱਥੇ ਨੁਕਤੇ ਦੀ ਗੱਲ ਆਉਂਦੀ ਹੈ। ਅਸੀਂ ਹੁਣ ਗੱਲ ਕਰਦੇ ਹਾਂ ਪੰਜਾਬੀ ਪ੍ਰੈਸ ਦੀ, ਜੋ ਤੁਹਾਡੀਆਂ ਅਖਬਾਰਾਂ ਨੇ, ਕਿ ਜੋ ਉਹਦੇ ਵਿੱਚ ਸ਼ਬਦਾਵਲੀ ਵਰਤੀ ਜਾਂਦੀ ਆ, ਮੇਰੇ ਬਹੁਤ ਸਾਰੇ ਸ਼ਬਦ ਮੇਰੇ ਜ਼ਿਹਨ ਦੇ ਵਿੱਚ ਨੇ, ਪਰ ਸਮਾਂ ਸਾਡੇ ਕੋਲ ਬਹੁਤ ਘੱਟ ਆ। ਕੀ ਤੁਸੀਂ ਇਹਨਾਂ ਅਖਬਾਰਾਂ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਆ, ਜਾਂ ਪੱਤਰਕਾਰਤਾ ਦਾ ਪੱਧਰ ਹੈਗਾ ਆ ਪੰਜਾਬੀ ਦੇ ਹਵਾਲੇ ਦੇ ਨਾਲ, ਕੀ ਤੁਸੀਂ ਸੰਤੁਸ਼ਟ ਹੋ? ਨਹੀਂ ਜੀ, ਇਹ ਨਹੀਂ। ਜੇ ਸੰਤੁਸ਼ਟ ਹੋਏ ਫਿਰ ਤਾਂ ਕੰਮ ਹੀ ਚੱਲ ਜੇ। ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ, ਜਾਂ ਪੰਜਾਬੀਆਂ ਨੂੰ ਕੀ ਕਰਨਾ ਚਾਹੀਦਾ? ਨਹੀਂ, ਪੰਜਾਬੀ ਨੇ ਦੇਖੋ ਜਿਹੜੀ ਪੱਤਰਕਾਰ ਜਿਹਨੇ ਰੱਖੇ ਆ ਨਾ ਇਹਨਾਂ ਨੇ, ਸਾਰੇ ਅਖਬਾਰਾਂ ਵਾਲਿਆਂ ਨੇ, ਉਹ ਪੱਤਰਕਾਰੀ ਦਾ ਉਹ ਲੈਵਲ ਹੀ ਹੈ ਨਹੀਂਗਾ। ਕਿਉਂਕਿ ਬਹੁਤ ਸਾਰੇ ਜਿਹੜੇ ਨੇ ਜਰਨਲਿਜ਼ਮ ਦੀ ਕੋਈ ਡਿਗਰੀ ਹੈ ਨਹੀਂ, ਉਹਨਾਂ ਤੋਂ ਤਰੀਕਾ ਵੀ ਨਹੀਂ ਪਤਾ। ਨੰਬਰ 2, ਇਹ ਜਿਹੜੇ ਲੋਕ ਨੇ ਨਾ, ਇਹ ਬਹੁਤ ਸਾਰੇ ਲੋਕ ਉੱਤੋਂ ਸਾਰਾ ਘੜਿਆ ਤੱਕ ਤਰੀਕੇ ਨਾਲ ਚੱਲਦੇ ਆ, ਜੋ ਉੱਤੋਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ। ਥੱਲੇ ਹਿਸਾਬ ਨਾਲ ਤਾਂ ਚੱਲਦੀ ਹੀ ਨਹੀਂ ਗੀ। ਥੱਲੇ ਲੋਕਾਂ ਦੀ ਗਲਤੀ ਜਿਹੜੀ ਜਿਸ ਤਰ੍ਹਾਂ ਕਰਨੀ ਚਾਹੀਦੀ ਹੈ ਨਾ, ਉਹ ਗੱਲ ਹੀ ਵਿੱਚ ਕਰਨੀ ਰਹਿ ਜਾਂਦੀ ਆ। ਉਹ ਪੱਧਰ ਜੋ ਲੋਕਾਂ ਦੇ, ਜਦੋਂ ਲੋਕਾਂ ਦੇ ਲੈਵਲ ਤੇ ਆਣ ਕੇ ਗੱਲ ਕਰਨਗੇ, ਲੋਕਾਂ ਦੇ ਪੱਧਰ ਤੇ ਆਣ ਕੇ ਗੱਲ ਕਰਨਗੇ, ਫਿਰ ਕੋਈ ਗੱਲ ਠੀਕ ਹੋ ਸਕਦੀ ਹੈ। ਜਦੋਂ ਲੋਕਾਂ ਦੇ ਪੱਧਰ ਤੋਂ ਤਾਂ ਹੀ ਚੱਲਣਾ, ਉਹਨੂੰ ਆਪਣੇ ਹਿਸਾਬ ਨਾਲ ਚੱਲਣਾ ਉਹਨਾਂ ਨੇ, ਜੋ ਉੱਥੋਂ ਘੜਿਆ ਵਾ, ਤੇ ਫਿਰ ਇਹੋ ਹਾਲਤ ਰਹਿਣਾ। ਜੇ ਬੜੇ ਸੁਧਰਨ ਦੇ, ਜੇ ਸੁਧਾਰਨ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪੈਣਾ। ਜਿੰਨੀਆਂ ਪੰਜਾਬੀ ਸਭਾਵਾਂ ਬਣੀਆਂ ਨੇ, ਜਾਂ ਜਿੰਨੇ ਪੰਜਾਬੀ ਪ੍ਰੇਮੀ ਲੋਕ ਆ, ਜਿੰਨੇ ਕੁ ਪੰਜਾਬੀ ਜਿਸ ਤਰ੍ਹਾਂ ਸਾਹਿਬ ਸੋਣੀ ਸਾਰੇ ਬੰਦੇ ਕੰਮ ਕਰ ਰਹੇ ਆ,
ਇਹ ਸਾਰਿਆਂ ਨੂੰ ਅੱਗੇ ਹੋ ਕੇ ਤੁਰਨਾ ਪੈਣਾ, ਇਹਦੇ ਖਿਲਾਫ ਕਿਤੇ ਨਾ ਕਿਤੇ ਸਾਨੂੰ ਤੁਰਨਾ ਪੈਣਾ ਵਾ, ਨਹੀਂ ਤੇ ਇਹ ਹਾਲਾਤ ਜਿਹੜੇ ਨੇ ਇਦੋਂ ਹੋਰ ਥਾਂ ਨੂੰ ਜਾਣੇ ਨੇ। ਹੁਣ ਤੇ ਪਾਣੀ ਵੀ ਪੁੰਨ ਕੇ ਪੀਣ ਲੱਗ ਪਏ ਅਸੀਂ। ਸਾਹਿਬ ਸਿੰਘ ਜੀ, ਇਹੀ ਮਸਲਾ ਜਿਹੜਾ ਹੈਗਾ, ਤੁਸੀਂ ਇਹ ਦੱਸੋ ਕਿ ਜੋ ਹੁਣ ਅਸੀਂ ਪੰਜਾਬੀ ਵਾਸਤੇ ਕੀ ਪੰਜਾਬ ਦੇ ਵਿੱਚ ਪੰਜਾਬੀ ਲੋਕ ਇਨਕਲੂਡਿੰਗ ਜਾਂ ਸ਼ਾਮਲ ਜਿਹਦੇ ਵਿੱਚ ਲਿਖਾਰੀ ਵੀ ਨੇ, ਕਿ ਉਹ ਪੰਜਾਬੀ ਦੀ ਕੋਈ ਸਮੱਸਿਆ ਸਮਝਦੇ ਆ? ਦੇਖੋ, ਦੋ ਗੱਲਾਂ ਨੇ। ਇੱਕ ਤਾਂ ਹੈਗਾ ਕਿ ਜਿਹੜਾ ਪੰਜਾਬੀ ਅਦਬ ਹੈ ਨਾ, ਉਹ ਵੀ ਆਪਣੇ ਆਪ 'ਚ ਹੀ ਖਤਰੇ 'ਚ ਹੈ। ਆਪਣੇ ਆਪ ਉਹ ਮਤਲਬ ਮਹਿਸੂਸ ਕਰਦਾ ਕਿ ਅਸੀਂ ਖਤਰੇ 'ਚ ਹੈ, ਵੀ ਲੋਕੀ ਕਿਤਾਬ ਪੜ੍ਹ ਨਹੀਂ ਰਹੇ ਜ਼ਿਆਦਾ, ਜਾਂ ਸਾਡੀ ਕਿਤਾਬ ਲੋਕਾਂ ਤੱਕ ਜਾ ਨਹੀਂ ਰਹੀ। ਉਹਦਾ ਕਾਰਨ ਵੀ ਬਹੁਤ ਇਹੀ ਹੈ, ਜਿਹੜੇ ਤੇ ਲੋਕਾਂ ਦੀ ਭਾਸ਼ਾ ਵਿੱਚ ਗੱਲ ਕਰਦੇ, ਲੋਕਾਂ ਦੇ ਜਜ਼ਬਾਤ ਨੂੰ ਪੇਸ਼ ਕਰਦੇ, ਉਹਨਾਂ ਦੀ ਕਿਤਾਬ ਵੀ ਜਾ ਰਹੀ, ਉਹਨਾਂ ਦੇ ਨਾਟਕ ਕਵਿਤਾ ਵੀ ਜਾ ਰਹੀ, ਨਾਵਲ ਵੀ ਜਾ ਰਿਹਾ, ਸਭ ਕੁਝ ਜਾ ਰਿਹਾ। ਜਿਹੜੇ ਗੱਲ ਹੀ ਮਤਲਬ ਇਹੋ ਜਿਹੀ ਕਰਦੇ ਆ ਬਣਾ ਕੇ ਕਿ ਬਹੁਤ ਔਖੀ ਜੀ ਗੱਲ ਕਰਾਂਗੇ ਤਾਂ ਕਿ ਅਸੀਂ ਸਿਆਣੇ ਲੱਗੀਏ, ਹੈ ਨਾ, ਫਿਰ ਉਹਨਾਂ ਦੀ ਗੱਲ ਨਹੀਂ ਜਾਣੀ। ਸੋ ਉਹ ਜਿਹੜਾ ਇੱਕ ਨਾ ਯੂਟੋਪੀਅਨ ਸਮੱਸਿਆ ਪਈ, ਜਿਹੜੀ ਸਮੱਸਿਆ ਹੈ ਹੀ ਨਹੀਂ, ਉਹ ਸਮੱਸਿਆ ਪੈਦਾ ਕਰ ਲਈ। ਉਹਦੇ ਚੋਂ ਬਾਹਰ ਨਿਕਲਣ ਦੀ ਲੋੜ ਹੈ। ਪੰਜਾਬੀ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਇਹੋ ਜਿਹੇ ਨੇ ਜਿਹੜੇ ਬਹੁਤ ਹੀ ਸਿਆਣੇ ਪੱਤਰਕਾਰ ਨੇ, ਬਹੁਤ ਕਮਾਲ ਦੀ ਪੰਜਾਬੀ ਉਹ ਲਿਖਦੇ ਨੇ, ਕਮਾਲ ਦੇ ਸ਼ਬਦ ਦਿੰਦੇ ਨੇ ਸਾਨੂੰ, ਕਮਾਲ ਦੀਆਂ ਗੱਲਾਂ ਕਰਦੇ ਨੇ। ਪੰਜਾਬ ਦੀਆਂ ਮੁੱਖ 5-6 ਅਖਬਾਰਾਂ ਦੇ ਵਿੱਚ ਬਹੁਤ ਹੀ ਸਿਆਣੇ ਪੱਤਰਕਾਰ ਬੈਠੇ ਆ। ਲੇਕਿਨ ਜਿਹੜੀ ਨਵੀਂ ਪੱਤਰਕਾਰੀ ਹੈ ਨਾ ਸ਼ੁਰੂ ਹੋਈ ਹੈ, ਜਿਹੜੀ ਜਿਹਨੂੰ ਕਹਿੰਦੇ ਉਹ ਫਾਸਟ ਫੂਡ ਵਰਗੀ ਪੱਤਰਕਾਰੀ ਜਿਹੜੀ, ਹਾਂ, ਉਹ ਖਰਾਬ ਕਿਤੇ ਨਾ ਕਰ ਰਹੀ ਹੈ। ਇੱਦਾਂ ਲੇਖਕ ਦੇ ਵਿੱਚ ਵੀ ਉਹੀ ਕੁਝ ਹੋਇਆ। ਲੇਕਿਨ ਜੇ ਅਸੀਂ ਇਸ ਸਾਰੇ ਕੁਝ ਨੂੰ ਇੱਕ ਦਿਸ਼ਾ ਦੇ ਵਿੱਚ ਲੈ ਜਾਈਏ, ਵੀ ਅਸੀਂ ਇਹ ਸਮਝੀਏ ਵੀ ਯਾਰ ਅਸੀਂ ਪੰਜਾਬੀ ਅਦਬ ਦੀ, ਪੰਜਾਬ ਦੀ, ਪੰਜਾਬੀ ਦੀ, ਪੰਜਾਬੀਅਤ ਦੀ ਪ੍ਰਫੁੱਲਤ ਲਈ ਕੁਝ ਇਹੋ ਜਿਹੀ ਚੀਜ਼ ਦੇਣੀ ਹੈ। ਲੋਕ ਸੇਵਾ ਨੂੰ ਛੱਡ ਦਿਓ ਤੁਸੀਂ, ਹੈ ਨਾ, ਜੇ ਆਪਾਂ ਕਹਿੰਦੇ ਵੀ ਲੋਕਾਂ ਦੀ ਸੇਵਾ ਨਾ ਕਰੋ, ਲੋਕਾਂ ਦੀ ਸੇਵਾ, ਪਰ ਤੁਸੀਂ ਗੱਲ ਤਾਂ ਇਹੋ ਜਿਹੀ ਕਰੋ, ਲਿਖੋ ਇਹੋ ਜਿਹੀ, ਬੋਲੋ ਇਹੋ ਜਿਹੀ ਜਿਹੜੀ ਲੋਕਾਂ ਦੇ ਦਿਲ ਤੱਕ ਜਾਊ। ਦਿਲ ਤੱਕ ਤਾਂ ਹੀ ਜਾਊਗੀ ਜੇ ਤੁਸੀਂ ਭਾਸ਼ਾ ਦਾ ਸੰਚਾਰ। ਹੁਣ ਜਿਹੜੀ ਗੱਲ ਇਹਨਾਂ ਨੇ ਕਹੀ ਕਿ ਤੁਹਾਡਾ ਨਾਟਕ ਦੇਖਿਆ ਜੀ, ਬੜੀ ਵਧੀਆ ਭਾਸ਼ਾ ਸੀ, ਸਮਝ ਆਈ ਸੀ। ਹੁਣ ਜਦੋਂ ਤੁਸੀਂ ਬਰਤਾਨੀਆ ਤੋਂ ਚੱਲ ਕੇ ਆਏ ਹੋ, ਤੁਹਾਨੂੰ ਉਹ ਸਮਝ ਆ ਰਹੀ ਹੈ, ਜਿਹੜਾ ਕਿ ਰੋਜ਼ ਅੰਗਰੇਜ਼ਾਂ ਨਾਲ ਬਾਹ ਪੈਂਦਾ, ਤੇ ਜਿਹੜੇ ਇੱਥੇ ਬੈਠੇ ਉਹਨਾਂ ਨੂੰ ਕਿਉਂ ਨਹੀਂ ਸਮਝ ਆਊਗੀ? ਸਮਝ ਆਉਂਦੀ ਹੈ। ਹਾਲੇ ਵੀ ਭਾਜੀ ਤੁਸੀਂ ਪੰਜਾਬ ਦੇ ਪਿੰਡਾਂ ਵਿੱਚ ਚਲੇ ਜਾਓ ਨਾ, ਪੰਜਾਬ ਦੇ ਪਿੰਡਾਂ ਦੇ ਵਿੱਚ ਹਾਲੇ ਵੀ ਪੰਜਾਬੀ ਭਾਸ਼ਾ ਕਿਤੇ ਨਹੀਂ ਗਈ। ਉਹ ਹਾਲੇ ਵੀ ਪਿਓਰ ਸ਼ੁੱਧ ਪੰਜਾਬੀ ਭਾਸ਼ਾ ਬੋਲਦੇ ਨੇ, ਇੱਕ ਦੂਜੇ ਨਾਲ ਠੇਠ ਸ਼ਬਦ ਜਿਹੜੇ ਦੂਜਿਆਂ ਨੇ ਭੁਲਾ ਦਿੱਤੇ, ਵੀ ਉਹ ਸੜਕ ਨੂੰ ਗੋਰੀ ਵੀ ਕਹਿੰਦੇ ਨੇ, ਪਾਹਾ ਵੀ ਕਹਿੰਦੇ ਨੇ, ਇਹ ਸਾਰੇ ਉਹ ਬੋਲਦੇ ਨੇ। ਲੇਕਿਨ ਉਹ ਜਿਵੇਂ ਹੈ ਨਾ ਕਿ ਸਾਡੇ ਉਲਟ ਹੋਇਆ ਹੋਇਆ ਸਿਸਟਮ, ਕਿ ਜਿਵੇਂ ਤਰੱਕੀ ਕਹਿੰਦੇ ਵੱਲ ਹੁੰਦੀ ਨਾ, ਇਹਨੂੰ ਡਾਇਰੈਕਟਲੀ ਪ੍ਰੋਪੋਰਸ਼ਨਲ ਕਹਿੰਦੇ, ਇਨਵਰਸਲੀ ਪ੍ਰੋਪੋਰਸ਼ਨਲ ਕਰ ਦਿੱਤਾ। ਕਿ ਜਿਵੇਂ ਖੁਸ਼ਹਾਲੀ ਜਿਸ ਵਰਗ ਦੀ ਆਈ ਜਾਂਦੀ ਨਾ, ਉਹ ਆਪਣੀ ਭਾਸ਼ਾ ਤੋਂ, ਆਪਣੇ ਸੱਭਿਆਚਾਰ ਤੋਂ, ਆਪਣੇ ਲੋਕਾਂ ਤੋਂ ਉਹ ਥੋੜਾ ਦੂਰ ਹੋਣ ਦੀ ਕੋਈ, ਪਰੇ ਹੋ ਜਾ, ਤੂੰ ਤਾਂ ਗੰਦਾ ਆ, ਹੈਨਾ, ਜੇ ਤੂੰ ਮੇਰੇ ਨੇੜੇ ਆ, ਲੋਕਾਂ ਨੇ ਮੈਨੂੰ ਵੀ ਤਾਂ ਉਦਾਂ ਦੱਸ ਦੇਣਾ। ਮੈਨੂੰ ਤਾਂ ਅੰਗਰੇਜ਼ੀ ਆ ਗਈ, ਅੰਗਰੇਜ਼ੀ ਦੇ ਮੈਨੂੰ 4 ਅੱਖਰ ਸਮਝ ਆ ਗਏ, ਪਰ ਸਮਝ ਕੁਛ ਵੀ ਨਹੀਂ ਆਈ। ਇਹ ਸੇਮ ਉਦਾਂ ਹੀ ਹੈ ਵੀ ਜਿਵੇਂ ਗੁਰਦੁਆਰੇ 'ਚ ਬੈਠੇ ਕਿਸੇ ਗ੍ਰੰਥੀ ਨੂੰ ਇਹ ਸਵਾਲ ਪੁੱਛਿਆ ਜਾਵੇ ਕਿ ਭਾਈ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ, ਤੇ ਉਹ ਬੜਾ ਆਰਾਮ ਨਾਲ ਕਹਿੰਦੇ 10 ਗੁਰੂਆਂ ਦੀ ਹੈ, ਤੇ ਬੰਦਾ ਹੈਰਾਨ ਹੋਇਆ ਵੀ ਤੈਨੂੰ ਵੀ ਨਹੀਂ ਪਤਾ ਵੀ 6 ਗੁਰੂਆਂ ਦੀ ਬਾਣੀ ਦਰਜ ਹੈ, ਹੈਨਾ। ਤੇ ਇਸ ਕਰਕੇ ਅਸੀਂ ਪੰਜਾਬ 'ਚ ਬੈਠੇ ਵੀ ਜੇ ਪੰਜਾਬੀ ਭਾਸ਼ਾ ਨੂੰ ਨਹੀਂ ਸਮਝਦੇ, ਫਿਰ ਪੰਜਾਬ ਤੋਂ ਬਾਹਰ ਬੈਠੇ ਤੋਂ ਅਸੀਂ ਕੀ ਆਸ ਕਰ ਸਕਦੇ? ਔਰ ਮੈਂ ਸਮਝਦਾ ਕਿ ਬਈ ਆ ਜਿਹੜੀ ਅਖਬਾਰਾਂ ਦੀ ਗੱਲ ਤੁਸੀਂ ਕੀਤੀ ਹੈਗੀ ਆ, ਅਖਬਾਰਾਂ ਨੇ ਐਨ ਚੰਗੀ ਤਰ੍ਹਾਂ ਦੇ ਨਾਲ ਆਮ ਲੋਕਾਂ ਦੀ ਮੁਰੰਮਤ ਕੀਤੀ ਹੋਈ ਆ ਕਿ ਅਖਬਾਰਾਂ 'ਚ ਵੀ ਜੋ ਗੰਦਮੰਦ ਲਿਖਿਆ ਉਹ ਲੋਕਾਂ ਨੂੰ ਦਿਸਦਾ ਨਹੀਂ ਹੈਗਾ ਕਿ ਬਈ ਇਹ ਭਾਸ਼ਾ ਸਹੀ ਨਹੀਂ ਵਰਤੀ। ਤੁਹਾਡੇ ਮਤਲਬ ਕਹਿਣ ਦਾ ਕਿ ਜੋ ਅਖਬਾਰਾਂ ਵਿੱਚ ਪਰੋਸਿਆ ਜਾ ਰਿਹਾ ਤੇ ਲੋਕ ਉਹਨੂੰ ਪ੍ਰਵਾਨ ਕਰੀ ਜਾ ਰਹੇ, ਅਖਬਾਰਾਂ ਵਾਲੇ ਸਮਝਦੇ ਆ ਕਿ ਬਈ ਜੋ ਅਸੀਂ ਦੇ ਰਹੇ ਆ, ਕਿਉਂਕਿ ਲੋਕ ਕੁਝ ਕਹਿ ਨਹੀਂ ਰਹੇ, ਅਸੀਂ ਵਾਹ ਜੀ ਵਾਹ, ਵਾਹ ਜੀ ਕਮਾਲ ਹੀ ਦੇ ਰਹੇ ਹੈਗੇ। ਸਵਾਲ ਹੈ, ਲੋਕ ਕੁਝ ਕਹਿ ਨਹੀਂ ਰਹੇ। ਤੁਹਾਡੇ ਕੋਲ ਬਾਤ ਆਏਗਾ, Exactly. ਤੁਹਾਡੇ ਖਿਆਲ ਦੇ ਵਿੱਚ ਲੋਕਾਂ ਨੂੰ ਕਹਿਣ ਵਾਸਤੇ, ਇਹ ਲੋਕ ਚੇਤਨਾ ਪੈਦਾ ਕਰਨ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ? ਪੰਜਾਬ ਦੇ ਲੋਕਾਂ ਨੂੰ ਕੀ ਕਰਨਾ ਚਾਹੀਦਾ? ਸਰਕਾਰਾਂ ਦੀ ਅਸੀਂ ਗੱਲ ਬਾਅਦ 'ਚ ਕਰਾਂਗੇ। ਵੇਖੋ ਗੱਲ ਹੈ ਜੀ, ਸਰਕਾਰਾਂ ਵਾਲੀ ਗੱਲ ਜਿਹੜੀ ਹੈ ਨਾ, ਉਹ ਤਾਂ ਹੀ ਨਹੀਂ। ਹੁਣ ਇਹ ਵੇਖੋ ਸਾਡੇ ਇੱਥੇ ਜਿਹੜੇ ਹੈ ਨਾ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਹੀ ਨਹੀਂ ਗੇ, ਲੈਕਚਰਰ ਹੀ ਨਹੀਂ ਗੇ, ਉਹ ਸਰਕਾਰਾਂ ਤੌਰ 'ਤੇ ਰਹਿ ਗਿਆ। ਜਿਹਦੇ ਪੰਜਾਬੀ ਦੇ ਜਿਹੜੇ ਹਿਤੈਸ਼ੀ ਨੇ, ਜਿਹੜੇ ਪੰਜਾਬੀ ਨੂੰ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਨੂੰ ਅੱਗੇ ਆਣ ਕੇ ਸਾਨੂੰ ਪਿੰਡਾਂ ਲੈਵਲ ਤੱਕ, ਜਿੱਥੇ ਜਿਹੜਾ ਪਿੰਡਾਂ ਦੇ ਵਿੱਚੋਂ ਨਾ, ਜਿੱਦਾਂ ਪੁਰਾਣੇ ਸਮੇਂ 'ਚ ਲੋਕ ਕਰਦੇ ਹੁੰਦੇ ਸੀਗੇ ਵੀ 4 ਲੋਕ ਇਕੱਠੇ ਕਰ ਲਏ ਤੇ ਬਹਿ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ, ਤੇ ਉਹਨਾਂ ਨੂੰ ਕੋਈ ਸਮਝਾਈਏ, ਉਹਨਾਂ ਨੂੰ ਥੋੜ੍ਹਾ ਜਿਹਾ ਉਹਨਾਂ ਦਾ ਲੈਵਲ ਪੱਧਰ ਤਾਂ ਚੁੱਕੀ, ਉਹ ਵੀ ਸਾਡੇ ਨਾਲ ਤੁਰਨ ਵਾਲੇ ਬਣਨ। ਅਜੇ ਉੱਥੋਂ ਹੀ ਆਪ ਕਿਨਾਰਾ ਕਰ ਗਏ ਆ। ਜਿਹੜਾ ਡਾਕਟਰ ਸਾਹਿਬ ਨੇ ਕਿਹਾ ਨਾ ਵੀ ਜਿਹੜਾ ਥੋੜ੍ਹੀ ਬਹੁਤੀ ਪੰਜਾਬੀ ਜਿਹੜਾ ਪੜ੍ਹ ਲਿਖ ਜਾਂਦਾ, ਥੋੜ੍ਹਾ ਨਿਕਲਦਾ, ਉਹ ਤੇ ਪਿੰਡ ਛੱਡ ਕੇ ਤੇ ਸ਼ਹਿਰ ਨੂੰ ਤੁਰ ਪੈਂਦਾ। ਜਿਹੜਾ ਉੱਥੋਂ ਸ਼ਹਿਰ ਤੁਰਿਆ ਤੇ ਉਹ ਬਾਹਰ ਕੈਨੇਡਾ ਅਮਰੀਕਾ ਨੂੰ ਚੱਲਣਾ ਪਿਆ। ਇੱਥੇ ਗਰਾਊਂਡ ਲੈਵਲ ਤੇ ਜਿਹੜਾ ਅੱਜ ਬੜਾ ਕੁਝ ਘੱਟ ਹੋ ਰਿਹਾ, ਬੜਾ ਹੀ ਕੁਝ ਕਰਨ ਦੀ ਲੋੜ ਆ। ਜਿਹੜਾ ਚੇਤਨ ਵਰਗ ਜਿਹੜਾ ਵਾ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਯੂਨਾਈਟਿਡ ਇਕੱਠੇ ਹੋ ਕੇ ਕੰਮ ਕਰਨਾ ਪੈਣਾ। ਅਦਰਵਾਈਜ਼ ਅਜੇ ਮੈਨੂੰ ਲੱਗਦਾ ਨਹੀਂ ਵੀ ਏਡੀ ਛੇਤੀ ਤੁਰ ਪਾਂਗੇ। ਅਜੇ ਲੱਗਦਾ ਵੀ ਸਾਨੂੰ ਇਹ ਟਾਈਮ ਲੱਗਣਾ। ਪਰ ਇੱਕ ਗੱਲ ਅੱਗੇ ਸੋਚਣ ਵਾਲੀ ਗੱਲ ਇਹ ਆ ਵੀ ਪਹਿਲਾਂ ਤੇ ਗੱਲਾਂ
ਹੁੰਦੀਆਂ ਨਹੀਂ ਸੀ ਵੀ ਪੰਜਾਬੀ ਠਾਹ ਨੂੰ ਜਾਣ ਡਈ ਆ। ਹੁਣ ਗੱਲਾਂ ਸ਼ੁਰੂ ਹੋ ਗਈਆਂ ਨੇ, ਹੁਣ ਲੱਗਦਾ ਵੀ ਗੱਲ ਤੁਰ ਪਏਗੀ, ਤੇ ਗੱਲ ਜੇ ਤੁਰ ਪਏ ਨਾ ਤੇ ਫਿਰ ਕਿਤੇ ਨਾ ਕਿਤੇ ਪੰਧ ਤੱਕ ਤੁਰਦੀ ਹੈ ਗੱਲ, ਜਾਂਦੀ ਤੁਰ ਪਈ। ਡਾਕਟਰ ਸਾਹਿਬ ਕੱਲ ਸਾਡੀ ਬੁੱਧ ਸਿੰਘ ਨੀਲੋ ਨਾਲ ਗੱਲ ਹੋਈ ਤੇ ਵਾਪਸੀ ਜਿਹੜੀ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਹੈ, ਬਹੁਤ ਠੇਠ ਵਧੀਆ ਪੰਜਾਬੀ ਲਿਖਦੇ ਆ। ਉਹਨਾਂ ਵਿੱਚ ਮੇਰੇ ਖਿਆਲ ਹਰਜਿੰਦਰ ਸਿੰਘ ਲਾਲ ਵੀ ਇੱਕ ਇਹੋ ਜਿਹੇ ਪੱਤਰਕਾਰ ਨੇ ਜਿਹੜੇ ਬੜੇ ਲੰਮੇ ਸਮੇਂ ਤੋਂ ਯਤਨਸ਼ੀਲ ਨੇ, ਤੇ ਉਹਨਾਂ ਦੇ ਦਫ਼ਤਰ ਦੇ ਬਾਹਰ ਖੜਿਆਂ ਬਲਵੀਰ ਸਿੰਘ ਰਾਜੇਵਾਲ ਉੱਥੇ ਆ ਗਏ। ਖੈਰ ਅਸੀਂ ਉਹਨਾਂ ਨਾਲ ਗੱਲਬਾਤਾਂ ਕੀਤੀਆਂ, ਉਹਨਾਂ ਕਹਿੰਦੇ ਅਸੀਂ ਹੁਣ ਮੋਰਚਾ ਹੋਰ ਸ਼ੁਰੂ ਕਰਨ ਲੱਗੇ ਆ, ਪੰਜਾਬ ਦੇ ਪਾਣੀਆਂ ਦੀ ਮੰਗ ਕਰਨੀ ਆ। ਅਸੀਂ ਕਿਹਾ ਠੀਕ ਹੈ ਕਰੋ, ਪਰ ਪੰਜਾਬੀ ਦੀ ਮੰਗ ਤੁਸੀਂ ਕਦੋਂ ਕਰਨੀ ਆ? ਉਹ ਕਹਿੰਦੀ ਦੇਖੀ ਜਾਊਗੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਅਸਲ 'ਚ ਮੈਂ ਹਮੇਸ਼ਾ ਇਹ ਸਮਝਦਾ ਹੁੰਦਾ ਕਿ ਕੋਈ ਵੀ ਤੁਹਾਡੀ ਮੰਗ, ਕਿਸੇ ਵੀ ਇੱਕ ਵਿਸ਼ੇ ਵਾਲੀ ਮੰਗ ਤੁਸੀਂ ਆਈਸੋਲੇਸ਼ਨ 'ਚ ਨਹੀਂ ਲੜ ਸਕਦੇ, ਹੈ ਨਾ। ਤੁਹਾਨੂੰ ਪੂਰੀ ਦੀ ਪੂਰੀ ਸਿਸਟਮ ਨਾਲ ਲੜਾਈ ਜਦੋਂ ਤੁਸੀਂ ਲੜੋਗੇ ਨਾ, ਫਿਰ ਤੁਹਾਨੂੰ ਸਾਰੀ ਚੀਜ਼ਾਂ ਸਮਝ ਆ ਜਾਣਗੀਆਂ। ਇਸ ਤਰ੍ਹਾਂ ਜਿਹੜਾ ਭਾਸ਼ਾ ਦਾ ਮਸਲਾ ਵੀ ਹੈ ਨਾ, ਇਹਦੀਆਂ ਸਾਰੀਆਂ ਗਹਿਰਾਈਆਂ ਨੂੰ ਸਮਝ ਕੇ ਕਿੱਥੇ ਕਿਹੜੀ ਕਮੀ ਬੈਠੀ ਹੈ, ਕੌਣ ਕੀ ਤੰਗ ਕਰ ਰਿਹਾ, ਕੌਣ ਕਿਹਨੂੰ ਖਰਾਬ ਕਰ ਰਿਹਾ, ਕੌਣ ਸਹੀ ਕਰ ਰਿਹਾ, ਜਦੋਂ ਅਸੀਂ ਉਹਦੀ ਪੁਣਛਾਣ ਕਰ ਲਾਂਗੇ ਨਾ, ਫਿਰ ਸਾਨੂੰ ਬਹੁਤ ਵੱਡਾ ਵਰਗ ਪੰਜਾਬ ਦਾ ਇਹੋ ਜਿਹਾ ਮਿਲੂਗਾ ਜਿਹਨੂੰ ਅਸੀਂ ਉਸ ਲੜਾਈ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ, ਕਿਉਂਕਿ ਉਹ ਪਹਿਲਾਂ ਹੀ ਪੰਜਾਬੀ ਬੋਲ ਰਿਹਾ, ਉਹ ਤਾਂ ਬੋਲ ਹੀ ਰਿਹਾ। ਜਦੋਂ ਅਸੀਂ ਉਹਨੂੰ ਸਮਝਾ ਦਿੱਤਾ ਨਾ ਕਿ ਭਾਈ ਪੰਜਾਬੀ ਭਾਸ਼ਾ ਸਮੱਸਿਆ ਦੇ ਵਿੱਚ ਹੈਗੀ ਹੈ, ਹਾਲੇ ਅਸੀਂ ਉਹਨੂੰ ਸਮਝਾ ਹੀ ਨਹੀਂ ਪਾ ਰਹੇ। ਉਹਨੂੰ ਹਾਲੇ ਸਮੱਸਿਆ ਕਿੱਥੇ ਚੱਲ ਰਹੀ ਹੈ? ਉਹ ਜਿਹੜਾ ਥੱਲੇ ਬੈਠਾ ਨਾ ਬੰਦਾ, ਜਿਹੜਾ ਪਿੰਡਾਂ ਵਿੱਚ ਬੈਠਾ, ਜਿਹੜਾ ਕਿ ਸਵੇਰੇ ਜਾਂਦਾ ਦਿਹਾੜੀ ਲੈ ਕੇ ਆ ਜਾਂਦਾ, ਜਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੇਤਾਂ 'ਚ ਮਰਦਾ ਖਪਦਾ, ਉਹਨੂੰ ਤਾਂ ਲੱਗਦਾ ਹੀ ਨਹੀਂ ਹੈ ਕਿ ਇਹ ਵੀ ਕੋਈ ਸਮੱਸਿਆ। ਉਹਨੂੰ ਲੱਗਦਾ ਇਹ 5% ਨਾ ਪੜ੍ਹੇ ਲਿਖੇ ਜਿਹੇ ਜਿਹੜੇ ਹੈਗੇ ਆ, ਜਾਂ ਇਹ ਕਿਤਾਬਾਂ ਵਾਲੇ ਜਾਂ ਕੁਛ, ਇਹ ਰੌਲਾ ਪਾਉਂਦੇ ਵੀ ਭਾਸ਼ਾ ਦਾ ਮਸਲਾ ਹੈਗਾ। ਲੇਕਿਨ ਜੇ ਉਹਨੇ ਨਾ ਸਮਝਿਆ ਤਾਂ ਸੱਚੀ ਮੁੱਚੀ ਪਾਣੀ ਜਿੱਦਣ ਗਲ ਤੋਂ ਟੱਪ ਜਾਣਾ, ਉਦੋਂ ਉਹਨੂੰ ਸਮਝ ਆਣੀ ਹੈ। ਸੋ ਆਪਾਂ ਨੂੰ ਉਹਨੂੰ ਸਮਝਾਉਣ ਦੀ ਲੋੜ ਹੈ ਕਿ ਭਾਈ ਇਹ ਗੱਲ ਸ਼ੁਰੂ ਹੋ ਚੁੱਕੀ ਹੈ, ਤੇਰੀ ਭਾਸ਼ਾ ਦੇ ਉੱਤੇ ਹਮਲਾ ਹੋਇਆ ਹੈ, ਤੈਨੂੰ ਹਾਲੇ ਸਮਝ ਨਹੀਂ ਆ ਰਹੀ, ਉਹਨੂੰ ਸਮਝਾਈਏ। ਪਰ ਉਹਨੂੰ ਸਮਝਾਉਣ ਦੇ ਨਾਲ ਉਹਦੀਆਂ ਜਿਹੜੀਆਂ ਬਾਕੀ ਸਮੱਸਿਆਵਾਂ ਆ, ਉਹਨੂੰ ਵੀ ਨਾਲ ਹੀ ਕੰਸੀਡਰ ਕਰਨਾ ਪਊਗਾ, ਤਾਂ ਤੁਰੂਗਾ, ਨਹੀਂ ਤਾਂ ਤੁਰੂਗਾ ਨਹੀਂ। ਉਹ ਕਹੂਗਾ ਯਾਰ ਮੈਂ ਤੇ ਸਵੇਰੇ ਜਾ ਕੇ ਸ਼ਾਮ ਤੱਕ 400 ਰੁਪਇਆ ਕਮਾ ਕੇ ਲਿਆਣਾ, ਮੈਂ ਤਾਂ ਆਪਣੇ ਟੱਬਰ ਦਾ ਢਿੱਡ ਪਾਲਣਾ, ਤੈਨੂੰ ਭਾਸ਼ਾ ਦੀ ਪਈ ਹੋਈ ਹੈ ਨਾ। ਉਹ ਵੀ ਨਾਲ ਹੀ ਜੋੜਨਾ ਪਊ, ਨਾਲ ਦੀ ਨਾਲ ਸਾਰੀਆਂ ਲੜਾਈਆਂ ਇਕੱਠੀਆਂ ਕਰਨੀਆਂ ਪਊਗੀਆਂ। ਨਾਲ ਦੀ ਨਾਲ ਇਹ ਵੀ ਆਪਣੇ ਵਿਚਾਰ ਦਿਓ ਕਿ ਤੁਸੀਂ ਬੜੇ ਲੰਮੇ ਸਮੇਂ ਤੋਂ ਤੁਸੀਂ ਵਿਚਰ ਰਹੇ ਆ ਸਮਾਜ ਦੇ ਵਿੱਚ ਵੀ, ਸਰਕਾਰ ਦੇ ਵਿੱਚ ਵੀ। ਜਿਹੜੀ 1967 ਵਾਲਾ ਜਿਹੜਾ ਰਾਜ ਭਾਸ਼ਾ ਕਾਨੂੰਨ ਆ 2008 ਵਿੱਚ ਤਰਮੀਮ ਕੀਤੀ ਗਈ, ਉਹ ਕਿਉਂ ਨਹੀਂ ਹਾਲੇ ਤੱਕ ਲਾਗੂ ਹੋ ਸਕਿਆ? ਕਿਉਂ ਨਹੀਂ ਸਰਕਾਰ ਕੋਈ ਲਾਗੂ ਕਰ ਸਕੀ? ਕਾਰਨ ਤੁਸੀਂ ਕੀ ਕਾਰਨ ਦੇਖਦੇ ਆ? ਦੇਖੋ, ਤੁਸੀਂ ਪੰਜਾਬ ਦੇ ਕਿੰਨੇ ਹੀ ਮਸਲੇ ਦੇਖ ਲਓ, ਦਰਿਆਈ ਪਾਣੀਆਂ ਦਾ ਮਸਲਾ ਦੇਖ ਲਓ, ਭਾਸ਼ਾ ਦਾ ਮਸਲਾ ਦੇਖ ਲਓ, ਰੁਜ਼ਗਾਰ ਦਾ ਮਸਲਾ ਦੇਖ ਲਓ, ਕਾਨੂੰਨ ਦਾ ਮਸਲਾ ਦੇਖ ਲਓ, ਇਹ ਸਾਰੇ ਹੀ ਲਟਕੇ ਹੋਏ ਨੇ, ਸਾਰੇ ਲਟਕੇ ਹੋਏ ਨੇ। ਇਹਨਾਂ ਦੇ ਉੱਤੇ ਖਰੜੇ ਤੇ ਖਰੜਾ ਚੜੀ ਜਾਂਦਾ, ਨਵੀਂ ਤੇ ਨਵੀਂ ਕਮੇਟੀ ਬਣਦੀ ਰਹਿੰਦੀ। ਗੱਲ ਉੱਥੇ ਹੀ ਬੈਠੀ ਹੈ ਕਿ ਡਿਸੀਜਨ ਮੇਕਰਸ, ਜਿਨ੍ਹਾਂ ਨੇ ਅਖੀਰ 'ਚ ਫੈਸਲਾ ਲੈਣਾ, ਜਿਨ੍ਹਾਂ ਦੀ ਘੁੱਗੀ ਪੈਣੀ ਬਹੁਤ ਜ਼ਰੂਰੀ ਹੈ ਉੱਥੇ, ਉਹ ਇਮਾਨਦਾਰ ਨਹੀਂ ਹੈ। ਅਸੀਂ ਇੱਕ ਪਾਰਟੀ ਨੂੰ ਬਦਲ ਕੇ ਦੂਜੀ ਲੈ ਆਨੇ, ਦੂਜੀ ਬਦਲ ਕੇ ਤੀਜੀ ਲੈ ਆਨੇ, ਆਸ ਜੀ ਵੱਜਦੀ ਹੈ ਵੀ ਹੁਣ ਇਹ ਤਾਂ ਕੁਝ ਕਰਨਗੇ ਜ਼ਰੂਰ, ਕਿਉਂਕਿ ਇਹ ਜਦੋਂ ਆਪੋਜੀਸ਼ਨ ਸੀ ਤਾਂ ਬਹੁਤ ਰੌਲਾ ਪਾਉਂਦੇ ਸੀ ਕਿ ਪੰਜਾਬੀ ਭਾਸ਼ਾ ਦਾ ਵਿਕਾਸ ਹੋਣਾ ਚਾਹੀਦਾ। ਉਹ ਜਿਵੇਂ ਭੜੂਏ ਕੁਰਸੀ ਤੇ ਬੈਠਦੇ ਨੇ, ਉਹਨਾਂ ਨੂੰ ਪੰਜਾਬੀ ਭਾਸ਼ਾ ਵੀ ਭੁੱਲ ਜਾਂਦੀ ਹੈ, ਪੰਜਾਬੀਆਂ ਦੀਆਂ ਸਮੱਸਿਆਵਾਂ ਭੁੱਲ ਜਾਂਦੀਆਂ, ਸਾਰੀਆਂ ਸਾਰਾ ਕੁਝ ਹੀ ਭੁੱਲ ਜਾਂਦਾ। ਸੁੰਦਰਪਾਲ ਜੀ, ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗਾ, ਸਭ ਤੋਂ ਵੱਡਾ ਝਟਕਾ ਨਾ ਮੈਨੂੰ ਹੁਣ ਵੀ ਲੱਗਾ, ਜਦੋਂ ਮੈਂ ਪਹਿਲਾਂ ਵੀ ਆਉਂਦਾ ਨਾ, ਹਰ ਸਾਲ ਮੈਂ ਆਉਂਦਾ ਹੁੰਦਾ ਸੀ ਕਰੋਨਾ ਸਾਹਿਬ ਤੋਂ ਪਹਿਲਾਂ, ਕਿ ਜਿਹੜੇ ਇੱਥੇ ਜਿਹਨਾਂ ਨੂੰ ਕਨਵੈਂਟ ਸਕੂਲ ਕਹਿੰਦੇ ਆ, ਹੁਣ ਦੇਖੋ ਆਪਾਂ ਯੂਰਪ ਦੇ ਵਿੱਚ ਰਹਿੰਦੇ ਹੈਗੇ ਇੰਨੇ ਚਿਰ ਤੋਂ, ਯੂਰਪੀਅਨਸ ਨੇ, ਅੰਗਰੇਜ਼ਾਂ ਨੇ, ਬ੍ਰਿਟਿਸ਼ਾਂ ਨੇ ਬਹੁਤ ਪਹਿਲਾਂ ਰੀਅਲਾਈਜ਼ ਕਰ ਲਿਆ ਸੀ ਵੀ ਇਹ ਜਿਹੜੇ ਕਨਵੈਂਟ ਸਕੂਲ ਆ, ਇਹ ਬੱਚਿਆਂ ਦੀ ਪੜ੍ਹਾਈ ਦੇ ਲਈ ਠੀਕ ਹੀ ਗੱਲ ਨਹੀਂ। ਇੱਥੇ ਇੱਥੋਂ ਤੱਕ ਕਿ ਸ਼ਹਿਰਾਂ ਤੋਂ ਮੇਰੇ ਪਿੰਡ ਦੇ ਵਿੱਚ ਵੀ ਕਨਵੈਂਟ ਸਕੂਲ ਖੁੱਲ ਗਿਆ। ਉਹ ਕਨਵੈਂਟ ਸਕੂਲ ਜਿਹੜੇ ਆ, ਉਹ ਵੀ ਪੰਜਾਬੀ ਮਾਨਸਿਕਤਾ, ਹਿੰਦੁਸਤਾਨੀ ਮਾਨਸਿਕਤਾ ਨੂੰ ਉਹ ਕੋੜ ਦਾ ਰੋਗ ਨਹੀਂ ਦਿਖਾਈ ਦਿੰਦੇ, ਔਰ ਉਹ ਆਪਣੀ ਇੰਨੀ ਮਿਹਨਤ ਦੀ ਕਮਾਈ ਕਰਕੇ ਉਹ ਐਡੀਆਂ ਫੀਸਾਂ ਦੇ ਕੇ ਆਪਣੇ ਬੱਚਿਆਂ ਨੂੰ ਸਿਰਫ ਪੜ੍ਹਾਉਂਦੇ ਨਹੀਂ, ਉਹਨਾਂ ਦੀ ਕਨਵਰਸ਼ਨ ਉਹਨਾਂ ਤੋਂ ਕਰਾਉਂਦੇ, ਜਿਹੜੀ ਮੁਰੰਮਤ ਆ ਨਾ, ਪਹਿਲਾਂ ਤੋਂ ਹੀ ਗੱਲ ਕੀਤੀ ਹੈ, ਉਹ ਆਪਣੇ ਬੱਚਿਆਂ ਨੂੰ ਉਸ ਕਨਵੈਂਟ ਸਕੂਲ 'ਚ ਦੇ ਆਉਂਦੇ ਆ ਜੀ, ਇਸ ਬੱਚੇ ਦੀ ਤੁਸੀਂ ਐਨ ਚੰਗੀ ਤਰ੍ਹਾਂ ਮੁਰੰਮਤ ਕਰ ਦਿਓ। ਔਰ ਉਹ ਤੋਂ ਡਰ ਆਉਂਦਾ ਕਿ ਜਿਸ ਯੂਰਪ ਦੇ ਵਿੱਚ ਜਿੱਥੋਂ ਕਨਵੈਂਟ ਸਕੂਲਾਂ ਦਾ ਰਿਵਾਜ ਆਇਆ, ਉਹਨਾਂ ਨੇ ਤਾਂ ਉਹ ਕਨਵੈਂਟ ਸਕੂਲ ਬਾਹਰ ਕੱਢ ਦਿੱਤੇ, ਇੱਥੇ ਖੁੰਬਾਂ ਵਾਂਗੂ ਉੱਗਦੇ ਆ, ਔਰ ਇਹਨਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਸਾਡੇ ਬੱਚਿਆਂ ਨੂੰ ਉਹ ਕੀ ਕਰ ਰਹੇ ਕਨਵੈਂਟ ਸਕੂਲ। ਚਲੋ ਜਿੱਦਾਂ ਮੈਂ ਤੁਹਾਨੂੰ ਦੱਸਦੀ, ਮੇਰੀ ਨਾ ਬੱਚੀ ਪੜ੍ਹਦੀ ਸੀ ਮਤਲਬ ਸਕੂਲ 'ਚ। ਹੁਣ ਇੱਥੇ ਹਰ ਮਾਂ-ਬਾਪ ਦੀ ਮਜਬੂਰੀ ਹੈ ਵੀ ਬੱਚਾ ਸਰਕਾਰੀ ਸਕੂਲ 'ਚ ਤੁਸੀਂ ਨਹੀਂ ਪੜ੍ਹਾਉਣਾ, ਉੱਥੇ ਪੜ੍ਹਾਉਣਾ, ਕਿਉਂਕਿ ਉਹ ਕੀਤਾ ਨਾ ਮੁਰੰਮਤ ਇੱਦਾਂ ਕੀਤੀ ਕਿ ਪਹਿਲਾਂ ਸਰਕਾਰੀ
ਸਕੂਲ ਨੂੰ ਇੱਥੋਂ ਚੁੱਕ ਕੇ ਹੌਲੀ ਹੌਲੀ ਥੱਲੇ ਸੁੱਟਿਆ ਗਿਆ, ਉਹਨੂੰ ਯੂਜ਼ਲੈਸ ਬਣਾਇਆ ਗਿਆ, ਉਹਨੂੰ ਕੁਝ ਨਹੀਂ ਦਿੱਤਾ ਗਿਆ, ਉਹਨੂੰ ਨਾ ਸਟਾਫ ਨਾ ਕੁਝ। ਫਿਰ ਉਹਨੂੰ ਆਪਸ਼ਨ ਦਿੱਤੀ ਕਿ ਆਹ ਦੂਜੀ ਥਾਲੀ 'ਚ ਆਹ ਪਰੋਸਿਆ ਹੋਇਆ, ਹੁਣ ਤੂੰ ਆਹ ਖਾ। ਮੇਰੀ ਬੱਚੀ ਪੜ੍ਹਦੀ ਸੀ ਤੇ ਮੇਰੇ ਇੱਕ ਦਿਨ ਨਾ ਘਰੇ ਲੈਟਰ ਆ ਗਈ ਕਿ ਤੁਸੀਂ ਆ ਕੇ ਪ੍ਰਿੰਸੀਪਲ ਨੂੰ ਮਿਲੋ। ਮੈਂ ਕਿਹਾ ਪਤਾ ਨਹੀਂ ਮੇਰੀ ਬੇਟੀ ਨੇ ਕੀ ਉੱਥੇ ਕਰਤਾ, ਸਕੂਲ 'ਚ ਗੜਬੜ ਕਰਤੀ। ਮੈਂ ਜਾ ਕੇ ਮੈਂ ਕਿਹਾ ਜੀ ਕੋਈ ਪ੍ਰੋਬਲਮ? ਕਹਿੰਦੇ ਹਾਂ ਪ੍ਰੋਬਲਮ ਹੈ। ਮੈਂ ਕੀ ਹੈਗੀ ਆ? ਕਹਿੰਦੇ ਤੁਹਾਡੀ ਬੱਚੀ ਪੰਜਾਬੀ ਇਹੋ ਜਿਹੀ ਬੋਲਦੀ, ਸਾਨੂੰ ਸਮਝ ਨਹੀਂ ਆਉਂਦੀ। ਮੈਂ ਕਿਹਾ ਵੀ ਉਹ ਪੰਜਾਬੀਆਂ ਦੀ ਬੱਚੀ ਪੰਜਾਬੀ ਬੋਲ, ਕਹਿੰਦੇ ਨਹੀਂ ਉਹ ਬਹੁਤ ਸ਼ੁੱਧ ਪੰਜਾਬੀ ਬੋਲਦੀ ਹੈ। ਮੈਂ ਕਿਹਾ ਫਿਰ ਇਹ ਗੱਲ ਮੈਂ ਤਾਂ ਬਹੁਤ ਮਾਣ ਮਹਿਸੂਸ ਕਰਦਾ। ਕਹਿੰਦੇ ਨਹੀਂ ਜੀ ਅਸੀਂ ਤਾਂ ਇੱਥੇ ਅੰਗਰੇਜ਼ੀ ਸਿਖਾਣੀ ਹੈ। ਮੈਂ ਕਿਹਾ ਲਿਸਨ, ਮੈਂ ਆਪਣੀ ਬੱਚੀ ਫੀਸ ਤਾਰ ਕੇ ਤੁਹਾਡੇ ਕੋਲ ਭੇਜੀ ਨਾ, ਤੁਸੀਂ ਇਹਨੂੰ ਅੰਗਰੇਜ਼ੀ ਸਿਖਾਓ, ਫ੍ਰੈਂਚ ਸਿਖਾਓ, ਹਿੰਦੀ ਸਿਖਾਓ, ਜੋ ਮਰਜ਼ੀ ਸਿਖਾਓ, ਲੇਕਿਨ ਘਰ 'ਚ ਪੰਜਾਬੀ ਅਸੀਂ ਸਿਖਾਣੀ ਹੈ। ਉਹ ਸਾਨੂੰ ਸਿਖਾਈ ਜਾਣ ਦਿਓ, ਤੁਹਾਡੇ ਕੋਲ ਜਿਹੜਾ ਦੇ ਰਹੇ ਤੁਸੀਂ ਉਹ ਦਿਓ। ਲੇਕਿਨ ਭਾਜੀ ਇਹਦੀ ਵੀ ਇੱਥੇ ਫੇਰ ਦੁਬਾਰਾ ਉੱਥੇ ਗੱਲ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਕਨਵੈਂਟ ਸਕੂਲ ਕਿਹਨੇ ਲਿਆਂਦੇ, ਉਹਨਾਂ ਨੂੰ ਸਰਟੀਫਿਕੇਟ ਕਿਹਨੇ ਦਿੱਤੇ, ਕਿੱਦਾਂ ਅੰਡਰ ਦਾ ਟੇਬਲ ਕਿੰਨਾ ਕਿੰਨਾ ਪੈਸਾ ਚੜਿਆ, ਕਿੰਨੇ ਪੰਜਾਬ ਦੇ ਵਿੱਚ ਪ੍ਰਾਈਵੇਟ ਕਾਲਜ ਬਣੇ, ਪੰਜਾਬ ਦੇ ਵਿੱਚ ਲੱਡੂ ਜਲੇਬੀਆਂ ਵਾਲਿਆਂ ਨੇ ਯੂਨੀਵਰਸਿਟੀਆਂ ਖੜੀਆਂ ਕਰ ਦਿੱਤੀਆਂ ਏਡੀਆਂ ਵੱਡੀਆਂ ਵੱਡੀਆਂ, ਤੇ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਸੀ ਉਹ ਵਿਚਾਰੀਆਂ ਪਿੱਛੇ ਧੱਕ ਦਿੱਤੀਆਂ ਗਈਆਂ। ਇਹ ਕਿਹਨੇ ਇਹ ਸਾਰਾ ਕੁਝ ਕੀਤਾ? ਪਹਿਲਾਂ ਕਰ ਦਿੱਤਾ ਲੋਕਾਂ ਦੇ ਮਨ, ਹੁਣ ਫਿਰ ਲੋਕਾਂ ਦੇ ਮੋਢੇ ਦੇ ਉੱਤੇ ਬੰਦੂਕ ਵੀ ਤੁਸੀਂ ਐ ਨਹੀਂ ਕਰਦੇ। ਸੋ ਇਹ ਸਾਰੀ ਚੀਜ਼ ਸਮਝਣ ਦੀ ਲੋੜ ਹੈ ਸਾਨੂੰ। ਇਹ ਅਸੀਂ ਪਿਛਲੇ ਸਮਾਂ ਫਿਰ ਮੁੱਕ ਜਾਣਾ ਮਾਰਵਾ ਜੀ। ਮੈਂ ਕਹਿੰਦਾ ਪੰਜਾਬ ਦੇ ਵਿਚਾਰ ਜ਼ਿਆਦਾ ਲੈ ਲਈਏ ਅਸੀਂ। ਪਿਛਲੇ ਸਮੇਂ ਦੇਖਿਆ ਕਿ ਅਕਾਲੀ ਸਰਕਾਰ ਨੇ ਵੀ ਪੰਜਾਬੀ ਵਾਸਤੇ ਕੁਝ ਨਹੀਂ ਕੀਤਾ। ਤੋਤਾ ਸਿੰਘ ਹੁਣੀ ਪਹਿਲੀ ਤੋਂ ਅੰਗਰੇਜ਼ੀ ਦੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਕੈਪਟਨ ਸਾਹਿਬ ਆਏ, ਉਹਨਾਂ ਨੇ ਸਹੁੰ ਹੀ ਉਹਨੇ ਅੰਗਰੇਜ਼ੀ ਵਿੱਚ ਚੁੱਕੀ, ਸ਼ਾਇਦ ਉਹਨੂੰ ਪੰਜਾਬੀ ਆਉਂਦੀ ਨਹੀਂ ਸੀ। ਜਿਹੜੀ ਸਿੱਖਿਆ ਮੰਤਰੀ ਬਣਾਈ ਉਹਨੇ ਵੀ ਅੰਗਰੇਜ਼ੀ ਵਿੱਚ ਸਹੁੰ ਚੁੱਕੀ। ਤੁਹਾਨੂੰ ਨਵੀਂ ਸਰਕਾਰ ਤੋਂ ਕੀ ਆਸਾਂ ਨੇ? ਆਸਾਂ ਤੇ ਇਦਾਂ ਦੀ ਜਿੱਦਾਂ ਦੀ ਪਹਿਲਾਂ ਤੋਂ ਹੀ, ਜਿਹੜੀਆਂ ਪਹਿਲਾਂ ਜੋ ਕੁਝ ਹੋਇਆ ਨਾ, ਹੁਣ ਵੀ ਚਿੱਠੀ ਨਿਕਲਦੀ ਆ ਕਿ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ ਜਾਵੇ, ਤੇ ਚਿੱਠੀ ਅੰਗਰੇਜ਼ੀ 'ਚ ਆਉਂਦੀ ਆ। ਤੇ ਆਸ ਤੇ ਉੱਥੋਂ ਹੀ ਵੱਜ ਜਾਂਦੀ ਆ ਵੀ ਕੀ ਹੋਣਾ ਕੀ ਆ। ਨਿਰਾਸ਼ਾ ਤਾਂ ਉੱਥੋਂ ਹੀ ਆ। ਇਹ ਦੁੱਖ ਨਹੀਂ ਗਾ, ਇਹ ਦੁਖਾਂਤ ਆ ਸਾਡਾ ਵੀ ਉਹਨੂੰ ਵਾਸਤੇ ਫਿਰ ਜਦੋਂ ਡਿਕਟੇਟ ਜਿਹੜਾ ਕਰਾਉਂਦੇ ਆ ਨਾ, ਅੰਗਰੇਜ਼ੀ 'ਚ ਕਰਾਉਂਦੇ ਵੀ ਇਹਨੂੰ ਇੱਦਾਂ ਕਰ ਲਓ ਇੱਦਾਂ ਕਰ ਲਓ। ਤੇ ਜਿੰਨਾ ਚਿਰ ਇਹੋ ਕੁਝ ਹੁੰਦਾ ਰਹਿਣਾ ਨਾ, ਤੇ ਫਿਰ ਇਹ 'ਚ ਸੁਧਾਰ ਦੇ ਕੋਈ ਏਡੀ ਛੇਤੀ ਅਸਾਰ ਨਜ਼ਰ ਨਹੀਂ ਆਉਂਦੇ। ਚਲੋ ਆਸ ਫਿਰ ਵੀ ਕਰਨੀ ਪੈਣੀ, ਇੰਨਾ ਨਿਰਾਸ਼ਾ ਨਹੀਂ ਹੋਣ ਦੀ ਲੋੜ, ਪਰ ਸਾਨੂੰ ਆਸ ਕਰਨੀ ਚਾਹੀਦੀ ਆ ਵੀ ਸ਼ਾਇਦ ਕਿਤੇ ਗੱਲ ਤੁਰ ਪਏ, ਕਿਉਂਕਿ ਆਸ ਤੋਂ ਬਿਨਾਂ ਤਾਂ ਹਮ ਚੱਲਿਆ ਨਹੀਂ ਜਾਂਦਾ। ਜੀ ਵੀ ਆਸਾ ਮਰੇ ਨਿਰਾਸ਼ਾ, ਪਰ ਫਿਰ ਵੀ ਜਿੰਨੀਆਂ ਆਸਾਂ ਲੋਕ ਲਾ ਕੇ ਬੈਠੇ ਸੀ ਨਾ, ਸ਼ਾਇਦ ਉਨੀਆਂ ਆਸਾਂ ਤੇ ਬੂਰ ਪੈਣ ਵਾਲਾ ਨਜ਼ਰ ਨਹੀਂ ਆਉਂਦਾ ਜੇਕਰ। ਚਲੋ ਮੈਂ ਹੁਣ ਡਾਕਟਰ ਸਾਹਿਬ ਨੂੰ ਪੁੱਛਦਾ, ਡਾਕਟਰ ਸਾਹਿਬ ਤੁਸੀਂ ਆਪਣੇ ਨਾਟਕਾਂ ਦੇ ਰਾਹੀਂ ਕੀ ਇਸ ਮਸਲੇ ਨੂੰ ਵੀ ਉਭਾਰੋਗੇ ਜਾਂ ਲੋਕਾਂ ਨੂੰ ਜਾਗਰੂਕ ਕਰੋਗੇ ਵੀ ਤੁਹਾਡੀ ਭਾਸ਼ਾ ਤੁਹਾਡੀ ਮਰ ਰਹੀ ਹੈ? ਬਿਲਕੁਲ ਮੈਂ ਇਹ ਨਹੀਂ ਕਿ ਕਰੂੰਗਾ, ਮੈਂ ਪਹਿਲਾਂ ਹੀ ਕਰ ਰਿਹਾ। ਮੈਂ ਭਾਸ਼ਾ ਦੇ ਉੱਤੇ ਵੀ ਨਾਟਕ, ਮੈਂ ਬਹੁਤ ਸ਼ੋਜ਼ ਉਹਦੇ ਕੀਤੇ, ਮੈਂ ਹਰਿਆਣੇ 'ਚ ਜਾ ਕੇ ਵੀ ਕੀਤੇ, ਪੰਜਾਬ 'ਚ ਵੀ ਕੀਤੇ। ਉਹਦਾ ਨਾਮ ਹੀ ਐਸੀ ਮੇਰੀ ਮਾਂ ਬੋਲੀ ਪੰਜਾਬੀ, ਵੀ ਉਹਦੇ ਵਿੱਚ ਇਹੀ ਸੀ ਕਿ ਸਾਨੂੰ ਮਾਂ ਬੋਲੀ ਨੂੰ ਵਿਸਾਰ ਕੇ ਸਾਡਾ ਕਿਸ ਕਿਸ ਤਰ੍ਹਾਂ ਦਾ ਨੁਕਸਾਨ ਹੋ ਰਿਹਾ। ਕੁਛ ਨੁਕਸਾਨ ਹੁੰਦਾ ਜਿਹੜਾ ਤੁਹਾਨੂੰ ਇੱਕਦਮ ਦਿਸਦਾ ਹੁੰਦਾ, ਕੁਛ ਨੁਕਸਾਨ ਹੁੰਦਾ ਜਿਹੜਾ ਤੁਹਾਨੂੰ ਫਿਰ ਪਤਾ ਲੱਗਦਾ ਹੌਲੀ 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 ਪੀੜ੍ਹੀਆਂ ਦਰ ਪਤਾ ਲੱਗਦਾ ਵੀ ਅਸੀਂ ਉੱਥੇ ਕਿਹੜੀ ਖਾਈ ਪੱਟ ਆਏ ਹਾਂ ਜਿਹਦੇ ਵਿੱਚ ਹੁਣ ਅਗਲੀ ਪੀੜ੍ਹੀ ਨੇ ਸਾਡੀ ਨੇ ਡਿੱਗਣਾ ਹੈ। ਸੋ ਉਸ ਤਰ੍ਹਾਂ ਦੇ ਮੈਂ ਤੇ ਜਿੰਨਾ ਵੀ ਸਮਾਜ ਨਾਲ ਕੋਈ ਜੁੜੀਆਂ ਹੋਈਆਂ ਅਲਾਮਤਾਂ ਨੇ, ਜਿੱਥੇ ਸਮਾਜ ਅੱਗੇ ਵੱਧ ਸਕਦਾ, ਜਿੱਥੇ ਸਮਾਜ ਪਿੱਛੇ ਡਿੱਗਿਆ ਉਹ ਕੀ ਹੈ, ਜਿੰਨਾ ਕਿ ਮੈਂ ਕਰ ਸਕਦਾ। ਕਹਿੰਦਾ ਮਤਲਬ ਇੱਕ ਕਲਾਕਾਰ ਤਾਂ ਹਾਜ਼ਰ ਨਾਰਾ ਹੀ ਮਾਰ ਸਕਦਾ ਹੈ ਨਾ, ਤੇ ਉਹ ਮੈਂ ਜ਼ਰੂਰ ਮਾਰਦਾ। ਭਾਸ਼ਾ ਬਾਰੇ ਵੀ ਮੈਂ ਕਰਦਾ ਰਹੂੰਗਾ। ਮੈਂ ਹੀ ਨਹੀਂ ਇਕੱਲਾ, ਮੇਰੇ ਹੋਰ ਸਾਥੀ ਵੀ ਜਿਹੜੇ ਰੰਗਮੰਚ ਕਰਦੇ ਨੇ ਉਹ ਵੀ ਭਾਸ਼ਾ ਦੇ ਉੱਤੇ ਨਾਟਕ ਕਰਦੇ ਆ। ਕੇਵਲ ਧਾਲੀਵਾਲ ਨੇ ਇੱਕ ਨਾਟਕ ਪੂਰਾ ਭਾਸ਼ਾ ਦੇ ਉੱਤੇ ਹੀ ਕੀਤਾ ਸੀ, ਹੈ ਨਾ, ਤੇ ਇੱਦਾਂ ਹੋਰ ਵੀ ਦੋਸਤ ਕਰ ਰਹੇ ਨੇ। ਸੋ ਕਲਾਕਾਰ ਜਿਹੜਾ ਹੈਗਾ, ਸਾਹਿਤਕਾਰ, ਉਹ ਤਾਂ ਕਿਤੇ ਨਾ ਕਿਤੇ ਆਪਣਾ ਯਤਨ ਨਿਭਾ ਰਿਹਾ, ਪਰ ਉਹ ਯਤਨ ਗਾਂ ਕਿੱਦਾਂ ਵਧੇ, ਉਹ ਡਿਸੀਜਨ ਤੱਕ ਕਿੱਦਾਂ ਪਹੁੰਚੇ, ਫੈਸਲੇ ਤੱਕ ਕਿੱਦਾਂ ਪਹੁੰਚੇ, ਉਹ ਇੱਕ ਲੋੜ ਹੈ ਕਿ ਅਸੀਂ ਸਾਹਿਤਕਾਰ ਤੇ ਕਲਾਕਾਰ ਵੀ ਆਪਣਾ ਫਰਜ਼ ਸਮਝੀਏ ਕਿ ਅਸੀਂ ਕਿਤੇ ਨਰਮ ਤਾਂ ਨਹੀਂ ਪਏ ਹੋਏ, ਵੀ ਅਸੀਂ ਕਿਤੇ ਆਪਣੀ ਸੁਰ ਨਰਮ ਤਾਂ ਨਹੀਂ ਕੀਤੀ ਹੋਈ, ਵੀ ਸਹਿੰਦੇ ਜੇ ਕਰਕੇ ਤੇ ਬਸ ਸਰਕਾਰ ਤੁਹਾਡੇ ਤੋਂ ਨਾਰਾਜ਼ ਨਾ ਹੋ ਜਾਵੇ, ਉਦਾਂ ਦੀ ਗੱਲਾਂ ਕਰੀਏ ਵੀ ਲੋਕ ਜਿਹੜੇ ਹੈਗੇ ਉਹ ਵੀ ਖੁਸ਼ ਰੱਖੋ, ਸਰਕਾਰ ਨੂੰ ਵੀ ਖੁਸ਼ ਰੱਖੋ। ਮੈਂ ਉਹਨਾਂ ਚੋਂ ਨਹੀਂ ਆ, ਠੀਕ ਹੈ, ਮੈਂ ਉਹਨਾਂ ਚੋਂ ਨਹੀਂ ਆ। ਮੈਂ ਜੋ ਗੱਲ ਕਹਿਣੀ ਹੈ ਸਟੇਜ ਤੋਂ ਮੈਂ ਬੇਬਾਕੀ ਨਾ ਕਹਿਣਾ। ਥੋੜਾ ਜਿਹਾ ਮੈਂ ਬਹੁਤ ਧੰਨਵਾਦ। ਮੈਂ ਜ਼ਿਕਰ ਇਹ ਕਰਨਾ ਚਾਹੁੰਦਾ, ਪਿਛਲੇ ਦਿਨਾਂ ਵਿੱਚ ਕੇਂਦਰੀ ਲਿਖਾਰੀ ਮੀਟਿੰਗ ਸੀ, ਉਹ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਗੱਲਬਾਤ ਕਰਨੀ ਸੀ। ਉਹਦੇ 'ਚ ਬਹੁਤ ਸਾਰੇ ਵਿਦਵਾਨ, ਡਾਕਟਰ ਸੁਖਦੇਵ ਸਿੰਘ ਸਿਰਸਾ, ਸੁਰਜੀਤ ਸਿੰਘ ਬਰਾੜ, ਕਮਰਦੀਪ ਸਿੰਘ, ਡਾਕਟਰ ਜੋਗਾ ਸਿੰਘ, ਦਰਸ਼ਨ ਬੁੱਟਰ ਸਾਹਿਬ, ਸੁਸ਼ੀਲ ਦੁਸਾਂਝ, ਜਿਹੜੇ ਹੁਣ ਮੈਗਜ਼ੀਨ ਦੇ ਸੰਪਾਦਕ ਨੇ, ਉਹਨਾਂ ਨੇ ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਕਿਹਾ ਕਿ ਜੋ ਪੰਜਾਬੀ ਭਾਸ਼ਾ ਦੀ ਲੋਕ ਲਹਿਰ ਸੀ, ਅਸੀਂ ਉਸ ਨੂੰ ਲੋਕ ਲਹਿਰ ਨਹੀਂ ਬਣਾ ਸਕੇ। ਇਹ ਉਹਨਾਂ ਨੇ ਐਡਮਿਟ ਕੀਤਾ, ਮੰਨਿਆ ਉਹਨਾਂ ਨੇ, ਇਹ ਸਾਡਾ ਇਹਦੇ ਵਿੱਚ ਦੋਸ਼ ਹੈਗਾ। ਤੁਸੀਂ ਹੁਣ ਅਸੀਂ ਜ਼ਮੀਨੀ ਪੱਧਰ ਤੇ ਗੱਲ ਕਰੀਏ, ਸਰਕਾਰ ਦੀ ਵੀ ਗੱਲ ਘੱਟ ਕਰੀਏ, ਕੀ ਅਸੀਂ ਜੇ ਕੱਲ੍ਹ ਨੂੰ ਕਹੀਏ ਵੀ ਜੀ ਚਲੋ ਜੀ ਗੁਰਦਾਸਪੁਰ ਵਾਲੇ ਸਾਰੇ ਆਪਾਂ ਬਾਜ਼ਾਰ ਦੇ ਜਿਹੜੇ ਸਾਰੇ ਬੋਰਡ ਹੈਗੇ ਆ ਜਾਂ ਪੰਜਾਬੀ 'ਚ ਕਰਾਈਏ, ਜਾਂ ਤਹਿਸੀਲਦਾਰ ਨੂੰ ਕਹੀਏ ਤੁਸੀਂ ਪੰਜਾਬੀ ਵਿੱਚ ਸਾਰੇ ਜਿਹੜੇ ਹੈਗੇ ਆਪਣੇ ਬਿਆਨ ਆ ਜਾਂ ਜਿਹੜੇ ਹੁਕਮ ਆ ਉਹ ਜਾਰੀ ਕਰੋ, ਥੱਲਿਓਂ ਸਾਨੂੰ ਹੋਰ ਕੀ ਕਰਨਾ ਚਾਹੀਦਾ? ਵੇਖੋ ਇਸ ਵੇਲੇ ਸਾਡੇ ਜ਼ਿਲ੍ਹਾ ਭਾਸ਼ਾ ਅਫਸਰ ਜਿਹੜੇ ਨੇ ਇੱਥੇ, ਡਾਕਟਰ ਪਰਮਜੀਤ ਸਕਲਸੀ, ਉਹਨਾਂ ਨੂੰ ਅਸੀਂ 4-5 ਵਾਰੀ ਮਿਲ ਚੁੱਕੇ ਹਾਂ, ਤੇ ਉਹਨਾਂ ਨੂੰ ਲਗਾਤਾਰ ਯਤਨ ਜਾਰੀ ਆ। ਕਿਉਂਕਿ ਪਹਿਲਾਂ ਤਾਂ ਵੇਖੋ ਚੱਕਰ ਸੀਗਾ ਵੀ 22 ਜਦੋਂ 22 ਜ਼ਿਲ੍ਹੇ ਹੁਣ 23 ਹੋ ਗਏ ਆ, ਜਦੋਂ 22 ਜ਼ਿਲ੍ਹੇ ਸੀ ਨਾ, ਉਦੋਂ 21 ਜ਼ਿਲ੍ਹਾ ਭਾਸ਼ਾ ਅਫਸਰ ਹੀ ਨਹੀਂ ਸੀਗੇ।
ਹੁਣ ਉਹ ਲੱਗਾ ਪਰ ਇਹਦੇ ਨਾਲ ਹੀ ਕੀ ਜਿਹੜੀ ਸਰਕਾਰ ਹੈਗੀ ਆ ਉਹ ਭਾਸ਼ਾ ਵਿਭਾਗ ਨੂੰ ਪੂਰਾ ਸਮਰਥਨ ਦੇ ਰਹੀ ਹੈਗੀ ਆ? ਨਹੀਂ ਉਹ ਵੀ ਨਹੀਂ ਪੂਰਾ ਦੇ ਰਹੀ। ਹੁਣ ਵੀ ਜਿਹੜੇ ਜਿੰਨੇ ਭਾਸ਼ਾ ਅਫਸਰ ਲਾਏ ਨਾ ਉਹ ਸਾਰੇ ਡੈਪੂਟੇਸ਼ਨ ਤੇ ਲਾਏ ਨੇ, ਅਜੇ ਵੀ ਜਿਹੜੇ ਨੇ ਰੈਗੂਲਰ ਨਹੀਂ ਕਿ ਪੋਸਟਾਂ ਲਾਏ, ਪਰ ਫਿਰ ਵੀ ਚਲੋ ਯਤਨ ਕਰ ਰਹੇ ਆ ਕਿਉਂਕਿ ਹੁਣ ਜਿੰਨੇ ਸਕੂਲਾਂ ਕਾਲਜਾਂ ਚ ਚੁੱਕ ਕੇ ਲਿਆਂਦੇ ਆ ਨਾ ਬੰਦੇ ਵੈਲ ਕੁਆਲੀਫਾਈਡ ਨੇ, PhD ਬੰਦੇ ਨੇ, ਤੇ ਉਹ ਆਣ ਕੇ ਜਿੰਨੀ ਕਿ ਉਹਨਾਂ ਸਮਰੱਥਾ ਨਾ ਉਹ ਆਪਣੇ ਤੌਰ ਤੇ ਕਰ ਰਹੇ ਆ, ਤੇ ਉਹਦੇ ਨਾਲ ਸਾਨੂੰ ਆਸ ਹੀ ਬਣਦੀ ਹੈ ਵੀ ਸ਼ਾਇਦ ਥੋੜਾ ਬਹੁਤਾ ਜ਼ਿਆਦਾ ਤਾਂ ਭਾਵੇਂ ਨਹੀਂ ਇਹਦੇ ਇੰਨਾ ਕੁਝ ਜਿੰਨਾ ਵਿਗੜਿਆ ਸਿਸਟਮ ਆ, ਇਸ ਇੰਨੇ ਵਿਗੜੇ ਤੰਤਰ ਨੂੰ ਇੱਕਦਮ ਸੁਧਾਰਿਆ ਜਾਣਾ ਜਾਂ ਕਹੀਏ ਵੀ ਬਿਲਕੁਲ ਠੀਕ ਹੋ ਜਾਣਾ, ਪਰ ਉਹ 'ਚ ਲਗਾਤਾਰ ਜਿਹੜੇ ਯਤਨ ਜਾਰੀ ਆ ਕਿਉਂਕਿ ਅਸੀਂ 4-5 ਮੀਟਿੰਗਾਂ ਕਰ ਰਹੇ ਡੀ ਸਾਹਿਬ ਨਾਲ ਮਿਲ ਚੁੱਕੇ ਆ, ਤੇ ਉਹਨਾਂ ਦਾ ਲਗਾਤਾਰ ਯਤਨ ਇਸ ਸਮੇਂ ਜਾਰੀ ਆ, ਤੇ ਸਾਨੂੰ ਆਸ ਆ ਵੀ ਚਲੋ ਸ਼ਾਇਦ ਕੁਝ ਨਾ ਕੁਝ ਸ਼ਾਇਦ ਬੂਰ ਪਵੇ। ਸਰੂਪ ਸਿੰਘ ਮਰਵਾ ਜੀ, ਆਹ ਮਹੀਨਾ ਇਹਨਾਂ ਨੇ ਅਨਾਉਂਸ ਇਹ ਕੀਤਾ ਸੀ ਵੀ ਇਹ ਸਾਰਾ ਪੰਜਾਬੀ ਭਾਸ਼ਾ ਪਿੱਛੇ ਆਪੇ ਲਿਖਿਆ ਪੰਜਾਬੀ ਨੂੰ ਸਮਰਪਿਤ, ਪਰ ਉਹਦੇ ਵਿੱਚ ਮੈਨੂੰ ਤਾਂ ਜਾਂ ਤਾਂ ਦੇਖਿਆ ਵੀ ਕਵੀਆਂ ਦੀਆਂ ਕਿਤਾਬਾਂ ਕੁਛ ਲੋਕ ਅਰਪਣ ਹੋਈਆਂ, ਤੇ ਜਾਂ ਫਿਰ ਵਾਰਿਸ ਸ਼ਾਹ ਦੀ ਹੀਰ ਦੀ ਕੋਈ ਗੱਲ ਹੋ ਰਹੀ ਹੈ, ਤੇ ਇੱਦਾਂ ਵੀ ਜੋ ਜਿਹੜੀ ਗੱਲ ਸਵਾਲ ਆਪਾਂ ਉਠਾ ਰਹੇ ਆ ਉਹ ਅਸਲੀ ਕਿਸੇ ਜਿੰਨੀਆਂ ਵੀ ਆਪਾਂ ਮੀਟਿੰਗਾਂ ਕੀਤੀਆਂ ਕਿਸੇ ਨੇ ਨਹੀਂ ਕੀਤੀ। ਵੀ ਮੈਨੂੰ ਇਹ ਨਹੀਂ ਸਮਝ ਆਈ ਵੀ ਹੁਣ 3 ਹਫ਼ਤੇ ਤਾਂ ਹੋ ਗਏ ਆ, ਨਵੰਬਰ ਦਾ ਮੁੱਕ ਚੱਲਿਆ, ਵੀ ਇਹ ਪੰਜਾਬੀ ਭਾਸ਼ਾ ਦਾ ਮਹੀਨਾ ਉਹਦੇ ਵਿੱਚ ਕਿਹੜਾ ਉਹਦੇ ਵਿੱਚੋਂ ਨਤੀਜਾ ਨਿਕਲਿਆ ਜਾਂ ਕਿਹੜਾ ਨਿਕਲਣਾ ਚਾਹੀਦਾ ਸੀ, ਤੇ ਜਾਂ ਇਹ ਸਿਰਫ ਹੈਗਾ ਵੀ ਲੋਕਾਂ ਨੂੰ ਦਿਖਾਵਾ ਕਰਨ ਦੇ ਲਈ ਵੀ ਜੀ ਆਹ ਮਹੀਨਾ ਸਾਰਾ ਹੀ ਅਸੀਂ ਪੰਜਾਬੀ ਦੇ ਉੱਤੇ ਹੀ ਲਾ ਦਿੱਤਾ, ਪਰ ਉਹ ਨਹੀਂ ਸਮਝ ਆਈ ਵੀ ਕਾਹਦੇ ਤੇ ਲਾਇਆ। ਅਸੀਂ ਇੱਦਾਂ ਕਰਦੇ ਜੀ, ਅਸੀਂ ਫਿਰ ਜੇ 2022 ਚ ਸਾਰਾ ਕੁਝ ਕਰ ਲਿਆ ਫਿਰ 23 ਚ ਕੀ ਕਰਨਾ? ਉਹਲੇ ਗ੍ਰਾਂਟ ਵੀ ਲੈਣੀ ਆ। ਗੁਰਮੀਤ ਸਿੰਘ ਜੀ ਬਲਦੇ ਵੀ ਇੱਕ ਮਿੰਟ, ਆਪਾਂ ਹੁਣ ਤੁਹਾਨੂੰ ਪਤਾ ਲੱਗਾ ਕਿ ਇਸ ਵੇਲੇ ਕੰਪਿਊਟਰ ਦਾ ਯੁੱਗ ਹੈਗਾ, ਸਾਨੂੰ ਇਹ ਬੜੀ ਸਮੱਸਿਆ ਆ ਰਹੀ ਹੈਗੀ ਆ ਕਿ ਜਿਹੜੇ ਪੰਜਾਬੀ ਦੇ ਜਿਹੜੇ ਕੰਪਿਊਟਰ ਤੇ ਆਪਾਂ ਵਰਤਦੇ ਅੱਖਰ ਉਹਨੂੰ ਅਸੀਂ ਫੌਂਟ ਕਹਿੰਦੇ ਆ, ਫੌਂਟਾਂ ਨੇ ਇੰਨਾ ਕਨਵਾਸੇ ਨਾਲ ਭੰਬਲ ਭੂਸਾ ਪਾਇਆ ਕਿ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ ਹੈਗਾ, ਜਿਹਦਾ ਕਿ ਯੂਨੀਕੋਡ ਨੇ ਮਸਲਾ ਹੱਲ ਕੀਤਾ। ਯੂਨੀਕੋਡ ਨੇ ਯੂਨੀਕੋਡ ਕੰਸੋਰਟੀਅਮ 1980 ਦੁਆਲੇ ਬਣਾਇਆ ਸੀਗਾ, ਉਸ ਤੋਂ ਬਾਅਦ ਸੀਡੈਕ ਵਾਲਿਆਂ ਨੇ, ਭਾਰਤੀ ਜਿਹੜੀ ਸੰਸਥਾ ਹੈਗੀ ਆ, ਉਹਨਾਂ ਨੇ ਯੂਨੀਕੋਡ ਕੀਬੋਰਡ ਬਣਾਇਆ, ਤੇ ਉਹ ਹੁਣ ਪ੍ਰਚਲਿਤ ਹੋ ਗਿਆ ਹੈਗਾ। ਤੁਹਾਨੂੰ ਕੀ ਲੱਗਦਾ ਹੈਗਾ ਜਿਹੜਾ ਕੰਪਿਊਟਰ ਦਾ ਕਿੰਨਾ ਕੁ ਰੋਲ ਹੈਗਾ ਪੰਜਾਬੀ ਦੇ ਵਿਕਾਸ ਵਾਸਤੇ? ਵੇਖੋ ਗੱਲ ਹੈ ਜੀ, ਅੱਗੇ ਜੋ ਕੁਝ ਸਾਰਾ ਟਾਈਪ ਕਰਦੇ ਸੀ ਨਾ ਉਹ ਸਾਰੇ ਅੰਗਰੇਜ਼ੀ ਦੇ, ਵੇਖੋ ਇਹ 'ਚ ਸਿਹਾਰੀਆਂ ਬਿਹਾਰੀਆਂ ਨਹੀਂ ਹੈਗੀਆਂ, ਤੇ ਸਾਰੇ ਜਿਹੜੇ ਜਿੰਨੇ ਕਿ ਨਾ ਪਹਿਲਾਂ ਸਾਡੇ ਮਨ ਤੇ ਚੜਿਆ ਵੀ ਬਾਬਾ ਸਿੱਧੇ ਅੱਖਰ ਲਿਖਣੇ ਸੌਖੇ ਆ, ਉਹ ਤੋਂ ਅਜੇ ਬਾਹਰ ਹੀ ਨਿਕਲਦੇ, ਸਿਹਾਰੀ ਬਿਹਾਰੀ ਬਿੰਦੀਆਂ ਟਿੱਪੀਆਂ ਵਾਲੇ ਪਾਸੇ ਨੂੰ ਤੁਰਦੇ ਨਹੀਂ ਅਜੇ। ਤੇ ਸਾਡੇ ਤੇ ਇੱਥੇ ਰੇ ਪ੍ਰੋਬਲਮ ਰਹੀ ਆ ਵੀ ਇਹੋ ਗੱਲ ਜਿਹੜੀ ਹੈ ਨਾ ਵੀ ਇੱਥੇ ਜੇ ਕੀਬੋਰਡ ਹੀ ਨਹੀਂ ਗਾ ਜੀ, ਸਾਨੂੰ ਲਿਖਣ ਲੱਗਿਆ ਔਖੇ ਹੁੰਦੀ ਆ, ਉਸ ਪਾਸੇ ਨੂੰ ਤੁਰਨ ਦਾ ਯਤਨ ਹੀ ਨਹੀਂ ਕਰ ਰਹੇ ਅਜੇ। ਇਹ ਯਤਨ ਕਰਾਂਗੇ ਤੇ ਫਿਰ ਗੱਲ ਬਣਨੀ ਹੈ ਅਜੇ ਇਸ ਪਾਸੇ ਜੇ ਇੰਨਾ ਵੱਡਾ ਕੰਮ ਨਹੀਂ ਹੋਇਆ, ਕਿਉਂਕਿ ਜਿਹਨੂੰ ਵੀ ਕਿਸੇ ਨੂੰ ਟਾਈਪ ਕਰਨ ਵਾਸਤੇ ਕਹਿੰਦੇ ਨਾ, ਜੇ ਇੱਥੇ 10 ਦੁਕਾਨਾਂ ਸ਼ਹਿਰ 'ਚ ਟਾਈਪ ਕਰਨ ਵਾਲੀਆਂ ਹੋਣਗੀਆਂ ਨਾ, ਤੇ ਪੰਜਾਬੀ ਟਾਈਪਿਸਟ ਜਿਹੜਾ ਇੱਕ ਅੱਧਾ ਹੀ ਮਿਲਣਾ, ਬਾਕੀ ਤੁਹਾਨੂੰ ਸਾਰੇ ਜਿਹੜੇ ਨੇ ਅੰਗਰੇਜ਼ੀ ਕੀਬੋਰਡ ਵਾਲੇ ਲਿਖਣੇ ਆ। ਅੰਗਰੇਜ਼ੀ ਤੁਸੀਂ ਚਿੱਠੀ ਟਾਈਪ ਕਰਾਉਣੀ ਆ ਉਹ ਤੁਹਾਨੂੰ ਪੰਜਾਬ 'ਚ ਰਹਿ ਕੇ ਸੌਖੀ ਲੱਗਦੀ ਆ, ਤੇ ਜੇ ਕਿਤੇ ਤੁਸੀਂ ਪੰਜਾਬੀ ਲਿਖਾਉਣੀ ਆ ਨਾ, ਤੇ ਕਿਸੇ ਅਧਿਆਪਕ ਨੂੰ ਜਾਂ ਕਿਤੇ ਜਿਹੜਾ ਕੰਪਿਊਟਰ ਅਧਿਆਪਕ ਉਹਨੂੰ ਵੀ ਕਹੋਗੇ ਨਾ ਕਿਸੇ ਦੇ ਯਾਰ ਅੰਗਰੇਜ਼ੀ 'ਚ ਲਿਖਾਉਣੀ ਤਾਂ ਮੇਰੇ ਕੋਲ ਲਿਖਾ ਲਓ, ਮਤਲਬ ਸਾਡੀ ਅਜੇ ਤਰਾਸਦੀ ਹੈ ਜੇ ਇਸ ਪਾਸੇ ਬਹੁਤਾ ਵੱਡਾ ਜਿਹੜਾ ਨਾ ਵੀ ਬੜਾ ਵੱਡਾ ਕਦਮ ਚੁੱਕਿਆ ਗਿਆ ਪੰਜਾਬ 'ਚ, ਤੁਸੀਂ ਬਾਹਰ ਬੈਠੇ ਤੋਂ ਯਤਨ ਵੱਡਾ ਕਰ ਰਹੇ ਹੋ ਤੁਸੀਂ। ਸਰਦੂਲ ਜੀ ਕੱਲ ਕਹਿ ਰਹੇ ਸੀ ਵੀ ਸਾਨੂੰ ਪੰਜਾਬ 'ਚ ਆ ਕੇ ਸਾਨੂੰ ਪੰਜਾਬੀ ਸਮਝਣੀ ਔਖੀ ਲੱਗਦੀ ਹੈ, ਅੰਗਰੇਜ਼ੀ ਛੇਤੀ ਸਿੱਖ ਲਈਦੀ। ਹਾਂ ਬਲਦੇਵ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਬਿਲਕੁਲ, ਮੈਂ ਇੱਕ ਦੋ ਗੱਲਾਂ ਕਹਿਣਾ ਚਾਹੂੰਗਾ। ਆਪਣੇ ਕੋਲ ਪਤਾ ਨਹੀਂ ਕਿੰਨਾ ਕੁ ਟਾਈਮ ਹੈਗਾ, ਚਲੋ ਆਹ ਆਪਣੇ ਕੀਬੋਰਡ ਦੀ ਗੱਲ ਤਾਂ ਆਪਾਂ ਥੋੜ੍ਹੀ ਬਹੁਤੀ ਕਰ ਚੁੱਕੇ ਹੈਗੇ ਆ। ਇੱਕ ਮੈਨੂੰ ਝਟਕੇ ਤਾਂ ਬਥੇਰੇ ਲੱਗੇ ਇੱਥੇ ਆ ਕੇ, ਇੱਕ ਹੋਰ ਝਟਕਾ ਲੱਗਾ ਕਿ ਜਦੋਂ ਵੀ ਤੁਸੀਂ ਗੱਲ ਕਰਦੇ ਆ ਨਾ, ਉਹ ਕਹਿ ਦਿੰਦੇ ਆ ਜੀ ਅਸੀਂ ਤਾਂ ਜਿੰਨੇ ਵੀ ਆਹ ਅੰਗਰੇਜ਼ੀ ਮੀਡੀਅਮ ਸਕੂਲ ਹੈਗੇ ਆ, ਉਹ ਭਾਵੇਂ ਧਾਰਮਿਕ ਆ, ਸਿੱਖ ਵੀ ਚਲਾਉਂਦੇ ਹੈਗੇ ਆ ਅੰਗਰੇਜ਼ੀ ਮੀਡੀਅਮ, ਉਹਨਾਂ ਨੂੰ ਪੁੱਛਿਆ ਵੀ ਯਾਰ ਤੁਸੀਂ ਇਹ ਕਿਉਂ ਕਰਦੇ ਆ ਕਿ ਬੱਚਿਆਂ ਨੂੰ ਤੁਸੀਂ ਐਜੂਕੇਸ਼ਨ ਦੇ ਰਹੇ ਜਾਂ ਉਹਨਾਂ ਦੀ ਮੁਰੰਮਤ ਕਰ ਰਹੇ ਹੈਗੇ ਆ? ਉਹ ਕਹਿੰਦੇ ਜੀ ਅਸੀਂ ਨਾ ਬੱਚਿਆਂ ਨੂੰ ਅੰਗਰੇਜ਼ੀ ਦੇ ਵਿੱਚ ਐਜੂਕੇਸ਼ਨ ਇਸ ਲਈ ਦਿੰਦੇ ਆ ਕਿ ਅੰਤਰਰਾਸ਼ਟਰੀ ਪੱਧਰ ਤੇ ਇਹ ਮੁਕਾਬਲਾ ਕਰ ਸਕਣ। ਅੱਛਾ, ਫਿਰ ਮੈਂ ਉਹਨਾਂ ਦੀ ਵੈਬਸਾਈਟ ਤੇ ਚਲਾ ਗਿਆ, ਹਰ ਇੱਕ ਸਕੂਲ ਦੀ ਵੈਬਸਾਈਟ ਹੈਗੀ ਆ, ਉਹਨਾਂ ਦੇ ਵਿੱਚ ਉਸ ਵੈਬਸਾਈਟ ਤੇ ਉਹਨਾਂ ਬੱਚਿਆਂ ਦੀਆਂ ਇੰਟਰਵਿਊ ਲੈ ਕੇ ਉਹਨਾਂ ਨੇ ਵੀਡੀਓ ਪਾਈ ਹੋਈਆਂ। ਉਹ ਜਦ ਵੀਡੀਓ ਮੈਂ ਦੇਖੀਆਂ, ਮੈਂ ਕਿਹਾ ਆਹ ਬੱਚੇ ਤੁਸੀਂ ਕਹਿੰਦੇ ਆ ਇਹ ਪੜ੍ਹਾ ਕੇ ਤੁਸੀਂ ਕਹਿੰਦੇ ਇਹ ਇੰਟਰਨੈਸ਼ਨਲ ਪੱਧਰ ਤੇ ਉਹਨਾਂ ਦਾ ਮੁਕਾਬਲਾ ਕਰਨਗੇ, ਵੀ ਤੁਸੀਂ ਉਹਨਾਂ ਨੂੰ ਤਾਂ ਸ਼ੁਰੂ 'ਚ ਹੀ ਫੇਲ ਕਰ ਦਿੱਤਾ, ਉਹਨਾਂ ਦਾ ਮੁਕਾਬਲਾ ਤਾਂ ਤੁਸੀਂ ਕਦੇ ਕਰ ਹੀ ਨਹੀਂ ਸਕਦੇ। ਆ ਜਿਹੜੀ ਅੰਗਰੇਜ਼ੀ ਤੁਸੀਂ ਉਹ ਰਿਕਾਰਡ ਕਰਕੇ ਉਹ ਬੱਚਿਆਂ ਤੋਂ ਕੀਤੀ, ਪਤਾ ਨਹੀਂ ਤੁਸੀਂ ਸਾਹਿਬ ਸਿੰਘ ਜੀ ਤੁਸੀਂ ਦੇਖੀ ਆ? ਸਮਝ ਰਿਹਾ ਤੁਹਾਡੀ ਗੱਲ। ਉਹ ਮੈਂ ਆਪਣਾ ਸਿਰ ਕੰਧ 'ਚ ਮਾਰਦਾ ਸੀ, ਸ਼ੁਕਰ ਹੈ ਉੱਥੇ ਕੰਧਾਂ ਜਿਹੜੀਆਂ ਇੱਟਾਂ ਦੀਆਂ ਨਹੀਂ ਹੈਗੀਆਂ। ਆਹੋ, ਮੈਂ ਕਿਹਾ ਯਾਰ ਤੁਸੀਂ ਇਹ ਮੁਕਾਬਲਾ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ, ਗੱਲ ਹੀ ਨਹੀਂ। ਅੱਛਾ, ਇਹਨਾਂ ਨੇ ਜਾਰੀ ਆ ਕਨਵੈਂਟ ਸਕੂਲ ਆਪਣੇ ਪੈਸੇ ਬਣਾ ਰਹੇ, ਇੰਗਲਿਸ਼ ਮੀਡੀਅਮ ਆਪਣੇ ਅਮੀਰ ਹੋਏ ਪਏ ਆ, ਯੂਨੀਵਰਸਿਟੀਆਂ ਪ੍ਰਾਈਵੇਟ
ਰੱਬ ਹੀ ਜਾਣਦਾ ਉਹਨਾਂ ਨੇ ਕੀ ਕੁਝ ਬਿਲਡਿੰਗਾਂ ਨਹੀਂ ਉਸਾਰੀ ਹੋਈਆਂ, ਕਿੱਥੋਂ ਆਉਂਦੀਆਂ, ਉਹਨਾਂ ਨੂੰ ਲੁੱਟਦੇ ਆ ਆਮ ਲੋਕਾਂ ਨੂੰ। ਇਹ ਸਮਾਂ ਬੜਾ ਥੋੜਾ ਹੈ। ਬਾਲਵਾ ਜੀ, ਅਖੀਰ ਦੇ ਵਿੱਚ ਸੁਨੇਹਾ ਤੁਹਾਡੇ ਵੱਲੋਂ, ਫਿਰ ਸਾਰੇ ਆਪਾਂ ਫਿਰ ਸਾਹਿਬ ਸਿੰਘ ਜੀ ਬਾਰੇ। ਸੁਨੇਹਾ ਤੇ ਸਿੱਧਾ ਜਿਹਾ ਹੀ ਹੈ, ਜਿਹੜਾ ਆਪਾਂ ਇੰਨੇ ਸਾਲਾਂ ਤੋਂ ਕੰਮ ਕਰਦੇ ਆ, ਇਹ ਕਰੀ ਚੱਲੋ ਕਿਸੇ ਦਿਨ ਬੂਰ ਦਾ ਪਵੇਗਾ ਹੀ। ਤੇ ਇਹ ਆਸ਼ਾ ਜਿਹੜੀ ਹੈ ਨਾ, ਆਸ਼ਾ ਨੂੰ ਲੈ ਕੇ ਹੀ ਬੰਦਾ ਜੀਂਦਾ। ਇਸੇ ਤਰ੍ਹਾਂ ਤੁਰੇ ਚੱਲੀਏ, ਮੇਰਾ ਖਿਆਲ ਸਾਨੂੰ ਜ਼ਰੂਰ ਐਂਡ ਆਫ ਦਾ ਟਨਲ ਲਾਈਟ ਜ਼ਰੂਰ ਦਿਸੇਗੀ। ਸਾਹਿਬ ਸਿੰਘ, ਪ੍ਰਵਾਸੀ ਪੰਜਾਬੀ ਇਹਦੇ ਵਿੱਚ ਪੰਜਾਬ ਵਿੱਚ ਆ ਕੇ ਕਿਹੋ ਜਿਹਾ ਯੋਗਦਾਨ ਪਾ ਸਕਦੇ ਆ? ਜਿਸ ਤਰ੍ਹਾਂ ਦਾ ਤੁਸੀਂ ਕਰ ਰਹੇ ਹੋ, ਯਤਨ ਕਰ ਰਹੇ ਹੋ, ਇਹ ਮੇਰੇ ਖਿਆਲ ਹੈ ਕਿ ਬਹੁਤ ਖੂਬਸੂਰਤ ਗੱਲ ਹੈ ਕਿ ਤੁਸੀਂ ਇੱਕ ਵੱਖਰੇ ਮੁਲਕ ਦੇ ਵਿੱਚ ਰਹਿ ਰਹੇ ਹੋ, ਜਿੱਥੇ ਤੁਸੀਂ ਰੁਜ਼ਗਾਰ ਲਈ ਗਏ, ਲੇਕਿਨ ਤੁਹਾਨੂੰ ਆਪਣੀ ਭਾਸ਼ਾ ਨਾਲ ਪਿਆਰ ਹੈ, ਤੁਸੀਂ ਉਸ ਭਾਸ਼ਾ ਵਾਸਤੇ ਕੁਝ ਕਰ ਰਹੇ ਹੋ। ਤੁਸੀਂ ਯੋਗਦਾਨ ਕਹਿਣ ਦਾ ਮਤਲਬ ਆਰਥਿਕ ਪੱਧਰ ਤੇ ਵੀ ਕਈ ਵਾਰੀ ਯੋਗਦਾਨ ਪਾਉਂਦੇ ਹੋ ਵੀ ਜੇ ਤੁਹਾਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੋਈ ਫੰਡ ਚਾਹੀਦਾ, ਉਹਦੇ 'ਚ ਵੀ ਲੋਕੀ ਕਹਿੰਦੇ ਕਿ ਠੀਕ ਹੈ ਯਾਰ, ਅਸੀਂ ਹੈ ਨਾ ਇਹਦੇ 'ਚ ਆ ਵੀ ਯੋਗਦਾਨ ਪਾ ਦਿੰਦੇ ਹਾਂ। ਵੀ ਪਲੱਸ ਜਿਹੜੀ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ, ਉਹ ਜਾਣਕਾਰੀ ਸਾਂਝੀ ਕਰਦੇ। ਜਿੱਦਾਂ ਹੁਣ ਇਹ ਗੱਲ ਕਰ ਰਹੇ ਸੀ ਵੀ ਅਸੀਂ ਉਸ ਮੁਲਕ ਦੇ ਵਿੱਚ ਰਹਿੰਦੇ ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ, ਵੀ ਅਸੀਂ ਤੁਹਾਡੀ ਇਹ ਰੋਂਗ ਪਰਸੈਪਸ਼ਨ ਠੀਕ ਕਰ ਸਕਦੇ ਹਾਂ ਕਿ ਭਾਈ ਉਹ ਅੰਤਰਰਾਸ਼ਟਰੀ ਭਾਸ਼ਾ ਨਹੀਂ ਹੈ। ਇਹ ਵੀ ਕੋਈ ਛੋਟਾ ਜਿਹਾ ਯੋਗਦਾਨ ਨਹੀਂ ਹੈ ਨਾ, ਹੈ ਨਾ। ਇਹ ਮਤਲਬ ਕਿ ਜਾਣਕਾਰੀ 'ਚ ਵਾਧਾ ਜਿਹੜਾ ਕਰਨਾ, ਜਿਹੜਾ ਜਿੱਥੇ ਬੰਦਾ ਬੈਠਾ ਹੋ ਆ ਕੇ ਜਾਣਕਾਰੀ ਦੇਵੇ ਕਿ ਜੇ ਮੈਂ ਫਰਾਂਸ 'ਚ ਬੈਠਾ ਯਾਰ, ਤੇ ਉੱਥੇ ਜਿਹੜੀ ਹੈਗੀ ਆ ਫ੍ਰੈਂਚ ਬੋਲੀ ਜਿਹੜੀ ਹੈਗੀ ਆ ਉਹ ਜ਼ਿਆਦਾ ਪਪੂਲਰ ਹੈ, ਨਾ ਕਿ ਉੱਥੇ ਕੋਈ ਅੰਗਰੇਜ਼ੀ ਬੋਲੀ ਜਾਂਦੀ ਜ਼ਿਆਦਾ, ਜਾਂ ਜਿੱਥੇ ਵੀ ਕੋਈ ਜਾਪਾਨ, ਚੀਨ, ਜਿੱਥੋਂ ਵੀ ਆਉਂਦਾ। ਲੇਕਿਨ ਜਦ ਤੱਕ ਇੱਥੇ ਬੈਠਾ ਬੰਦਾ ਇਹ ਅਹਿਸਾਸ ਨਹੀਂ ਕਰਦਾ ਕਿ ਸਮੱਸਿਆ ਹੈਗੀ ਹੈ, ਉਦੋਂ ਤੱਕ ਕੋਈ ਵੀ ਬਾਹਰੋਂ ਆ ਕੇ ਜਿਹੜਾ ਬੰਦਾ ਹੈ ਨਾ, ਤੁਸੀਂ ਤਾਂ ਹੈਗੇ ਹੋ ਠੀਕ ਹੈ, ਤੁਸੀਂ ਆਸ ਦਾ ਦੀਵਾ ਨਹੀਂ ਬੁਝਾਉਣਾ ਚਾਹੁੰਦੇ, ਪਰ ਕਈ ਵਾਰੀ ਬੰਦਾ ਨਿਰਾਸ਼ ਹੋ ਜਾਂਦਾ ਕਿ ਯਾਰ ਮੈਨੂੰ 3 ਸਾਲ 5 ਸਾਲ 6 ਸਾਲ ਹੋ ਗਏ ਆਉਣਾ, ਮੈਂ ਮਹੀਨਾ ਯਤਨ ਕਰਕੇ ਆਣਾ, ਜਦੋਂ ਅਗਲੇ ਸਾਲ ਆਉਣਾ ਫੇਰ ਉਹ ਗੱਲ ਉੱਥੇ ਦੀ ਉੱਥੇ ਦੀਵਾ ਭੰਨਿਆ ਹੁੰਦਾ ਸਾਡਾ, ਭੰਨਿਆ ਹੁੰਦਾ। ਸੋ ਇਸ ਕਰਕੇ ਯਤਨ ਜਾਰੀ ਰਹਿਣਾ ਚਾਹੀਦਾ। ਮੇਰਾ ਵੀ ਵੈਸੇ ਆਪਣਾ ਇਹ ਯਕੀਨ ਹੈ, ਜੇ ਮੇਰਾ ਯਕੀਨ ਨਾ ਹੁੰਦਾ ਤਾਂ ਮੈਂ ਕਦੋਂ ਦਾ ਥੀਏਟਰ ਛੱਡ ਦਿੱਤਾ ਹੁੰਦਾ। ਮੈਨੂੰ ਕਿ ਨਹੀਂ, ਜਾਗਰੂਕ ਕਰਦੇ ਰਹੋ, ਯਤਨ ਕਰਦੇ ਰਹੋ, ਆਸ ਦਾ ਦੀਵਾ ਬਾਰ-ਬਾਰ ਤੇਲ ਪਾਈ ਜਾਓ, ਬੁਝਣ ਨਾ ਦਿਓ ਉਹਨੂੰ, ਕਦੇ ਤਾਂ ਕਿਤੇ ਨਾ ਕਿਤੇ ਤਾਂ ਕੁਝ। ਸਿੱਖ ਚੈਨਲ ਦੇ ਯਤਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ? ਮੈਨੂੰ ਬੜਾ ਅੱਛਾ ਲੱਗਦਾ ਹੈ, ਮੈਂ ਉੱਥੇ ਬਰਤਾਨੀਆ 'ਚ ਵੀ 2-3 ਵਾਰੀ ਤੁਹਾਡੇ ਚੈਨਲ ਤੋਂ ਰੂਬਰੂ ਹੋਇਆ ਸਰੋਤਿਆਂ ਦੇ, ਤੇ ਅੱਜ ਵੀ ਚਲੋ ਤੁਸੀਂ ਇੱਥੇ ਆ ਕੇ ਗੱਲਬਾਤ ਕੀਤੀ ਹੈ। ਬੜਾ ਅੱਛਾ ਤੁਸੀਂ ਕੰਮ ਕਰ ਰਹੇ ਹੋ। ਸਿੱਖ ਚੈਨਲ ਪੰਜਾਬੀਆਂ ਦਾ ਚੈਨਲ ਹੈ, ਮਤਲਬ ਪੰਜਾਬੀ ਭਾਸ਼ਾ ਦੇ ਵਿੱਚ ਤੁਸੀਂ ਸੰਸਾਰ ਪੱਧਰ ਦੀ ਜਾਣਕਾਰੀ ਦਿੰਦੇ ਹੋ, ਲੋਕਾਂ ਦੇ ਨਾਲ ਰੂਬਰੂ ਵੀ ਕਰਦੇ ਹੋ, ਖਬਰਾਂ ਵੀ ਦਿੰਦੇ ਹੋ। ਹੋਰ ਇਹ ਤੁਸੀਂ ਇਸ ਤਰ੍ਹਾਂ ਦੀ ਗੰਭੀਰ ਜਿਹੜੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕਰਦੇ ਹੋ, ਉਹ ਮੈਨੂੰ ਸਭ ਤੋਂ ਖੂਬਸੂਰਤ ਲੱਗਦਾ ਹੈ। ਸੋ ਇਸ ਕਰਕੇ ਹਮੇਸ਼ਾ ਮੈਂ ਚਾਹਾਂਗਾ ਕਿ ਸਿੱਖ ਚੈਨਲ ਨਾਲ ਰਾਬਤਾ ਬਣਿਆ ਰਹੇ। ਜਿਵੇਂ ਗੱਲ ਕੀਤੀ ਹੈ ਕਿ 13 ਸਾਲ ਤੋਂ ਸਿੱਖ ਚੈਨਲ ਸੇਵਾ ਕਰ ਰਿਹਾ ਹੈ ਪੰਜਾਬੀ ਦੀ, ਔਰ ਸਿੱਖੀ ਦੇ ਵਿੱਚ ਵੀ ਬਹੁਤ ਸਾਰੀ ਜਿਹੜੀ ਕਵਰੇਜ ਹੋ ਰਹੀ ਹੈ। ਤੁਸੀਂ ਅਖੀਰ ਦੇ ਵਿੱਚ ਗੁਰਮੀਤ ਸਿੰਘ ਜੀ ਆਪਣੇ ਵੱਲੋਂ ਦਿਲ ਦੀ ਗਹਿਰਾਈ ਤੋਂ ਕੀ ਬਲਬਲਾ ਸਾਡਾ ਸਾਂਝਾ ਕਰਨਾ ਚਾਹੁੰਦੇ ਆ? ਸਿੱਖ ਚੈਨਲ ਤੋਂ ਅਸੀਂ ਬਹੁਤ ਹੀ ਕੁਝ ਅੱਜ ਸਿੱਖ ਲਿਆ ਕਿ ਤੁਸੀਂ ਐਡੀ ਦੂਰ ਜਾ ਕੇ ਵੀ ਸਾਡੀ ਪੰਜਾਬੀ ਨੂੰ ਸਾਂਭ ਕੇ ਰੱਖਿਆ ਵਾ। ਅਸੀਂ ਇੱਥੇ ਬਹਿ ਕੇ ਪੰਜਾਬੀ ਨੂੰ ਗਵਾਈ ਜਾ ਰਹੇ, ਇਹੋ ਹੀ ਤੁਹਾਡੇ ਕੋਲ ਬੜਾ ਪਿਛਲੇ ਸਿੱਖ ਲਿਆ। ਸਿੱਖ ਸ਼ਬਦ ਬੜਾ ਵੱਡਾ ਸੀਗਾ, ਅਸੀਂ ਸਿਰਫ ਕੁਝ ਇੱਕ ਚਿੰਨ੍ਹ ਮਾਤਰ ਰੱਖ ਕੇ ਤੇ ਅਸੀਂ ਸਿੱਖਿਆ ਕੁਝ ਨਹੀਂਗਾ। ਜੇ ਉਸ ਪਾਸੇ ਸਿੱਖਣ ਵਾਲੇ ਪੈਂਦੇ ਤੇ ਸੱਚਮੁੱਚ ਜਿਹੜੀਆਂ ਤਰਾਸ਼ਦੀਆਂ 'ਚ ਗੱਲਾਂ ਕਰ ਰਹੇ ਆ ਨਾ, ਨਿਰਾਸ਼ਾਜੀ ਵਾਲੀਆਂ, ਇਹ ਸਾਨੂੰ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ। ਜੇ ਅਸੀਂ ਸੱਚਮੁੱਚ ਕੁਝ ਜੋ ਸਾਡੇ ਬਾਬਿਆਂ ਨੇ ਕਿਹਾ ਸੀ ਨਾ ਵੀ ਸਿੱਖ ਲਓ ਕੁਝ, ਆ ਤੁਹਾਨੂੰ ਸਿੱਖਣ ਵਾਸਤੇ ਛੱਡ ਦਿਆ, ਤੁਸੀਂ ਸਿੱਖਿਓ। ਅਸੀਂ ਸਿੱਖਣ ਦਾ ਯਤਨ ਨਹੀਂ ਕੀਤਾ, ਸਿੱਖ ਨਹੀਂ ਦੇਣਾ, ਤੇ ਫਿਰ ਸੱਚਮੁੱਚ ਆ ਔਰ ਜਿੰਨੀ ਨਿਰਾਸ਼ਾ ਸਾਡੇ ਕੋਲ ਨਿਕਲੀ ਆ ਨਾ, ਇਹ ਨਹੀਂ ਸੀ ਨਿਕਲਣੀ। ਤੇ ਜੇ ਤੁਸੀਂ ਇੱਧਰ ਸਪੈਸ਼ਲ ਚੱਲ ਕੇ ਆਏ ਹੋ ਨਾ, ਕੁਝ ਵੇਖੀ ਇੱਥੇ ਕੀ ਹੋ ਰਿਹਾ ਤੇ ਅਸੀਂ ਕਿੰਨਾ ਕੁ ਯਤਨ ਕਰ ਰਹੇ ਹਾਂ, ਸ਼ਾਇਦ ਇਹਦੀ ਬਹੁਤੀ ਲੋੜ ਨਾ ਪੈਂਦੀ, ਸਿਰਫ ਘੁੰਮਣ ਫਿਰਨ ਵਾਸਤੇ ਹੀ ਆਉਂਦੇ, ਵਧੀਆ ਹੋਣਾ ਸੀਗਾ। ਬਹੁਤ ਬਹੁਤ ਧੰਨਵਾਦ। ਬਲਦੇਵ ਜੀ, ਤੁਹਾਡੇ ਕੋਲ ਸ਼ਾਇਦ ਕਹਿਣ ਨੂੰ ਕੁਝ ਹੋਣਾ ਨਹੀਂ ਹੁਣ। ਮੇਰਾ ਸਟਾਕ ਮੁੱਕ ਕੀ ਹਾਲੇ ਹੈ? ਕਿੱਦਾਂ ਗਿਆ? ਬਹੁਤ ਕੁਝ ਉਹਨਾਂ ਨੇ ਆਖਰੀ ਗੱਲ ਅਜੇ ਕਹਿਣੀ ਵੀ ਅੱਜ ਕੰਧ 'ਚ ਸਿਰ ਨਹੀਂ ਮਾਰਨਾ ਪਏਗਾ। ਡਰ ਹੁੰਦਾ ਕਹਿੰਦਾ ਅੱਜ ਉਹ ਖੁਸ਼ ਨੇ। ਆਫਟਰ ਕਹਿੰਦੇ ਹੁੰਦੇ ਆ, ਵੈਦ ਸਵੈਦ ਤੂੰ ਪਹਿਲੇ ਰੋਗ ਪਛਾਣ। ਆਪਾਂ ਇਹਨਾਂ ਪੰਜਾਬੀਆਂ ਦੇ ਨਾਲ ਰਲ ਕੇ ਇਹਨਾਂ ਦੇ ਰੋਗ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਔਰ ਉਹ ਜਿਹੜਾ ਮਾਰਸ਼ਲ ਪਲਾਨ ਆਪਾਂ ਨੂੰ ਕਰਨਾ ਪੈਣਾ, ਮਿਲਟਰੀ ਪੱਧਰ ਤੇ ਇਹ ਗੱਲ ਬਣਨੀ ਆ, ਆਮ ਗੱਲਾਂ ਕਰਨ ਦੇ ਨਾਲ ਮੇਰਾ ਖਿਆਲ ਨਹੀਂ ਬਣਨੀ। ਸੋ ਆਪਾਂ ਉਹ ਮਿਲਟਰੀ ਪਲਾਨ ਵੀ ਉਲੀਕਾਂਗੇ ਤਾਂ ਕਿ ਇਹ ਆਪਣੇ ਰੋਗ ਨੂੰ ਪਛਾਣ ਸਕਣ, ਜਾਂ ਮਲੱਠੀ ਜਾਂ ਉਹ ਲੌਂਗ ਲੈਚੀਆਂ। ਇੱਕ ਹੋਰ ਤੁਕ ਯਾਦ ਆਈ ਮੈਨੂੰ, ਰੋਗ ਦਾਰੂ ਦੋਵੇਂ ਬੁੱਝੇ ਸੋ ਵੈਦ ਸੁਜਾਨ। ਸੋ ਪਿਆਰੇ ਦਰਸ਼ਕੋ, ਅੱਜ ਦੀ ਜਿਹੜੀ ਗੱਲਬਾਤ ਹੈ ਇਹਦੇ ਵਿੱਚ ਡਾਕਟਰ ਗੁਰਖਪਾਲ ਸਿੰਘ ਜੀ ਕਾਲੋਂ, ਇੱਥੋਂ ਦੇ ਪ੍ਰਿੰਸੀਪਲ ਗੁਰਿੰਦਰ ਸਿੰਘ ਜੀ ਕਲਸੀ ਤੇ ਗੁਰਮੀਤ ਸਿੰਘ ਜੀ ਪਾੜਾ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਤੇ ਖਾਸ ਤੌਰ ਤੇ ਗਵਰਨਮੈਂਟ ਕਾਲਜ ਗੁਰਦਾਸਪੁਰ ਦਾ ਸਟਾਫ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਇਹ ਗੱਲਬਾਤ ਕਿਹੋ ਜਿਹੀ ਲੱਗੀ, ਤੁਸੀਂ ਇਹਦੇ ਵਿੱਚ ਕੀ ਸ਼ਾਮਲ ਹੋ ਕੇ ਆਪਣੇ ਵਿਚਾਰ ਕਿਵੇਂ ਪੇਸ਼ ਕਰਨਾ ਚਾਹੁੰਦੇ ਹੋ, ਉਹ ਸਾਨੂੰ ਜ਼ਰੂਰ ਦੱਸਣਾ। ਇਹਨਾਂ ਸ਼ਬਦਾਂ ਦੇ ਨਾਲ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।